ਆਪੇ ਵਿੱਚ ਘਿਰਿਆ ਮਨੁੱਖ, ਸਮਕਾਲੀ ਸਮਾਜ ਦੇ ਦਬਾਅ ਅਤੇ ਮਾਨਸਿਕ ਸਿਹਤ ਦੇ ਮਸਲੇ। ਆਪਾਂ ਸਾਰੇ ਜਾਣਦੇ ਹਾਂ ਕਿ ਮਾਨਸਿਕ ਤਣਾਅ ਅਤੇ ਮਾਨਸਿਕ ਸਿਹਤ ਬਾਰੇ ਇੰਡੀਆ ਵਿੱਚ ਪਿਛਲੇ ਕੁਝ ਸਾਲਾਂ ਤੋਂ ਹੀ ਗੱਲਬਾਤ ਸ਼ੁਰੂ ਹੋਈ ਹੈ ਤੇ ਇਹ ਵੀ ਇੱਕ ਹੈਰਾਨੀ ਦੀ ਗੱਲ ਹੈ ਕਿ ਇਹ ਗੱਲਬਾਤ ਜ਼ਿਆਦਾਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲੀਬ੍ਰਿਟੀਜ਼ ਦੇ ਸੰਦਰਭ ਵਿੱਚ ਸ਼ੁਰੂ ਹੋਈ ਹੈ। ਜਿਵੇਂ ਕਿ ਆਪਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਸੁਸਾਈਡ ਦੇ ਬਾਰੇ ਬਹੁਤ ਸਾਰਾ ਮੀਡੀਆ 'ਚ ਦੇਖਿਆ, ਦੀਪਿਕਾ ਪਾਦੂਕੋਣ ਬਾਰੇ ਗੱਲਬਾਤ ਹੋਈ, ਅਨੁਸ਼ਕਾ ਸ਼ਰਮਾ ਬਾਰੇ, ਕ੍ਰਿਸਟਨ ਡਾਂਸਟ ਬਾਰੇ, ਡੋਨੇ ਜੌਨਸਨ ਬਾਰੇ, ਕੈਟੀ ਪੈਰੀ ਬਾਰੇ, ਲੇਡੀ ਗਾਗਾ ਬਾਰੇ ਤੇ JK ਰੋਲਿੰਗ ਬਾਰੇ। ਇਹ ਸਾਰੀਆਂ ਸ਼ਖਸੀਅਤਾਂ ਕਿਸੇ ਨਾ ਕਿਸੇ ਪੜਾਅ 'ਤੇ ਆਪਣੀ ਜ਼ਿੰਦਗੀ ਦੇ ਮਾਨਸਿਕ ਤਣਾਅ ਨਾਲ ਜੂਝੀਆਂ ਨੇ ਤੇ ਉਸ ਨਾਲ ਲੜੀਆਂ ਨੇ ਤੇ ਉਸ ਦੌਰਾਨ ਆਉਂਦੀਆਂ ਮੁਸ਼ਕਲਾਂ ਨਾਲ ਜੂਝਦੇ ਹੋਏ ਇਹਨਾਂ ਨੇ ਦੁਬਾਰਾ ਇੱਕ ਵਾਰੀ ਜ਼ਿੰਦਗੀ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਕੀਤਾ। ਸੋ ਇਹ ਵੀ ਇੱਕ ਸਾਡੇ ਲਈ ਸਮਝਣ ਦਾ ਵਿਸ਼ਾ ਹੈ ਕਿ 21ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਅਸੀਂ ਮਾਨਸਿਕ ਤਣਾਅ ਬਾਰੇ ਤੇ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਹਾਂ, ਜਦ ਕਿ ਮੈਨੂੰ ਲੱਗਦਾ ਜੇ ਆਪਾਂ ਆਪਣੇ ਵਿਸ਼ੇ ਦੇ ਟੌਪਿਕ ਬਾਰੇ ਥੋੜ੍ਹੇ ਜਿਹੇ ਗੱਲ ਕਰੀਏ ਤੇ ਉਸ ਵੱਲ ਝਾਤ ਮਾਰੀਏ ਤੇ ਆਪਾਂ ਦੇਖਦੇ ਹਾਂ ਕਿ ਉਸ ਵਿੱਚ 4 ਜਿਹੜੇ ਸ਼ਬਦ ਨੇ ਉਹ ਬਹੁਤ ਇੰਪੋਰਟੈਂਟ ਨੇ। ਜਿਵੇਂ ਕਿ ਸਭ ਤੋਂ ਪਹਿਲਾ ਹੈਗਾ ਆਪਾ, ਸਵੈ, ਅਤੇ ਦੂਜਾ ਹੈਗਾ ਮਨੁੱਖ, ਤੀਜਾ ਹੈਗਾ ਸਮਕਾਲੀ ਸਮਾਜ, ਅਜੇ ਚੌਥਾ ਹੈਗਾ ਮਾਨਸਿਕ ਸਿਹਤ। ਮੇਰੀ ਸਮਝ ਮੁਤਾਬਕ ਮਨੁੱਖ ਦਾ ਆਪਣੇ ਆਲੇ ਦੁਆਲੇ ਨਾਲ ਹਮੇਸ਼ਾ ਹੀ ਰਿਸ਼ਤਾ ਸਵਾਲਾਂ ਦੇ ਘੇਰੇ ਵਿੱਚ ਬਣਿਆ ਰਹਿੰਦਾ ਹੈ ਅਤੇ ਜਦੋਂ ਅਸੀਂ ਅੱਜ ਦੇ ਸਮਿਆਂ ਦੀ ਗੱਲ ਕਰਦੇ ਹਾਂ ਅਤੇ ਜਿਨ੍ਹਾਂ ਸਮਿਆਂ ਨੂੰ ਅਸੀਂ ਰੋਸ਼ਨ, ਅਨਲਾਈਟਨਡ, ਮਾਡਰਨ, ਡੈਮੋਕ੍ਰੈਟਿਕ, ਰੈਸ਼ਨਲ, ਸਿਵਲਾਈਜ਼ਡ ਵਰਗੇ ਕਈ ਐਡਜੈਕਟਿਵਸ ਨਾਲ ਬਿਆਨ ਵੀ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਆਪਾ ਹੀ ਉਸਦਾ ਇੱਕ ਪ੍ਰਿਜ਼ਨ ਹਾਊਸ ਬਣ ਹੋ ਨਿਬੜਦਾ ਹੈ ਅਤੇ ਉਸਦੇ ਆਪੇ ਦੀਆਂ ਗੁੰਝਲਾਂ ਉਸਦੀ ਸਭ ਤੋਂ ਵੱਡੀ ਪਰੇਸ਼ਾਨੀ ਬਣ ਜਾਂਦੀਆਂ ਹਨ। ਸੋ ਇਹ ਵੀ ਸਮਝਣ ਦੀ ਲੋੜ ਹੈ ਮੇਰੇ ਸਮਝ ਮੁਤਾਬਿਕ ਕਿ ਜਿਹੜੇ ਸਮਿਆਂ 'ਚ ਅਸੀਂ ਰਹਿ ਰਹੇ ਹਾਂ ਉਸ ਵਿੱਚ ਬੰਦੇ ਦਾ ਆਪੇ ਦਾ ਤੇ ਸਵੈ ਦਾ ਜਿਹੜਾ ਪ੍ਰਸ਼ਨ ਹੈ ਉਹ ਇੰਨਾ ਗੁੰਝਲਦਾਰ ਕਿਵੇਂ ਬਣਦਾ, ਅਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਤੋਂ ਮਨੁੱਖ ਨੇ ਆਪਣੇ ਆਪੇ ਨੂੰ ਆਪ ਸਿਰਜਣ ਦੀ ਜ਼ਿੰਮੇਵਾਰੀ ਚੁੱਕੀ ਹੈ, ਸ਼ਾਇਦ ਉਦੋਂ ਤੋਂ ਹੀ ਉਸ ਦੀ ਮਾਨਸਿਕ ਬਣਤਰ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇਖੀਆਂ ਜਾ ਸਕਦੀਆਂ। ਇਹਨਾਂ ਤਬਦੀਲੀਆਂ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਮਨੁੱਖ ਦੇ ਸਵੈ ਦਾ ਜਿਹੜਾ ਸਵਾਲ ਹੈ ਉਹ ਬਹੁਤ ਹੀ ਡੂੰਘੇ ਢੰਗ ਨਾਲ ਉਸ ਦੇ ਆਲੇ ਦੁਆਲੇ ਦੀਆਂ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਅਤੇ ਇਤਿਹਾਸਿਕ ਹਾਲਤਾਂ ਨਾਲ ਜੁੜਿਆ ਹੁੰਦਾ ਹੈ। ਜੇ ਮਾਡਰਨ ਕਨਸੈਪਚੁਅਲ ਵੋਕੈਬਲਰੀ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਵੈ ਦਾ ਪ੍ਰਸ਼ਨ ਹਮੇਸ਼ਾ ਹੀ ਅਸਲ ਵਿੱਚ ਸਵੈ ਦਾ ਅਦਰ ਨਾਲ ਰਿਸ਼ਤੇ ਦਾ ਪ੍ਰਸ਼ਨ ਹੈ। ਸੋ ਅੱਜ ਦੀ ਇਸ ਵਿਚਾਰ ਚਰਚਾ ਨੂੰ ਅਸੀਂ 3 ਭਾਗਾਂ ਵਿੱਚ ਵੰਡਿਆ ਹੈ। ਸਭ ਤੋਂ ਪਹਿਲਾਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਾਨਸਿਕ ਸਿਹਤ ਨੂੰ ਅਸੀਂ ਕਿਵੇਂ ਪਰਿਭਾਸ਼ਿਤ ਕਰਦੇ ਹਾਂ, ਉਹਦੇ ਕਿਹੜੇ ਕੰਪੋਨੈਂਟਸ ਨੇ ਜਿਹਦੇ ਬਾਰੇ ਸਾਨੂੰ ਅਵੇਅਰ ਹੋਣਾ ਚਾਹੀਦਾ ਹੈ, ਉਹਦੀ ਲੋੜ ਕਿਉਂ ਹੈ ਤੇ ਭਾਰਤ ਵਿੱਚ ਉਸ ਦੀ ਕੀ ਹਾਲਤ ਹੈ, ਮਾਨਸਿਕ ਸਿਹਤ ਬਾਰੇ ਜਾਣਕਾਰੀ ਬਾਰੇ, ਅਵੇਅਰਨੈਸ ਬਾਰੇ, ਤੇ ਮਾਨਸਿਕ ਸਿਹਤ ਨਾਲ ਕਿਹੜੀਆਂ ਮਿਥਸ ਜੁੜੀਆਂ ਹੋਈਆਂ ਨੇ, ਕਿਹੜੇ ਮਿਸਕਨਸੈਪਸ਼ਨਸ ਜੁੜੀਆਂ ਹੋਈਆਂ ਨੇ ਜਿਸ ਦੇ ਕਾਰਨ ਲੋਕ ਤੇ ਸਾਡੇ ਯੰਗਸਟਰਸ ਬਾਹਰ ਨਹੀਂ ਆਉਂਦੇ, ਉਸ ਬਾਰੇ ਗੱਲ ਨਹੀਂ ਕਰਦੇ। ਦੂਜਾ ਸਾਡਾ ਪੜਾਅ ਹੋਏਗਾ ਡਿਸਕਸ਼ਨ ਦਾ ਜਦੋਂ ਅਸੀਂ ਮਾਨਸਿਕ ਸਿਹਤ ਦੇ ਕਾਰਨਾਂ ਬਾਰੇ ਗੱਲਬਾਤ ਕਰਾਂਗੇ। ਇਹਦੇ 'ਚ ਸੋਸ਼ਲ ਕਾਜ਼ਿਸ ਵੀ ਆ ਸਕਦੇ ਨੇ, ਕਲੈਸ਼ ਆਫ ਵੈਲਿਊਜ਼, ਐਕਸਪੈਕਟੇਸ਼ਨ, ਸੋਸ਼ਲ ਆਈਸੋਲੇਸ਼ਨ, ਟਰਾਮਾ, ਅਨਐਮਪਲੋਇਮੈਂਟ, parental and peer pressure, job burnouts, uncertainty of future and career, technology and workplace problems, gender bias, marginality, long-term stress ਅਤੇ bullying। ਅਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਅਸੀਂ ਪੰਜਾਬੀ ਸਮਾਜ ਦੀ ਗੱਲ ਕਰੀਏ ਤਾਂ ਜਿਹੜਾ ਭਾਸ਼ਾ ਜਿਹੜੀ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ 'ਚ ਵਰਤਦੇ ਹਾਂ ਉਹ ਉਸ ਦਾ ਸਾਡੀ ਮਾਨਸਿਕ ਸਿਹਤ 'ਤੇ ਕਿਹੋ ਜਿਹਾ ਅਸਰ ਪੈਂਦਾ। ਅਤੇ ਤੀਜਾ ਪੜਾਅ ਹੋਏਗਾ ਕਿ ਜਦੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਾਨਸਿਕ ਸਿਹਤ ਦੇ ਮੁੱਦਿਆਂ ਨਾਲ ਕਿਵੇਂ ਲੜਿਆ ਜਾ ਸਕਦਾ ਹੈ, ਇੰਡੀਵਿਜੂਅਲ ਲੈਵਲ 'ਤੇ ਵੀ ਅਤੇ ਸੋਸ਼ਲ ਲੈਵਲ 'ਤੇ ਵੀ। ਤੋ ਗੱਲਬਾਤ ਸ਼ੁਰੂ ਕਰਦੇ ਹੋਏ
ਹੁਣ ਮੈਂ ਸਭ ਤੋਂ ਪਹਿਲਾਂ ਰਿਕੁਐਸਟ ਕਰਾਂਗਾ ਤਾਰਿਕਾ ਨਰੂਲਾ ਜੀ ਨੂੰ। ਤਾਰਿਕਾ ਨਰੂਲਾ ਜੀ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਡਿਪਾਰਟਮੈਂਟ ਆਫ ਸਾਈਕੋਲੋਜੀ ਵਿੱਚ PhD ਕਰਦੇ ਨੇ ਤੇ ਉਹਨਾਂ ਦਾ PhD ਦਾ ਟੌਪਿਕ ਹੈ ਮੈਨੇਜਿੰਗ ਫਰਸਟ੍ਰੇਸ਼ਨ ਇੰਟੋਲਰੈਂਸ ਇਨ ਐਡੋਲਸੈਂਟਸ, ਐਫੀਕੇਸੀ ਆਫ ਰੈਸ਼ਨਲ ਬਿਹੇਵੀਅਰ ਥੈਰੇਪੀ। ਸੋ ਮੈਂ ਰਿਕੁਐਸਟ ਕਰਦਾ ਤਾਰਿਕਾ ਜੀ ਨੂੰ ਕਿ ਉਹ ਸਾਨੂੰ ਆਪਣੇ ਖੋਜ ਕਾਰਜ ਬਾਰੇ ਦੱਸਣ ਅਤੇ ਇਹ ਵੀ ਦੱਸਣ ਕਿ ਉਹ ਮਾਨਸਿਕ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਨੇ। ਤਾਰਿਕਾ ਨਰੂਲਾ ਜੀ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ। ਜਿਵੇਂ ਸਰ ਨੇ ਦੱਸਿਆ, ਮੈਂ ਸਾਈਕੋਲੋਜੀ ਡਿਪਾਰਟਮੈਂਟ 'ਚ ਖੋਜ ਕਰ ਰਹੀ ਹਾਂ ਅਤੇ ਮੇਰਾ ਟੌਪਿਕ ਹੈ ਫਰਸਟ੍ਰੇਸ਼ਨ ਇਨਟੋਲਰੈਂਸ। ਯਾਨੀ ਫਰਸਟ੍ਰੇਸ਼ਨ ਹੁੰਦੀ ਹੈ ਕਿਸੇ ਵੀ ਚੀਜ਼ ਦੀ ਨਿਰਾਸ਼ਾ ਕਰਕੇ ਜਿਹੜੀ ਆਪਣੇ ਆਪ ਨੂੰ ਦਿੱਕਤ ਆਉਂਦੀ ਹੈ। ਜਦ ਅਸੀਂ ਟੈਕਨੀਕਲੀ ਸਾਈਕੋਲੋਜੀ 'ਚ ਇਹਦੇ ਬਾਰੇ ਪੜ੍ਹਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਇੱਕ ਗੋਲ ਹੈ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ। ਉਹ ਗੋਲ ਇਹ ਵੀ ਹੋ ਸਕਦਾ ਹੈ ਕਿ ਮੈਂ ਇੱਥੋਂ ਉੱਠ ਕੇ ਸਾਹਮਣੇ ਵਾਲੀ ਬੁੱਕ ਸ਼ਾਪ 'ਤੇ ਜਾਣਾ, ਇਹ ਮੇਰਾ ਗੋਲ ਹੈ। ਜੇ ਉਹਦੇ ਵਿੱਚ ਕੋਈ ਆਵਟ ਪੈਦਾ ਹੁੰਦੀ ਹੈ ਤਾਂ ਉੱਥੇ ਮੈਨੂੰ ਫਰਸਟ੍ਰੇਸ਼ਨ ਅਰਾਈਜ਼ ਹੁੰਦੀ ਹੈ। ਇਹ ਫਰਸਟ੍ਰੇਸ਼ਨ ਹੈ। ਹੁਣ ਉਹ ਫਰਸਟ੍ਰੇਸ਼ਨ ਕਿੰਨੀ ਵੱਧ ਸਕਦੀ ਹੈ ਜਾਂ ਕਿੰਨੀ ਘੱਟ ਹੈ, ਉਹ ਡਿਪੈਂਡ ਕਰਦਾ ਹੈ ਕਿ ਮੇਰਾ ਗੋਲ ਕਿੰਨਾ ਵੱਡਾ ਹੈ, ਉਹ ਮੇਰੇ ਲਈ ਕਿੰਨਾ ਜ਼ਰੂਰੀ ਹੈ। ਮੈਂ ਫਰਸਟ੍ਰੇਸ਼ਨ ਦੇਖ ਰਹੀ ਹਾਂ ਅਡੋਲਸੈਂਟਸ ਵਿੱਚ। ਅਡੋਲਸੈਂਟਸ ਉਹ ਵਾਲਾ ਗਰੁੱਪ, ਉਹ ਪੋਪੂਲੇਸ਼ਨ ਜਿਹੜੀ ਕਿ 13 ਤੋਂ 17 18 ਸਾਲ ਦੀ ਉਮਰ ਦੇ ਵਿੱਚ ਹੈ। ਸੋ ਉਹ ਸਕੂਲ ਵਿੱਚ ਹੈ ਇਸ ਵੇਲੇ। ਸਾਡੇ ਸਾਈਕੋਲੋਜੀ ਵਿੱਚ ਇੱਕ ਰਿਸਰਚਰ ਹੈ, ਸਾਈਕੋਲੋਜਿਸਟ ਹੈ, ਉਹਨਾਂ ਨੇ ਇੱਕ ਕੌਨਸੈਪਟ ਦਿੱਤਾ ਹੋਇਆ ਕਿ ਇਹੀ ਉਹ ਉਮਰ ਹੁੰਦੀ ਹੈ ਜਿੱਥੇ ਬੱਚੇ ਨੂੰ ਆਪਣੀ ਆਈਡੈਂਟਿਟੀ ਬਾਰੇ ਜਾਂ ਤਾਂ ਪਤਾ ਲੱਗਦਾ ਹੈ ਅਤੇ ਜਾਂ ਫਿਰ ਉਹ ਕਨਫਿਊਜ਼ ਹੋ ਜਾਂਦਾ ਆਈਡੈਂਟਿਟੀ ਬਾਰੇ। ਤਾਂ ਇਸ ਵੇਲੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਉਹਨਾਂ ਵਿੱਚ ਕੋਈ ਵੀ ਨਿਰਾਸ਼ਾ ਹੈ, ਗੁੱਸਾ ਹੈ, ਜਿਹੜੀ ਸਾਡੀ ਨੋਰਮਲ ਹਿਊਮਨ ਇਮੋਸ਼ਨਸ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਡੀਲ ਕਰਨ ਦੀ ਸਮਰੱਥਾ ਆਵੇ। ਜ਼ਿਆਦਾਤਰ ਜਿਹੜਾ ਸਾਈਕੋਲੋਜੀ ਦਾ ਕੰਮ ਜਾਂ ਅਸੀਂ ਜੋ ਆਮ ਰਿਸਰਚਰਸ ਦੇਖਦੇ ਹਾਂ, ਉਹ ਅਸੀਂ ਦੇਖਦੇ ਹਾਂ ਜਿਹੜੇ ਕਾਲਜ ਗੋਇੰਗ ਸਟੂਡੈਂਟਸ ਹੈ, ਯੂਨੀਵਰਸਿਟੀ ਗੋਇੰਗ ਸਟੂਡੈਂਟਸ ਹੈ ਨਾ, ਉਹਨਾਂ ਉੱਤੇ। ਪਰ ਸਕੂਲ ਗੋਇੰਗ ਸਟੂਡੈਂਟਸ 'ਤੇ ਥੋੜ੍ਹਾ ਕੰਮ ਘੱਟ ਚੱਲਦਾ ਹੈ, ਇਸ ਲਈ ਕਿਉਂਕਿ ਉਹਨਾਂ ਨੂੰ ਜਨਰਲੀ ਛੋਟਾ ਸਮਝਿਆ ਜਾਂਦਾ। ਅਤੇ ਅਸੀਂ ਉੱਥੇ ਹੀ ਕੰਮ ਕਰ ਰਹੇ ਹਾਂ ਕਿਉਂਕਿ ਉਹੀ ਇੱਕ ਉਮਰ ਹੈ ਜਿੱਥੇ ਜੇ ਤੁਹਾਨੂੰ ਇਮੋਸ਼ਨਲ ਡੀਲਿੰਗ ਦੀ ਚੰਗੀ ਟ੍ਰੇਨਿੰਗ ਮਿਲ ਗਈ ਤਾਂ ਤੁਹਾਡਾ ਅਗਲਾ ਵਾਲਾ ਜੀਵਨ ਜਿੱਥੇ ਜ਼ਿਆਦਾ ਫਰਸਟ੍ਰੇਸ਼ਨਸ ਆਉਣੀਆਂ ਉਹ ਈਜ਼ੀ ਹੋ ਜਾਂਦਾ ਹੈ। ਮੈਂ ਫਰਸਟ੍ਰੇਸ਼ਨ ਇੰਟੋਲਰੈਂਸ ਦਾ ਸੰਬੰਧ ਦੇਖ ਰਹੀ ਹਾਂ ਸਾਡੇ ਅੱਜ ਦੇ ਸਮਾਜ ਦੀ ਬੜੀ ਵੱਡੀ ਸਮੱਸਿਆ ਦੇ ਨਾਲ। 2-3 ਵੇਰੀਏਬਲਸ ਹੈ, ਬਟ ਇੱਕ ਜਿਹੜਾ ਮੇਨ ਹੈਗਾ ਉਹ ਹੈਗਾ ਪਰਫੈਕਸ਼ਨਿਜ਼ਮ, ਕਿ ਅਸੀਂ ਹਰ ਚੀਜ਼ ਵਿੱਚ ਐਕਸਪਰਟ ਬਣਨਾ ਚਾਹੁੰਦੇ ਹਾਂ, ਅਸੀਂ ਬੈਸਟ ਹੋਣਾ ਚਾਹੁੰਦੇ ਹਾਂ, ਅਸੀਂ ਮਾਹਿਰ ਬਣਨਾ ਚਾਹੁੰਦੇ ਹਾਂ। ਉਹ ਹਮੇਸ਼ਾ ਹੋ ਨਹੀਂ ਸਕਦਾ ਅਤੇ ਜਦ ਉਹ ਨਹੀਂ ਹੁੰਦਾ ਤਾਂ ਫਿਰ ਅਸੀਂ ਫਰਸਟ੍ਰੇਟ ਹੁੰਦੇ ਹਾਂ ਅਤੇ ਉਸ ਨਾਲ ਸਾਡਾ ਹੋਰ ਤਣਾਅ ਬਣਦਾ। ਨਾਲ ਮੈਂ ਦੇਖ ਰਹੀ ਹਾਂ ਕਿ ਫਰਸਟ੍ਰੇਸ਼ਨ 'ਤੇ ਹੀ ਅਸਰ ਕਿਵੇਂ ਪੈਂਦਾ ਹੈ, ਅਸੀਂ ਆਪਣੇ ਇਮੋਸ਼ਨਸ ਨੂੰ ਕਿਵੇਂ ਡੀਲ ਕਰਦੇ ਹਾਂ, ਉਹਦਾ ਇਮੋਸ਼ਨਲ ਰੈਗੂਲੇਸ਼ਨ ਸਾਡੀ ਕਿੰਨੀ ਕੁ ਵਧੀਆ ਹੈ। ਅਤੇ ਨਾਲ ਜੇ ਸਾਡੀ ਫਰਸਟ੍ਰੇਸ਼ਨ ਇਨਟੋਲਰੈਂਸ ਜ਼ਿਆਦਾ ਹੈ ਜਾਂ ਘੱਟ ਹੈ, ਉਹਦੇ ਹਿਸਾਬ ਨਾਲ ਸਾਡੀ ਵੈਲਬੀਂਗ 'ਤੇ, ਸਾਡੀ ਮਾਨਸਿਕ ਸਿਹਤ 'ਤੇ ਕਿਵੇਂ ਅਸਰ ਪੈਂਦਾ ਹੈ। ਸਰ ਨੇ ਨਾਲ ਇਹ ਵੀ ਕਿਹਾ ਕਿ ਆਪਣੀ ਖੋਜ ਦੇ ਨਾਲ ਨਾਲ ਮੈਂ ਇਹ ਦੱਸਾਂ ਕਿ ਮੇਰੀ ਖੋਜ ਦੇ ਹਿਸਾਬ ਨਾਲ ਮੈਂਟਲ ਹੈਲਥ ਕੀ ਹੋਏਗੀ ਜਾਂ ਮੈਂਟਲ ਇਲਨੈਸ ਕੀ ਹੋਏਗੀ। ਜਿਵੇਂ ਮੇਰੀ ਖੋਜ ਫਰਸਟ੍ਰੇਸ਼ਨ ਨਾਲ ਸੰਬੰਧਿਤ ਹੈ, ਤਾਂ ਮੇਰੀ ਖੋਜ ਦੇ ਅਕੋਰਡਿੰਗ ਮੈਂਟਲ ਵੈਲਬੀਂਗ ਉਹ ਹੈਗੀ ਹੈ ਜਦ ਤੁਹਾਡੇ ਕੋਲ ਫਰਸਟ੍ਰੇਸ਼ਨ, ਨਿਰਾਸ਼ਾ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਹੋਵੇ। ਇਹ ਮੈਂਟਲ ਵੈਲਬੀਂਗ ਹੈ, ਕਿਉਂਕਿ ਸਮਾਜ ਐਸਾ ਹੈ, ਜ਼ਿੰਦਗੀ ਐਸੀ ਹੈ, ਸਾਡੀ ਆਪਣੀ ਅਸੀਂ ਆਪ ਹੁਣ ਐਸੇ ਹਾਂ ਕਿ ਕੋਈ ਨਾ ਕੋਈ ਫਰਸਟ੍ਰੇਸ਼ਨ, ਸਟਰੈਸ ਚੱਲਦਾ ਰਹਿਣਾ ਲਾਈਫ ਵਿੱਚ। ਕੀ ਅਸੀਂ ਉਸਨੂੰ ਬਰਦਾਸ਼ਤ ਕਰ ਪਾ ਰਹੇ ਹਾਂ, ਕੀ ਅਸੀਂ ਬਰਦਾਸ਼ਤ ਨਹੀਂ ਕਰ ਪਾ ਰਹੇ ਹਾਂ? ਜੇ ਨਹੀਂ ਕਰ ਪਾ ਰਹੇ ਹਾਂ ਤਾਂ ਉਹਦੇ ਰਿਗਾਰਡਿੰਗ ਇੱਕ ਇੰਟਰਵੈਂਸ਼ਨ ਹੈਗੀ ਹੈ ਜਿਸਨੂੰ ਅਸੀਂ ਸਾਈਕੋਲੋਜੀ 'ਚ ਕਹਿੰਦੇ ਹਾਂ ਰੈਸ਼ਨਲ ਇਮੋਟਿਵ ਬਿਹੇਵੀਅਰ ਥੈਰੇਪੀ, REBT। ਅਤੇ ਉਹਦੇ ਵਿੱਚ ਲੋਕਾਂ ਦੇ ਵਿਚਾਰਾਂ 'ਤੇ ਕੰਮ ਕੀਤਾ ਜਾਂਦਾ ਹੈ। ਯਾਨੀ ਤੁਹਾਨੂੰ ਇੱਕ ਬਿਲੀਫ ਹੈ ਕਿ ਜੇ ਮੇਰੇ ਮਾਂ ਬਾਪ ਬਿਮਾਰ ਹੈ, ਜੇ ਮੈਂ ਉਹਨਾਂ ਕੋਲ ਸਮੇਂ ਸਿਰ ਨਹੀਂ ਪਹੁੰਚਿਆ ਤਾਂ ਮੈਂ ਚੰਗਾ ਪੁੱਤਰ ਨਹੀਂ ਹਾਂ। ਇਹ ਸਾਡੇ ਦਿਮਾਗ 'ਚ ਹੈ। ਇਹ ਜਿਹੜਾ ਇੱਕ ਥੋਟ ਹੈ,
ਇਹ ਤੁਹਾਨੂੰ ਲਿਜਾਏਗਾ ਇਸ ਵੱਲ ਕਿ ਮੈਨੂੰ ਚੰਗਾ ਲੜਕਾ ਬਣਨਾ ਹੈ, ਮੈਨੂੰ ਉਹਨਾਂ ਕੋਲ ਪਹੁੰਚਣਾ ਹੀ ਹੈ, ਚਾਹੇ ਮੈਂ ਆਪ ਬਿਮਾਰ ਹੋ ਜਾਂ ਜਾਂ ਮੈਂ ਕਿਸੇ ਗੱਲ ਕਰਕੇ, ਟ੍ਰੈਫਿਕ ਕਰਕੇ, ਕੋਵਿਡ ਕਰਕੇ ਮੈਂ ਨਹੀਂ ਪਹੁੰਚ ਸਕਿਆ, ਦੈਟ ਮੀਨਸ ਆਈ ਐਮ ਅ ਫੇਲੀਅਰ, ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ, ਮੈਂ ਤਾਂ ਚੰਗਾ ਬਣਿਆ ਹੀ ਨਹੀਂ। ਇਹ ਜਿਹੜੇ ਸਾਡੇ ਦਿਮਾਗ ਵਿੱਚ ਕੁਝ ਚੀਜ਼ਾਂ ਵਸ ਜਾਂਦੀਆਂ, ਅਸੀਂ ਇਹਨਾਂ ਨੂੰ REBT ਦੇ ਥਰੂ ਥੋੜ੍ਹਾ ਰਿਫੋਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡੀ ਆਪਣੇ ਆਪ ਤੋਂ ਜਿਹੜੀ ਉਮੀਦਾਂ ਹੈ ਉਹ ਠੀਕ ਠਾਕ ਹੋਣ, ਬਹੁਤ ਇੰਨੀਆਂ ਜ਼ਿਆਦਾ ਨਾ ਹੋਣ ਕਿ ਸਾਡੇ ਤੇ ਹੀ ਉਹ ਵਾਰ ਕਰਨਾ ਸ਼ੁਰੂ ਕਰ ਦੇਣ। ਮੈਂ ਰਿਕੁਐਸਟ ਕਰਦਾ ਅਮਰਪ੍ਰੀਤ ਕੌਰ ਜੀ ਨੂੰ। ਇਹਨਾਂ ਦਾ ਖੋਜ ਕਾਰਜ ਦਾ ਵਿਸ਼ਾ ਹੈ ਚੈਲੰਜਿੰਗ ਅਸੈਂਸ਼ੀਅਲਿਸਟ ਬਿਲੀਫਸ ਫॉर ਹੈਲਦੀ ਏਜਿੰਗ ਅਮੰਗ ਅਡਲਟਸ, ਅ ਪਰਮਾ ਮਾਡਲ ਇੰਟਰਵੈਂਸ਼ਨ। ਤੇ ਇਹਨਾਂ ਦਾ ਜਿਹੜਾ PhD ਖੋਜ ਕਾਰਜ ਦਾ ਵਿਸ਼ਾ ਹੈ ਉਹ ਇਸ ਕਰਕੇ ਵੀ ਇੰਟਰਸਟਿੰਗ ਹੈ ਕਿ ਜਦੋਂ ਅਸੀਂ ਮਾਨਸਿਕ ਸਿਹਤ ਅਤੇ ਮਾਨਸਿਕ ਤਣਾਅ ਦੀ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਜ਼ਿਆਦਾ ਫੋਕਸ ਰਹਿੰਦਾ ਉਹ ਯੰਗਸਟਰਸ 'ਤੇ ਰਹਿੰਦਾ, ਅਤੇ ਸਾਨੂੰ ਇਹ ਐਵੇਂ ਮਹਿਸੂਸ ਹੋਣ ਲੱਗਦਾ ਹੈ ਕਿ ਸ਼ਾਇਦ ਜਿਹੜੇ ਅਡਲਟਸ ਨੇ ਜਾਂ ਜਿਹੜੇ ਏਜਡ ਪੀਪਲ ਨੇ ਉਹਨਾਂ 'ਚ ਸ਼ਾਇਦ ਮਾਨਸਿਕ ਤਣਾਅ ਜਾਂ ਮਾਨਸਿਕ ਸਿਹਤ ਵਰਗੀਆਂ ਕੋਈ ਗੱਲਾਂ ਹੁੰਦੀਆਂ ਹੀ ਨਹੀਂ। ਸੋ ਮੈਂ ਇਹਨਾਂ ਨੂੰ ਹੁਣ ਰਿਕੁਐਸਟ ਕਰਦਾ ਕਿ ਸਾਨੂੰ ਉਹ ਆਪਣੇ ਖੋਜ ਕਾਰਜ ਬਾਰੇ ਵੀ ਦੱਸਣ ਅਤੇ ਉਹਨਾਂ ਦੇ ਮੁਤਾਬਿਕ ਮਾਨਸਿਕ ਜਿਹੜਾ ਤਣਾਅ ਹੈ ਇਹ ਓਲਡਰ ਅਡਲਟਸ ਕਿਵੇਂ ਅਨਫੋਲਡ ਹੁੰਦਾ ਹੈ। ਥੈਂਕ ਯੂ ਸਰ। ਸੋ ਜਿਵੇਂ ਸਰ ਨੇ ਦੱਸਿਆ, ਮੇਰਾ ਨਾਮ ਅਮਰਪ੍ਰੀਤ ਕੌਰ ਹੈ ਅਤੇ ਬਹੁਤ ਵਧੀਆ ਗੱਲ ਸਰ ਨੇ ਦੱਸੀ ਕਿ ਜੋ ਓਲਡਰ ਅਡਲਟਸ ਜਿਹੜੀ ਇਹ ਪੋਪੂਲੇਸ਼ਨ ਹੈ ਬਜ਼ੁਰਗਾਂ ਵਾਲੀ, ਇਹ ਕਾਫੀ ਨਿਗਲੈਕਟਡ ਹੁੰਦੀ ਹੈ। ਅਸੀਂ ਆਪਣੇ ਰੋਜ਼ ਦੇ ਸਟ੍ਰੈਸਿਸ ਵਿੱਚ, ਆਪਣੀ ਪ੍ਰੋਬਲਮਸ ਵਿੱਚ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਸਾਰੇ ਬੜੇ ਹੋ ਰਹੇ ਹਾਂ ਅਤੇ ਇੱਕ ਦਿਨ ਅਸੀਂ ਵੀ ਉੱਥੇ ਪਹੁੰਚਾਂਗੇ, ਅਤੇ ਅਸੀਂ ਉਹ ਚੀਜ਼ ਨੂੰ ਪੂਰੀ ਤਰ੍ਹਾਂ ਨਿਗਲੈਕਟ ਕਰ ਦਿੰਦੇ ਹਾਂ। ਜਦੋਂ ਮੈਂ ਆਪਣੀ ਸਟੱਡੀ ਸ਼ੁਰੂ ਕਰਨੀ ਸੀ, ਮੈਂ ਆਪਣੇ ਆਸ-ਪਾਸ ਸਾਰੇ ਜਿੰਨੇ ਮੇਰੇ 20 ਤੋਂ 30 ਇਅਰਸ ਵਾਲੇ ਮੇਰੇ ਫਰੈਂਡਸ ਸੀ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਤੁਸੀਂ ਡਰਦੇ ਹੋ ਬੁੜੇ ਹੋਣ ਤੋਂ? ਕੀ ਤੁਹਾਨੂੰ ਓਲਡ ਏਜ ਦਾ ਕੋਈ ਡਰ ਹੈ? ਐਵੇਂ ਤੁਹਾਨੂੰ ਦੱਸ ਸਕਦੀ ਹਾਂ ਉਹਨਾਂ 'ਚੋਂ 90% ਨੇ ਇਹ ਕਿਹਾ ਕਿ ਹਾਂ ਸਾਨੂੰ ਡਰ ਲੱਗਦਾ ਹੈ ਬੁੜੇ ਹੋਣ ਤੋਂ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਡਰ ਕਿਉਂ ਲੱਗਦਾ? ਤਾਂ ਉਹਨਾਂ ਦੇ ਬਹੁਤ ਡਿਫਰੈਂਟ ਰੀਜ਼ਨ ਸੀ ਉਹਨਾਂ ਨੂੰ ਕਿਉਂ ਡਰ ਲੱਗਦਾ। ਇੱਕ ਨੇ ਕਿਹਾ ਕਿ ਮੈਨੂੰ ਡੈਥ ਤੋਂ ਡਰ ਲੱਗਦਾ ਕਿ ਮੈਂ ਮਰਨਾ ਨਹੀਂ ਚਾਹੁੰਦੀ। ਇੱਕ ਨੇ ਕਿਹਾ ਕਿ ਮੈਂ ਜਿਸ ਤਰ੍ਹਾਂ ਹੁਣ ਦਿਖਦੀ ਹਾਂ ਮੈਨੂੰ ਬਹੁਤ ਕੰਪਲੀਮੈਂਟਸ ਮਿਲਦੇ ਨੇ, ਲੋਕੀ ਬਹੁਤ ਮੈਨੂੰ ਅਪਰੀਸ਼ੀਏਟ ਕਰਦੇ ਨੇ, ਬਹੁਤ ਕਿਊਟ ਕਹਿੰਦੇ ਨੇ, ਪਰ ਅਗਰ ਮੈਂ ਬੁੜੀ ਹੋ ਜਾਊਂਗੀ ਤਾਂ ਉਹ ਚੀਜ਼ ਨਹੀਂ ਰਹਿਣੀ, ਤਾਂ ਉਹ ਮੈਨੂੰ ਨਹੀਂ ਚਾਹੀਦਾ। ਤਾਂ ਕਰਕੇ ਮੈਂ ਬੁੜੀ ਨਹੀਂ ਹੋਣਾ ਚਾਹੁੰਦੀ, ਮੈਂ ਉਹ ਚੀਜ਼ ਨੂੰ ਜਿੰਨਾ ਟਾਲ ਸਕਾਂ ਮੈਂ ਉਹਨੂੰ ਟਾਲਣਾ ਚਾਹੂੰਗੀ। ਕੁਝ ਨੇ ਕਿਹਾ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਦੂਜਿਆਂ ਦੇ ਉੱਤੇ ਡਿਪੈਂਡੈਂਟ ਹੋ ਜਾਂਦੇ ਨੇ ਜਾਂ ਉਹ ਕਿਸੇ ਮੰਜੇ 'ਤੇ ਪਏ ਰਹਿੰਦੇ ਨੇ, ਅਤੇ ਉਹ ਚੀਜ਼ ਤੋਂ ਮੈਨੂੰ ਬਹੁਤ ਡਰ ਲੱਗਦਾ। ਤਾਂ ਐਵੇਂ ਬਹੁਤ ਸਾਰੀਆਂ ਰੀਜ਼ਨਸ ਸੀ ਜਿਹਦੇ ਕਰਕੇ ਲੋਕਾਂ ਨੇ ਕਿਹਾ ਕਿ ਉਹ ਬੁੜੇ ਹੀ ਨਹੀਂ ਹੋਣਾ ਚਾਹੁੰਦੇ, ਵੀ ਜਿੰਨਾ ਹੋ ਸਕੇ ਉਹ ਉਹਨੂੰ ਟਾਲ ਲੈਣ। ਅਗਰ ਤੁਸੀਂ TV ਚਲਾਓ ਤਾਂ ਬਹੁਤ ਸਾਰੀ ਇੱਦਾਂ ਦੀ ਐਡਸ ਵੀ ਆਉਂਦੀਆਂ ਨੇ ਜੋ ਤੁਹਾਨੂੰ ਕਹਿਣਗੀਆਂ ਕਿ ਤੁਸੀਂ ਆਪਣੇ ਵਾਲ ਕਾਲੇ ਕਰ ਲਓ, ਜੋ ਤੁਹਾਨੂੰ ਕਹਿਣਗੀਆਂ ਕਿ ਐਂਟੀ ਏਜਿੰਗ ਕਰੀਮ ਹੈ ਤੁਸੀਂ ਇਹ ਲਗਾ ਲਓ, ਇੱਦਾਂ ਦੇ ਬਹੁਤ ਸਾਰੇ ਪ੍ਰੋਡਕਟਸ ਹੈ। ਤਾਂ ਇਹ ਇੱਕ ਚੀਜ਼ ਹੈ ਕਿ ਆਪਾਂ ਉਹ ਚੀਜ਼ ਨੂੰ ਜਿੰਨਾ ਹੋ ਸਕੇ ਉਹਨੂੰ ਡਿਨਾਈ ਕਰਨਾ ਚਾਹੁੰਦੇ ਹਾਂ, ਉਹਨੂੰ ਆਪਾਂ ਆਪਣੇ ਤੋਂ ਦੂਰ ਰੱਖਣਾ ਚਾਹੁੰਦੇ ਹਾਂ। ਬਟ ਇਟ ਇਜ਼ ਸੈਡ ਕਿ ਇਫ ਗੋਡ ਮੇਡ ਇਟ ਤਾਂ ਉਹਦਾ ਕੋਈ ਮਤਲਬ ਹੋਣਾ। ਅਗਰ ਬੁਢਾਪਾ ਬਣਾਇਆ ਰੱਬ ਨੇ ਤਾਂ ਉਸਦਾ ਕੋਈ ਰੀਜ਼ਨ ਹੋਣਾ। ਇਟ ਡਜ਼ਨਟ ਮੀਨ ਕਿ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਜਾਂ ਉਹ ਮੈਟਰ ਨਹੀਂ ਕਰਦੇ। ਸੋ ਇੱਕ ਮੇਰੇ ਕੋਲ ਸਟੈਟਿਸਟਿਕਸ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰ, ਬਟ ਬਿਫੋਰ ਦੈਟ ਮੈਂ ਤੁਹਾਨੂੰ ਇਹ ਦੱਸੂੰਗੀ ਕਿ ਬਜ਼ੁਰਗ ਕਹਿੰਦੇ ਕਿਹਨੂੰ ਹੈ ਅਲੱਗ-ਅਲੱਗ ਕਲਚਰਸ ਦੇ ਵਿੱਚ। ਸੋ ਜਿਹੜੇ ਆਪਣੇ ਕਲਚਰਸ ਨੇ ਉਹ ਅਕਸਰ ਇਹ ਕਹਿੰਦੇ ਨੇ ਕਿ ਜਦੋਂ ਤੁਸੀਂ 65 ਦੇ ਹੋਗੇ ਉਸ ਤੋਂ ਬਾਅਦ ਤੁਸੀਂ ਬਜ਼ੁਰਗ ਮੰਨੇ ਜਾਓਗੇ। ਬਟ ਇਹ ਜਿਹੇ ਵੀ ਦੁਨੀਆ ਵਿੱਚ ਜਿਹੜੇ ਕਹਿੰਦੇ ਨੇ ਕਿ ਜਦ ਤੱਕ ਤੁਸੀਂ ਸਮਾਜ ਵਿੱਚ ਕੁਝ ਕਰ ਸਕਦੇ ਹੋ ਅਸੀਂ ਤੁਹਾਨੂੰ ਓਲਡ ਨਹੀਂ ਮੰਨਾਂਗੇ। ਜਦ ਤੱਕ ਤੁਸੀਂ ਕੰਟਰੀਬਿਊਟ ਕਰ ਪਾ ਰਹੇ ਹੋ, ਕੁਝ ਦੇ ਪਾ ਰਹੇ ਹੋ ਤਾਂ ਤੁਸੀਂ ਯੰਗ ਹੋ, ਠੀਕ ਹੈ, ਇਟ ਇਜ਼ ਓਕੇ। ਸੋ ਦੇਰ ਇਜ਼, ਅਗਰ ਤੁਸੀਂ ਨੋਟਿਸ ਕੀਤਾ ਹੋਵੇ ਪਹਿਲਾਂ ਜਿਵੇਂ ਸੀ ਇੰਨੀ ਲੰਬੀਆਂ ਉਮਰਾਂ ਨਹੀਂ ਹੁੰਦੀਆਂ ਸੀ, ਹੁਣ ਲੋਕੀ 100 ਤੋਂ ਉੱਪਰ ਤੱਕ ਜੀ ਰਹੇ ਨੇ ਆਰਾਮ ਨਾਲ। ਤਾਂ ਉਹ ਇੱਕ ਪੋਜ਼ਿਟਿਵ ਸ਼ਿਫਟ ਨੋਟ ਕੀਤਾ ਗਿਆ ਹੈ ਸਟੱਡੀਜ਼ ਵਿੱਚ। WHO ਨੇ ਨੋਟ ਕੀਤਾ ਹੈ ਕਿ ਜੋ ਹੁਣ ਪੋਪੂਲੇਸ਼ਨ ਹੈ ਵਰਲਡ ਦੀ ਉਹਦੇ 'ਚੋਂ 8% ਹੈਗੀ ਹੈ ਜੋ ਉਹ ਬਜ਼ੁਰਗਾਂ ਦੀ ਹੈ। ਬਟ ਉਹ ਕਹਿੰਦੇ 2050 ਤੱਕ ਇਹ ਪੋਪੂਲੇਸ਼ਨ ਡਬਲ ਹੋ ਜੂਗੀ, ਇਹ ਪੋਪੂਲੇਸ਼ਨ ਡਬਲ ਹੋ ਜਾਏਗੀ ਤਾਂ ਇਹ 17% ਹੋ ਜੂਗੀ। ਤਾਂ ਉਹ ਕਹਿੰਦੇ ਹੈ ਕਿ WHO ਦੀ ਜੋ ਰਿਪੋਰਟ ਆਈ ਸੀਗੀ ਇਨ 2013, ਉਹ ਕਹਿੰਦੇ ਕਿ ਜਿਹੜੇ ਆਪਣੇ ਯੰਗਸਟਰਸ ਨੇ ਉਹਨਾਂ ਨੂੰ ਇਹ ਪੋਪੂਲੇਸ਼ਨ ਪਾਰ ਕਰ ਜੂਗੀ, ਜਿਸ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦਾ ਖਿਆਲ ਰੱਖਣਾ ਹੈ ਉਹ ਜ਼ਿਆਦਾ ਹੋ ਜਾਣਗੇ ਅਤੇ ਖਿਆਲ ਰੱਖਣ ਵਾਲੇ ਘੱਟ ਹੋ ਜਾਣਗੇ। ਅਤੇ ਅਗਰ ਆਪਾਂ ਇਹ ਦੇਖੀਏ ਕਿ ਹਾਂ ਉਮਰ ਵੱਧ ਰਹੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਬਿਮਾਰੀਆਂ ਨਾਲ ਜ਼ਿਆਦਾ ਦੇਰ ਜੀਣਾ ਹੈ। ਸਾਨੂੰ ਆਪਣੀ ਲਾਈਫ ਵਿੱਚ ਕੁਝ ਕੁਆਲਿਟੀ ਐਡ ਕਰਨ ਦੀ ਲੋੜ ਹੈ।
ਤਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਹੁਤ ਹੀ ਨਿਗਲੈਕਟਡ ਕਾਈਂਡ ਆਫ ਪੋਪੂਲੇਸ਼ਨ ਮੰਨਿਆ ਜਾਂਦਾ, ਉਹਨਾਂ ਨੂੰ ਇਕਨੋਮਿਕਸ ਦੇ ਉੱਤੇ ਬਰਡਨ ਮੰਨਿਆ ਜਾਂਦਾ ਹੈ ਕਿ ਇਹ ਕੰਟਰੀਬਿਊਟ ਤਾਂ ਕਰ ਨਹੀਂ ਸਕਦੇ ਇਕਨੋਮੀ ਨੂੰ, ਬਟ ਇਹ ਸਾਡੇ ਤੋਂ ਹੈਲਥ ਕੇਅਰ ਦੇ ਇੰਸ਼ੋਰੈਂਸ ਵਗੈਰਾ ਬਹੁਤ ਲੈਂਦੇ ਨੇ, ਤਾਂ ਉਹਨਾਂ ਨੂੰ ਉਹ ਬਰਡਨ ਮੰਨਿਆ ਜਾਂਦਾ ਹੈ। ਸੋ ਅ ਪਰਸਨ ਜਿਹਨੇ ਆਪਣੀ ਸਾਰੀ ਲਾਈਫ ਸੋਸਾਇਟੀ ਲਈ ਇੰਨਾ ਕੀਤਾ, ਉਹ ਇਹ ਡਿਜ਼ਰਵ ਨਹੀਂ ਕਰਦੇ ਕਿ ਉਹਨਾਂ ਨੂੰ ਆਪਾਂ ਐਵੇਂ ਨਿਗਲੈਕਟ ਕਰੀਏ ਤੇ ਉਹਨਾਂ ਨੂੰ ਐਵੇਂ ਇੱਕ ਬਰਡਨ ਮੰਨੀਏ। ਸੋ ਮੇਰੀ ਜੋ ਸਟੱਡੀ ਹੈ ਉਹ ਫੋਕਸ ਕਰਦੀ ਹੈ ਨਜ਼ਰੀਏ ਤੇ, ਕਿ ਆਪਣਾ ਨਜ਼ਰੀਆ ਜੋ ਹੈ ਉਹ ਆਪਣੀ ਲਾਈਫ ਨੂੰ ਬਹੁਤ ਸ਼ੇਪ ਕਰਦਾ ਹੈ। ਤਾਂ ਅਗਰ ਮੈਂ ਆਪਣੀ ਲਾਈਫ ਨੂੰ ਥੋੜਾ ਸਟੀਰੀਓਟਿਪਿਕਲੀ ਦੇਖ ਰਹੀ ਹਾਂ ਤਾਂ ਉਹਦਾ ਇੱਕ ਨੈਗੇਟਿਵ ਇੰਪੈਕਟ ਰਿਸਰਚਸ ਦੱਸਦੀਆਂ ਨੇ ਹੁੰਦਾ ਹੈ। ਸੋ ਜਿਵੇਂ ਸਰ ਨੇ ਮੇਰਾ ਟੌਪਿਕ ਦੱਸਿਆ ਚੈਲੰਜਿੰਗ ਐਸੈਂਸ਼ੀਅਲਿਸਟ ਬਿਲੀਵਸ, ਤਾਂ ਉਹ ਬਿਲੀਵਸ ਕਿਹੜੀਆਂ ਨੇ? ਬਿਲੀਵਸ ਥੋੜੀਆਂ ਸਟੀਰੀਓਟਿਪਿਕਲ ਬਿਲੀਵਸ ਹੁੰਦੀਆਂ ਨੇ ਜੋ ਕਹਿੰਦੀਆਂ ਨੇ ਅਗਰ ਮੈਂ ਕੁੜੀ ਹਾਂ ਤਾਂ ਮੇਰੇ ਲਈ ਆਹ ਚੀਜ਼ਾਂ ਕਰਨੀਆਂ ਨੇ, ਅਗਰ ਮੈਂ ਮੁੰਡਾ ਤਾਂ ਮੈਂ ਆਹੀ ਕਰ ਸਕਦਾ, ਅਗਰ ਮੈਂ ਬੱਚਾ ਤਾਂ ਮੈਂ ਇੱਦਾਂ ਦਾ, ਅਗਰ ਮੈਂ ਬਜ਼ੁਰਗ ਹਾਂ ਤਾਂ ਮੈਂ ਇੱਦਾਂ ਦਾ। ਤਾਂ ਥੋੜੀ ਸਟੀਰੀਓਟਿਪਿਕਲ ਥਿੰਕਿੰਗ ਹੁੰਦੀ ਹੈ। ਤਾਂ ਉਹ ਬਿਲੀਵਸ ਨੂੰ ਅਸੀਂ ਚੈਲੰਜ ਕਰ ਰਹੇ ਹਾਂ ਓਲਡਰ ਅਡਲਟਸ ਦੇ ਵਿੱਚ, ਤਾਂ ਕਿ ਉਹ ਆਪਣੀ ਲਾਈਫ ਨੂੰ ਜਿੱਦਾਂ ਉਹ ਜੀਣਾ ਚਾਹੁੰਦੇ ਨੇ ਬੈਸਟ ਪੋਸੀਬਲ ਵੇ ਵਿੱਚ, ਜਿਹੜੇ ਮਰਜ਼ੀ ਪੁਆਇੰਟ ਆਫ ਟਾਈਮ ਇਨ देयर ਲਾਈਫ ਉਹ ਜੀ ਸਕਣ। ਤਾਂ ਇਹਦੇ ਲਈ ਅਸੀਂ ਇੱਕ ਇੰਟਰਵੈਂਸ਼ਨ ਤਿਆਰ ਕੀਤੀ ਹੈ। ਪਰਮਾ ਮਾਡਲ ਇੱਕ ਵੈਲਬੀਂਗ ਦਾ ਮਾਡਲ ਹੈ। ਜਿਵੇਂ ਕਿ ਮੇਰੀ ਫਰੈਂਡ ਨੇ ਦੱਸਿਆ, ਵੈਲਬੀਂਗ ਬੇਸਿਕਲੀ ਤੁਹਾਡੀ ਮਾਨਸਿਕ ਸਿਹਤ ਹੁੰਦੀ ਹੈ, ਤੁਹਾਡੀ ਇਮੋਸ਼ਨਲ ਹੈਲਥ, ਤੁਹਾਡੀ ਸੋਸ਼ਲ ਹੈਲਥ, ਤੁਹਾਡੇ ਰਿਲੇਸ਼ਨਸ ਕਿੱਦਾਂ ਦੇ ਨੇ, ਤੁਹਾਡੀ ਸਾਈਕੋਲੋਜੀਕਲ ਹੈਲਥ, ਤੁਸੀਂ ਸੋਚ ਪਾ ਰਹੇ ਹੋ, ਤੁਹਾਡੀ ਕੋਗਨੀਟਿਵ ਕੋਈ ਪ੍ਰੋਬਲਮ ਤਾਂ ਨਹੀਂ, ਥਿੰਕਿੰਗ 'ਚ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਹੈ, ਤਾਂ ਉਹ ਹੁੰਦੀ ਹੈ ਵੈਲਬੀਂਗ। ਤਾਂ ਹੁਣ ਪਰਮਾ ਮਾਡਲ ਜੋ ਮੈਂ ਯੂਜ਼ ਕਰ ਰਹੀ ਹਾਂ ਉਹ ਇੱਕ ਵੈਲਬੀਂਗ ਦਾ ਮਾਡਲ ਹੈ ਜਿਹੜਾ ਥੋੜਾ ਹੋਲਿਸਟਿਕ ਮਾਡਲ ਹੈ। ਉਹ ਇੱਕ ਤਰੀਕੇ ਤੋਂ ਨਹੀਂ, ਉਹ ਬਹੁਤ ਤਰੀਕੇ ਤੋਂ ਵੈਲਬੀਂਗ ਨੂੰ ਦੇਖਦਾ ਹੈ। ਤਾਂ ਉਹਦੇ ਵਿੱਚ 5 ਐਲੀਮੈਂਟ ਆਉਂਦੇ ਨੇ। ਤਾਂ ਉਹ ਜਿਹੜੇ ਮਾਰਟਨ ਸਿਲਿਗਮਨ ਨੇ, ਜਿਨ੍ਹਾਂ ਨੇ ਇਹਨਾਂ ਨੇ ਮਾਡਲ ਡਿਵੈਲਪ ਕੀਤਾ ਸੀ 2011 ਵਿੱਚ, ਉਹਨਾਂ ਨੇ ਕਿਹਾ ਕਿ ਅਗਰ ਇੱਕ ਬੰਦੇ ਦੀ ਲਾਈਫ ਵਿੱਚ ਪੋਜ਼ਿਟਿਵ ਇਮੋਸ਼ਨਸ ਨੇ, ਜੋ ਕਿ ਪਰਮਾ ਦਾ P ਹੈ, ਕਿ ਅਗਰ ਉਹ ਖੁਸ਼ ਹੈ, ਅਗਰ ਉਹ ਸੰਤੁਸ਼ਟ ਹੈ ਤੇ ਅਗਰ ਉਹਨੂੰ ਗਰਵ ਮਹਿਸੂਸ ਹੁੰਦਾ ਹੈ, ਤਾਂ ਉਹਦੀ ਜੋ ਵੈਲਬੀਂਗ ਹੈ ਉਹ ਅੱਛੀ ਹੋਊਗੀ। ਫਿਰ ਉਹ ਕਹਿੰਦੇ ਕਿ ਇੰਗੇਜਮੈਂਟ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ। ਇੰਗੇਜਮੈਂਟ ਉਹ ਐਵੇਂ ਡਿਫਾਈਨ ਕਰਦੇ ਨੇ ਕਿ ਜਦੋਂ ਤੁਸੀਂ ਕਿਸੇ ਕੰਮ ਵਿੱਚ ਖੁੱਭ ਜਾਂਦੇ ਹੋ, ਪੂਰਾ ਰੁੱਝ ਕੇ ਕੋਈ ਕੰਮ ਕਰਦੇ ਹੋ, ਇਹਦਾ ਕੋਈ ਇੰਪੋਰਟੈਂਟ ਨਹੀਂ ਹੁੰਦਾ ਕਿ ਉਹ ਕੰਮ ਤੁਹਾਡੇ ਲਈ ਅਹਿਮੀਅਤ ਰੱਖਦਾ ਕਿ ਨਹੀਂ, ਪਰ ਤੁਸੀਂ ਕਿਸੇ ਕੰਮ 'ਚ ਰੁੱਝੇ ਹੋਏ ਹੋ ਤੇ ਕਰ ਰਹੇ ਹੋ। ਤੁਸੀਂ ਐਗਜ਼ਾਮ ਦੇ ਟਾਈਮ ਤਿਆਰੀ ਕਰਦੇ ਹੋ, ਜ਼ਰੂਰ ਆਪਣੇ ਪੇਰੈਂਟਸ ਨੂੰ ਕਿਹਾ ਹੋਣਾ ਵੀ ਨਹੀਂ ਮੇਰਾ ਫਲੋ ਬਣਿਆ ਹੋਇਆ, ਹਲੇ ਨਾ ਮੈਨੂੰ ਰੋਕੋ, ਹਲੇ ਨਾ ਬੁਲਾਓ। ਉਹ ਫਲੋ ਹੈ ਜਿਸ ਨੂੰ ਅਸੀਂ ਇੰਗੇਜਮੈਂਟ ਕਹਿੰਦੇ ਹਾਂ। ਤਾਂ ਉਹ ਕਹਿੰਦੇ ਨੇ ਜਿਨ੍ਹਾਂ ਦੇ ਇਹੋ ਜਿਹੇ ਐਕਸਪੀਰੀਐਂਸਿਸ ਫਲੋ ਵਾਲੇ ਹੋਣਗੇ ਉਹਨਾਂ ਦੀ ਵੈਲਬੀਂਗ ਅੱਛੀ ਹੋਊਗੀ। ਫਿਰ ਉਹ ਗੱਲ ਕਰਦੇ ਨੇ ਰਿਲੇਸ਼ਨਸ਼ਿਪਸ ਦੀ, ਜੋ ਕਿ ਪਰਮਾ ਦਾ R ਹੈ। ਰਿਲੇਸ਼ਨਸ਼ਿਪਸ ਵਿੱਚ ਸਿਲਿਗਮਨ ਦੇ ਅਕੋਰਡਿੰਗ ਤੁਹਾਨੂੰ ਇੱਕ ਪੋਜ਼ਿਟਿਵ ਤੇ ਇੱਕ ਹੈਲਦੀ ਰਿਲੇਸ਼ਨਸ਼ਿਪ ਚਾਹੀਦਾ ਹੈ, ਜੋ ਤੁਹਾਨੂੰ ਪਤਾ ਹੈ ਕਿ ਉਹ ਤੁਹਾਡੇ ਨਾਲ ਖੜਨਗੇ, ਜੇ ਤੁਹਾਨੂੰ ਲੋੜ ਪਈ ਉਹ ਤੁਹਾਨੂੰ ਸਹਾਰਾ ਦੇਣਗੇ, ਤੇ ਉਹ ਤੁਹਾਡੇ ਬਾਰੇ ਅੱਛਾ ਸੋਚਦੇ ਨੇ, ਤੇ ਉਹ ਤੁਹਾਨੂੰ ਕਿਸੇ ਸਹੀ ਰਾਹ ਪਾਉਣਗੇ। ਉੱਦਾਂ ਦਾ ਇੱਕ ਪੋਜ਼ਿਟਿਵ ਤੇ ਹੈਲਦੀ ਰਿਲੇਸ਼ਨਸ਼ਿਪ ਘੱਟੋ ਘੱਟ ਇੱਕ ਬਹੁਤ ਜ਼ਰੂਰੀ ਹੁੰਦਾ ਹੈ ਹਰ ਬੰਦੇ ਲਈ। ਤੇ ਫਿਰ ਆਉਂਦੀ ਹੈ ਗੱਲ ਮੀਨਿੰਗ ਦੀ, ਜੋ ਪਰਮਾ ਦਾ M ਹੈ ਉਹ ਹੈ ਮੀਨਿੰਗ। ਮੀਨਿੰਗ ਦਾ ਮਤਲਬ ਹੈ ਕਿ ਤੁਹਾਡੀ ਲਾਈਫ ਦਾ ਕੀ ਮਕਸਦ ਹੈ। ਅਕਸਰ ਇਹ ਦੇਖਿਆ ਜਾਂਦਾ ਕਿ ਜਦੋਂ ਲੋਕਾਂ ਨੂੰ ਇਹ ਰਿਅਲਾਈਜ਼ ਹੋ ਜਾਂਦਾ ਹੈ ਕਿ ਮੇਰੇ ਤੋਂ ਬਾਹਰ ਵੀ ਦੁਨੀਆ ਹੈ, ਹਾਂ ਮੈਂ ਇੰਪੋਰਟੈਂਟ ਹਾਂ ਪਰ ਬਾਕੀ ਵੀ ਇੰਪੋਰਟੈਂਟ ਨੇ, ਤੇ ਤੁਸੀਂ ਕਿਸੇ ਹੋਰ ਲਈ ਆਪਣੇ ਤੋਂ ਹਟ ਕੇ ਕੁਝ ਕਰ ਪਾ ਰਹੇ ਹੋ, ਉਹ ਤੁਹਾਡੀ ਲਾਈਫ ਨੂੰ ਮੀਨਿੰਗ ਦਿੰਦਾ ਹੈ, ਇੱਕ ਤੁਹਾਡੀ ਲਾਈਫ ਨੂੰ ਇੱਕ ਮਕਸਦ ਦਿੰਦਾ ਹੈ, ਤੁਹਾਨੂੰ ਸਵੇਰ ਨੂੰ ਉੱਠਣ ਦਾ ਇੱਕ ਰੀਜ਼ਨ ਦਿੰਦਾ ਹੈ। ਉਹ ਇੱਕ ਮੀਨਿੰਗ, ਜਿਸ ਨੂੰ ਆਪਣੀ ਲਾਈਫ ਦੇ ਵਿੱਚ ਕੋਈ ਮੀਨਿੰਗ ਲੱਗਦਾ ਹੈ ਅਕੋਰਡਿੰਗ ਟੂ ਸਿਲਿਗਮਨ, ਉਹ ਬੰਦਾ ਵੈਲਬੀਂਗ ਤੇ ਹਾਈ ਹੋਊਗਾ। ਤੇ ਲਾਸਟ ਕੰਪੋਨੈਂਟ ਇਹਨਾਂ ਦਾ ਹੈਗਾ ਅਕੰਪਲਿਸ਼ਮੈਂਟ। ਹੁਣ ਗੋਲਸ ਆਪਣੇ ਸਾਰਿਆਂ ਦੇ ਹੁੰਦੇ ਨੇ, ਤਾਂ ਗੋਲਸ ਦੇ ਅਕੋਰਡਿੰਗ ਉਹ ਕਹਿੰਦੇ ਨੇ ਕਿ ਜਿਹੜੇ ਗੋਲਸ ਨੇ ਉਹ ਆਪਣੀ ਲਾਈਫ ਨੂੰ ਇੱਕ ਡਾਇਰੈਕਸ਼ਨ ਦਿੰਦੇ ਨੇ, ਆਪਾਂ ਨੂੰ ਕੁਝ ਦਿੰਦੇ ਨੇ ਕਿ ਆਪਾਂ ਕੁਝ ਚੀਜ਼ ਨੂੰ ਲੁੱਕ ਫਾਰਵਰਡ ਕਰੀਏ, ਮੈਂ ਕੁਝ ਅਚੀਵ ਕਰਨਾ ਚਾਹੁੰਦਾ। ਤਾਂ ਉਹ ਅਕੰਪਲਿਸ਼ਮੈਂਟਸ ਮੈਨੂੰ ਮਾਸਟਰੀ ਦੀ ਫੀਲਿੰਗ ਵੀ ਦਿੰਦੇ ਨੇ, ਮੈਨੂੰ ਪ੍ਰਾਈਡ ਦੀ ਫੀਲਿੰਗ ਵੀ ਦਿੰਦੇ ਨੇ, ਮੈਨੂੰ ਸਕਸੈਸ ਦੀ ਫੀਲਿੰਗ ਵੀ ਦਿੰਦੇ ਨੇ। ਐਂਡ ਸਿਲਿਗਮਨ ਸੇਜ਼ ਕਿ ਇਹ ਚੀਜ਼ਾਂ ਆਪਣੇ ਲਈ ਜ਼ਰੂਰੀ ਨੇ ਅਗਰ ਆਪਾਂ ਵੈਲਬੀਂਗ ਤੇ ਹਾਈ ਹੋਣਾ ਚਾਹੁੰਦੇ ਹਾਂ। ਸੋ ਦਿਸ ਇਜ਼ ਬੇਸਿਕਲੀ ਮਾਈ ਰਿਸਰਚ। ਇਹਦੇ ਤੇ ਬੇਸਡ ਅਸੀਂ ਇੱਕ ਇੰਟਰਵੈਂਸ਼ਨ ਬਣਾਈ ਹੈ, ਜਿਸ ਦੇ ਵਿੱਚ ਅਸੀਂ ਬਜ਼ੁਰਗਾਂ ਨੂੰ ਬਹੁਤ ਛੋਟੀ ਛੋਟੀ ਐਕਟੀਵਿਟੀਜ਼ ਜਿਹੜੀਆਂ ਉਹ ਕਰ ਸਕਦੇ ਨੇ ਉਹ ਕਰਾਉਣਾ ਚਾਹਾਂਗੇ, ਕਿਉਂਕਿ ਇਹ ਜੋ ਚੀਜ਼ਾਂ ਨੇ, ਜੋ ਇਹ ਸਟੀਰੀਓਟਾਈਪਸ ਨੇ, ਇਹ ਆਪਣੀ ਰੋਜ਼ ਦੀ ਲੈਂਗੁਏਜ ਤੋਂ ਬਣਦੇ ਨੇ, ਰੋਜ਼ ਜੋ ਆਪਾਂ ਚੀਜ਼ਾਂ ਦੇਖਦੇ ਹਾਂ ਸੁਣਦੇ ਹਾਂ ਉਹਨਾਂ ਤੋਂ ਬਣਦੇ ਨੇ। ਤਾਂ ਅਗਰ ਇਹ ਛੋਟੀ ਛੋਟੀ ਚੀਜ਼ਾਂ ਇਹਨਾਂ ਨੂੰ ਬਣਾ ਸਕਦੀਆਂ ਨੇ, ਤਾਂ ਇਹ ਛੋਟੀ ਛੋਟੀ ਚੀਜ਼ਾਂ ਇਹਨਾਂ ਨੂੰ ਤੋੜ ਵੀ ਸਕਦੀਆਂ ਨੇ। ਤਾਂ ਇਸ ਜੋ ਸਟੱਡੀ ਹੈ ਇਹਦਾ ਬਸ ਇੱਕ ਛੋਟਾ ਜਿਹਾ ਪਰਪਸ ਹੈ ਕਿ ਅਸੀਂ ਜੋ ਸਾਡੇ ਬਜ਼ੁਰਗ ਨੇ ਉਹਨਾਂ ਦੇ ਮਨ ਦੇ ਵਿੱਚ ਜੋ ਇਹ ਧਾਰਨਾਵਾਂ ਬਣੀਆਂ ਹੋਈਆਂ ਨੇ ਕਿ ਹੁਣ ਮੇਰੇ ਤੋਂ ਆਹ ਕੰਮ ਨਹੀਂ ਹੁੰਦਾ, ਹੁਣ ਮੈਂ ਭੁੱਲ ਜਾਣਾ, ਇਹ ਸਭ, ਉਹ ਸਾਰੀ ਚੀਜ਼ਾਂ ਤੇ ਉਹ ਮਾੜਾ ਜਿਹਾ ਸ਼ੱਕ ਕਰ ਸਕਣ। ਉਹ ਧਾਰਨਾਵਾਂ ਦੇ ਵਿੱਚ ਇੱਕ ਸ਼ੱਕ ਦਾ ਬੂਟਾ ਅਸੀਂ ਲਾਉਣਾ ਚਾਹੁੰਦੇ ਹਾਂ, ਹੋਰ ਕੁਝ ਨਹੀਂ। ਕਿਉਂਕਿ ਅਗਰ ਅਸੀਂ ਉਹ ਲਾਤਾ, ਉਹ ਆਪੇ ਹੀ ਟ੍ਰਿਗਰ ਕਰ ਲੈਣਗੇ ਕਿ ਹਾਂ ਅਗਰ ਮੈਂ ਇਹ ਕਰ ਲਿਆ, ਅਗਰ ਮੇਰੇ ਕੋਲ ਪ੍ਰੂਫ ਹੈ ਕਿ ਮੈਂ ਇਹ ਕਰ ਸਕਦਾ, ਫਿਰ ਮੈਂ ਕਿਉਂ ਨਹੀਂ ਕਰ ਰਿਹਾ ਸੀ।
ਇੱਕ ਬਹੁਤ ਫੇਮਸ ਸਟੱਡੀ ਹੋਈ ਸੀ ਜਿਹਨੂੰ ਕਾਊਂਟਰ ਕਲੌਕਵਾਈਜ਼ ਸਟੱਡੀ ਕਹਿੰਦੇ ਨੇ, ਤੇ ਉਹਦੇ ਵਿੱਚ ਜੋ ਸਾਇੰਟਿਸਟ ਸੀਗੇ ਉਹਨਾਂ ਨੇ ਇੱਕ 80 ਇਅਰਸ ਦਾ ਗਰੁੱਪ ਸੀਗਾ, 80 ਈਅਰ 올ਡ ਦਾ, ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਹਫ਼ਤੇ ਵਾਸਤੇ ਇਸ ਘਰ ਵਿੱਚ ਰਹਿਣਾ ਹੈ। ਹੁਣ ਇਹ ਸਟੱਡੀ ਹੋਈ ਸੀ 1979 ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਇਹ ਘਰ ਅਸੀਂ ਐਵੇਂ ਬਣਾਇਆ ਜਿਵੇਂ ਕਿ ਇਹ 1959 ਦਾ ਘਰ ਹੋਵੇ, ਮਤਲਬ 20 ਸਾਲ ਪਹਿਲਾਂ। ਤੇ ਉਹਨਾਂ ਨੇ ਕਿਹਾ ਤੁਸੀਂ ਜੀਣਾ ਵੀ ਐਵੇਂ ਹੀ ਹੈ ਜਿਵੇਂ ਤੁਸੀਂ 20 ਸਾਲ ਪਹਿਲਾਂ ਜੀਂਦੇ ਸੀ, ਤੁਸੀਂ ਅਖਬਾਰ ਵੀ ਉਦੋਂ ਦੇ ਹੀ ਪੜ੍ਹਨੇ ਨੇ, ਉਹੀ ਆਉਣਗੇ, ਟੀਵੀ ਤੇ ਉਹੀ ਚੱਲੂਗਾ, ਰੇਡੀਓ ਤੇ ਉਹੀ ਚੱਲੂ, ਗਾਣੇ ਵੀ ਉਹੀ ਚੱਲਣਗੇ, ਤੇ ਤੁਹਾਨੂੰ ਕੋਈ ਵੀ ਨੌਕਰ ਚਾਕਰ ਕੋਈ ਹੈਲਪ ਨਹੀਂ ਦਿੱਤੀ ਜਾਊਗੀ, ਤੁਸੀਂ ਆਪ ਰਹਿਣਾ ਹੈ। ਹੁਣ ਤੁਸੀਂ ਇਮੇਜਿਨ ਕਰੋ 80 ਈਅਰ 올ਡ ਦੇ ਜਿਹੜੇ ਬਜ਼ੁਰਗ ਸੀਗੇ ਉਹ ਇਕੱਲੇ ਖੁਦ ਰਹਿ ਰਹੇ ਸੀ, ਤੇ ਜਿਹੜੇ ਸਾਇੰਟਿਸਟ ਸੀ ਉਹਨਾਂ ਨੇ ਉਹਨਾਂ ਦੀ ਫੋਟੋਆਂ ਲਈਆਂ ਇੱਕ ਹਫ਼ਤਾ ਪਹਿਲਾਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਘਰ 'ਚ ਰੱਖਿਆ ਤੇ ਹਫ਼ਤਾ ਬਾਅਦ ਲਈਆਂ, ਤੇ ਉਹ ਫੋਟੋਆਂ ਉਹਨਾਂ ਨੇ ਲੋਕਾਂ ਨੂੰ ਦਿਖਾਈਆਂ ਜਿਹੜੇ ਉਹਨਾਂ ਨੂੰ ਨਹੀਂ ਜਾਣਦੇ ਸੀ, ਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਲੱਗਦਾ ਇਹਨਾਂ 'ਚੋਂ ਕਿਹੜਾ ਯੰਗ ਹੈ, ਤਾਂ ਉਹਨਾਂ ਨੇ ਸਭ ਨੇ ਮੈਕਸਿਮਮ ਲੋਕਾਂ ਨੇ ਇਹ ਕਿਹਾ ਕਿ ਜਿਹੜੀ ਫੋਟੋ ਬਾਅਦ ਵਾਲੀ ਹੈ ਉਹ ਯੰਗ ਹੈ। ਤੇ ਉਹ ਚੀਜ਼ ਲੈਂਗਰ ਜਿਹੜੇ ਸਾਇੰਟਿਸਟ ਸੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਕਿ ਅੱਛਾ ਇੱਕ ਹਫ਼ਤੇ ਵਿੱਚ ਇੰਨਾ ਫਰਕ ਪੈ ਸਕਦਾ ਹੈ। ਤਾਂ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਇਹਨਾਂ ਪਾਰਟਿਸਿਪੈਂਟਸ ਦੀਆਂ, ਤੇ ਇੱਕ ਗੱਲ ਜਿਹੜੀ ਨਿਕਲ ਕੇ ਆਈ ਉਹ ਇਹ ਸੀ ਕਿ ਇਹ ਪਾਰਟਿਸਿਪੈਂਟਸ ਨੇ ਮੰਨ ਲਿਆ ਸੀ ਕਿ ਮੈਂ ਕੁਝ ਚੀਜ਼ਾਂ ਨਹੀਂ ਕਰ ਸਕਦਾ, ਇਸ ਕਰਕੇ ਉਹ ਚੀਜ਼ਾਂ ਉਹ ਨਹੀਂ ਕਰ ਰਹੇ ਸੀ, ਪਰ ਹੁਣ ਜਦੋਂ ਉਹਨਾਂ ਨੂੰ ਕਰਨੀਆਂ ਪਈਆਂ ਉਹ ਕਰ ਪਾਏ ਔਰ ਬਹੁਤ ਵਧੀਆ ਤਰੀਕੇ ਨਾਲ ਕਰ ਪਾਏ। ਤਾਂ ਇਹ ਇੱਕ ਚੀਜ਼ ਸੀ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਤੋਂ ਰੋਕੋ ਨਾ ਸਿਰਫ ਜਿਹੜੀ ਓਪਰਚੁਨਿਟੀ ਤੁਹਾਡੇ ਤੱਕ ਆ ਰਹੀਆਂ ਨੇ ਤੁਸੀਂ ਉਹਨਾਂ ਨੂੰ ਲਓ, ਬਟ ਯੂ ਸ਼ੁਡ ਆਲਸੋ ਸੀਕ ਆਊਟ ਓਪਰਚੁਨਿਟੀ, ਤੁਹਾਨੂੰ ਜਾ ਕੇ ਬਣਾਉਣੀਆਂ ਵੀ ਚਾਹੀਦੀਆਂ ਨੇ। ਸੋ ਇੱਕ ਨਜ਼ਰੀਆ ਜੋ ਹੈ ਉਹ ਬਹੁਤ ਜ਼ਰੂਰੀ ਹੁੰਦਾ ਹੈ ਆਪਣੀ ਲਾਈਫ ਦੇ ਵਿੱਚ ਤੇ ਆਪਣੀ ਵੈਲਬੀਂਗ ਵਾਸਤੇ, ਤੇ ਉਹੀ ਅਸੀਂ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਥੋੜੀ ਕੁਆਲਿਟੀ ਐਡ ਕਰ ਸਕੀਏ ਟੂ ਦ ਲਾਈਫ ਆਫ ਦ 올ਡਰ ਅਡਲਟ। ਥੈਂਕ ਯੂ। ਸੋ ਹੁਣ ਮੈਂ ਰਿਕੁਐਸਟ ਕਰਾਂਗਾ ਗੁਰਛਿੰਦਰ ਸਿੰਘ ਜੀ ਨੂੰ, ਉਹਨਾਂ ਦਾ PhD ਟੌਪਿਕ ਹੈਗਾ ਸੁਸਾਈਡਲ ਆਈਡੀਏਸ਼ਨ ਇਨ ਵਿਮਨ ਫਰੋਮ ਡਿਸਟ੍ਰੈਸਡ ਫੈਮਲੀਜ਼, ਰੋਲ ਆਫ ਸਾਈਕੋ ਸੋਸ਼ਲ ਫੈਕਟਰਸ, ਤੇ ਮੈਂ ਉਹਨਾਂ ਨੂੰ ਇਹ ਵੀ ਰਿਕੁਐਸਟ ਕਰਾਂਗਾ ਕਿ ਸਾਨੂੰ ਉਹ ਜਿਹੜੇ ਮਿਸਕਨਸੈਪਸ਼ਨ ਤੇ ਮਿਥਸ ਨੇ ਮਾਨਸਿਕ ਸਿਹਤ ਬਾਰੇ ਉਹਦੇ ਬਾਰੇ ਵੀ ਜਾਣੂ ਕਰਵਾਉਣ, ਤੇ ਇੰਡੀਆ ਵਿੱਚ ਜਿਹੜਾ ਲੈਕ ਹੈ ਮੈਂਟਲ ਹੈਲਥ ਲਿਟਰੇਸੀ ਦਾ ਉਹਦੇ ਬਾਰੇ ਵੀ ਦੱਸੋ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੱਥੇ ਸੁਣਨ ਲਈ ਆਏ, ਸਮਾਂ ਕੱਢਿਆ। ਮੇਰਾ ਜਿਹੜਾ PhD ਦਾ ਟੌਪਿਕ ਹੈ, ਰਿਸਰਚ ਦਾ ਟੌਪਿਕ ਹੈ, ਉਹ ਹੈ ਸੁਸਾਈਡਲ ਆਈਡੀਏਸ਼ਨ ਇਨ ਡਿਸਟ੍ਰੈਸਡ ਫੈਮਿਲੀਜ਼। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਡਿਸਟ੍ਰੈਸਡ ਫੈਮਿਲੀਜ਼ ਕੀ ਹੁੰਦੀਆਂ ਨੇ। ਡਿਸਟ੍ਰੈਸਡ ਫੈਮਿਲੀਜ਼ ਉਹ ਫੈਮਿਲੀਜ਼ ਹੁੰਦੀਆਂ ਨੇ ਜਿੱਥੇ ਪੂਰੀ ਦੀ ਪੂਰੀ ਫੈਮਿਲੀ ਕਲੈਕਟਿਵਲੀ ਇੱਕ ਸਟ੍ਰੈਸ ਨੂੰ ਝੇਲ ਰਹੀ ਹੁੰਦੀ ਹੈ। ਜੇ ਮੈਂ ਇਹ ਕਹਾਂ ਕਿ ਮੰਨ ਲਓ ਅਸੀਂ 6 ਜਣੇ ਪਰਿਵਾਰ 'ਚ ਰਹਿ ਰਹੇ ਹਾਂ, ਤਾਂ ਜੇ ਮੇਰੀ ਕਿਸੇ ਕਲੀਗ ਨਾਲ ਨਹੀਂ ਬਣਦੀ, ਮੰਨ ਲਓ ਮੇਰੇ ਕਲਾਸਮੇਟ ਨਾਲ ਕਿਸੇ ਨਾਲ ਨਹੀਂ ਬਣਦੀ, ਤੇ ਇਹ ਕੋਈ ਫੈਮਿਲੀ ਡਿਸਟ੍ਰੈਸ ਨਹੀਂ ਹੈਗਾ। ਫੈਮਿਲੀ ਡਿਸਟ੍ਰੈਸ ਉਹ ਹੋਊਗਾ ਜਿਹੜਾ ਕਲੈਕਟਿਵਲੀ ਸਾਨੂੰ ਸਾਰਿਆਂ ਨੂੰ ਇਫੈਕਟ ਕਰ ਰਿਹਾ ਹੋਊਗਾ। ਇਹ ਹੋ ਸਕਦਾ ਕਿ ਸਾਡੇ ਘਰ ਦੇ ਵਿੱਚੋਂ ਕਿਸੇ ਦੀ ਮਤਲਬ ਸਡਨ ਡੈਥ ਹੋ ਜੇ, ਜਾਂ ਘਰ ਦੇ ਵਿੱਚ ਕੋਈ ਇੱਕ ਕ੍ਰੋਨਿਕ ਡਿਸੀਜ਼ ਨਾਲ ਜੂਝਦਾ ਹੋਇਆ ਕੋਈ ਸਾਡਾ ਮੈਂਬਰ ਹੋਵੇ, ਜਾਂ ਕੋਈ ਬਹੁਤ ਵੱਡਾ ਸਾਡੇ ਪਰਿਵਾਰ ਦਾ ਇਕਨੋਮਿਕ ਫੇਲੀਅਰ ਹੋ ਜੇ, ਤਾਂ ਇਹ ਇੱਕ ਫੈਮਿਲੀ ਡਿਸਟ੍ਰੈਸ ਹੁੰਦਾ ਹੈ। ਹੁਣ ਇਹਦੇ ਵਿੱਚ ਅਸੀਂ ਸਾਡਾ ਜਿਹੜਾ ਡਿਸਟ੍ਰੈਸਡ ਫੈਮਿਲੀਜ਼ ਨੇ, ਅਸੀਂ ਲੈ ਰਹੇ ਹਾਂ ਸੈਂਪਲ ਜਿੱਥੇ ਸੁਸਾਈਡਸ ਹੋਈਆਂ ਨੇ, ਜਿੱਥੇ ਇੱਕ ਵਿਮਨ ਦੇ ਹਸਬੈਂਡ ਜਾਂ ਫਿਰ ਉਹਦੇ ਬੇਟੇ ਨੇ ਸੁਸਾਈਡ ਕੀਤਾ ਹੈ। ਉਸ ਤੋਂ ਬਾਅਦ ਜਿਹੜੀ ਪਿੱਛੇ ਔਰਤ ਰਹਿ ਜਾਂਦੀ ਆ, ਉਹਦੇ ਮਾਨਸਿਕ ਸਿਹਤ ਅਤੇ ਉਹਦੇ ਉੱਪਰ ਉਹਦੇ ਕੀ ਇਫੈਕਟ ਪੈਂਦੇ ਨੇ। ਤਾਂ ਅਸੀਂ ਬੇਸਿਕਲੀ ਇੱਥੇ ਅਸੀਂ 3 ਪ੍ਰਕਾਰ ਦੇ ਜਿਹੜੇ ਵੈਰੀਏਬਲ ਆ ਉਹ ਮੇਜ਼ਰ ਕਰ ਰਹੇ ਹਾਂ। ਇੱਕ ਤਾਂ ਹੈ ਸੁਸਾਈਡਲ ਆਈਡੀਏਸ਼ਨ, ਕਿ ਮੌਤ ਦੇ ਖਿਆਲਾਤ ਆਉਣਾ। ਦੂਸਰਾ ਹੈ ਇਮੋਸ਼ਨਲ ਇੰਟੈਲੀਜੈਂਸ, ਕਿ ਤੁਸੀਂ ਕਿੰਨਾ ਵਧੀਆ ਆਪਦੇ ਇਮੋਸ਼ਨਸ ਨੂੰ, ਦੂਜਿਆਂ ਦੇ ਇਮੋਸ਼ਨਸ ਨੂੰ ਸਮਝ ਪਾਉਣੇ ਹੋ, ਰੈਗੂਲੇਟ ਕਰ ਪਾਉਣੇ ਹੋ ਅਤੇ ਮੈਨੇਜ ਕਰ ਪਾਉਣੇ ਹੋ। ਤੀਸਰਾ ਮੇਰਾ ਹੈ ਵੈਰੀਏਬਲ ਸੋਸ਼ਲ ਸਪੋਰਟ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਸੋਸ਼ਲ ਸਪੋਰਟ ਕਿਉਂ ਜ਼ਰੂਰੀ ਹੈ। ਜਦੋਂ ਵੀ ਅਸੀਂ ਛੋਟੇ ਜਾਂ ਵੱਡੇ ਕਿਸੇ ਵੀ ਪ੍ਰਕਾਰ ਦੇ ਸਟ੍ਰੈਸ 'ਚ ਹੋਈਏ, ਬੇਸ਼ੱਕ ਅਸੀਂ ਅੱਜ ਇਕੱਲੇ ਹੋ ਗਏ ਹਾਂ ਵੀ ਮੇਰਾ ਇੱਕ ਟਾਰਗੇਟ ਹੈ, ਮੇਰੀ ਐਸਪੀਰੇਸ਼ਨ ਹੈ ਕਿ ਮੈਂ ਇੱਧਰ ਜਾਣਾ, ਪਰ ਮੇਰੇ ਉਹ ਰਾਹ ਦੇ ਵਿੱਚ ਜਦੋਂ ਵੀ ਮੈਨੂੰ ਕੋਈ ਸਮੱਸਿਆ ਆਊਗੀ, ਤਾਂ ਸਭ ਤੋਂ ਪਹਿਲਾਂ ਜੋ ਮੈਂ ਯਾਦ ਕਰੂੰਗਾ ਉਹ ਮੇਰਾ ਕੋਈ ਰਿਲੇਸ਼ਨ ਹੋਊਗਾ। ਰਿਲੇਸ਼ਨ ਇਨ ਦਾ ਸੈਂਸ ਉਹ ਮੇਰੇ ਮਦਰ ਵੀ ਹੋ ਸਕਦੀ ਹੈ, ਫਾਦਰ ਹੋ ਸਕਦੀ ਹੈ, ਮੇਰਾ ਦੋਸਤ ਹੋ ਸਕਦਾ ਹੈ, ਕੋਈ ਵੀ ਰਿਲੇਸ਼ਨ, ਮੇਰੇ ਟੀਚਰ ਹੋ ਸਕਦੇ ਨੇ। ਤਾਂ ਜ਼ਿਆਦਾਤਰ ਕੀ ਹੋ ਰਿਹਾ ਹੈ ਕਿ ਸੁਸਾਈਡਸ ਤੋਂ ਬਾਅਦ ਗੱਲ ਹੋ ਰਹੀ ਹੈ। ਸੁਸਾਈਡ ਹੋ ਜਾਂਦੀਆਂ ਨੇ, ਜਿਵੇਂ ਅਸੀਂ ਫਾਰਮਰ ਸੁਸਾਈਡ ਦੀ ਗੱਲ ਕਰਦੇ ਹਾਂ, ਹੋਰ ਤਰ੍ਹਾਂ ਦੀਆਂ ਸੁਸਾਈਡਸ ਨੇ, ਸਟੂਡੈਂਟ ਸੁਸਾਈਡ ਕਰਦੇ ਨੇ। ਸੁਸਾਈਡ ਹੋ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਉਹਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਡਾਟਾ ਕਲੈਕਟ ਕਰਨ ਨੂੰ ਹੋ ਜਾਂਦੇ ਹਾਂ। ਸਵਾਲ ਇਹ ਹੈ ਕਿ ਕੀ ਉਸ ਤੋਂ ਪਹਿਲਾਂ ਵੀ ਸਾਨੂੰ ਕੋਈ ਕਦਮ ਚੱਕਣੇ ਚਾਹੀਦੇ ਨੇ।
ਤਾਂ ਰਿਸਰਚਸ ਇਹ ਕਹਿੰਦੀਆਂ ਨੇ ਇੱਕ ਜਿਹੜੀਆਂ ਅਨਨੈਚੁਰਲ ਡੈਥਸ ਹੁੰਦੀਆਂ ਨੇ, ਮਤਲਬ ਵੀ ਸਡਨਲੀ ਕਿਸੇ ਦਾ ਐਕਸੀਡੈਂਟ 'ਚ ਕੋਈ ਪਰਿਵਾਰਕ ਮੈਂਬਰ ਮਰ ਗਿਆ ਜਾਂ ਕਿਸ ਬਿਮਾਰੀ ਨਾਲ ਮਰ ਗਿਆ, ਤਾਂ ਜਿਹੜੀਆਂ ਮਤਲਬ ਅਨਨੈਚੁਰਲ ਡੈਥਸ ਨੇ ਵਰਸਸ ਜਿਹੜੀ ਸੁਸਾਈਡਲ ਡੈਥ ਹੈ, ਇਹਨਾਂ ਦਾ ਜਿਹੜਾ ਇੰਪੈਕਟ ਹੁੰਦਾ ਪਿੱਛੇ ਜਿਹੜੀ ਔਰਤ ਵਾਈਫ ਜਾਂ ਮਾਂ ਦੇ ਰੂਪ 'ਚ ਬੱਚੀ ਹੋਈ ਹੈ ਉਹਦੇ ਉੱਪਰ ਇਹਨਾਂ ਜਿਹੜੇ ਦੋ ਪ੍ਰਕਾਰ ਦੇ ਜਿਹੜੇ ਇਹ ਗਰੀਫ ਨੇ, ਇਹ ਜਿਹੜੇ ਦੁੱਖ ਨੇ, ਇਹ ਦੋਨੇ ਅਲੱਗ ਤਰ੍ਹਾਂ ਨਾਲ ਅਸਰ ਪਾਉਂਦੇ ਨੇ। ਜਿਹੜਾ ਸੁਸਾਈਡ ਦਾ ਦੁੱਖ ਹੈ ਉਹ ਦੂਸਰੀ ਡੈਥਸ ਜਿਹੜੀਆਂ ਹੋਈਆਂ ਨੇ, ਐਕਸੀਡੈਂਟਸ ਨੇ, ਬਿਮਾਰੀ ਨਾਲ ਹੋਈਆਂ ਨੇ, ਉਹਦੇ ਤੋਂ ਜਿਹੜਾ ਇਹ ਵਾਲਾ ਜਿਹੜਾ ਦੁੱਖ ਹੈ ਇਹ ਬਹੁਤ ਹੀ ਅਲੱਗ ਤਰ੍ਹਾਂ ਦਾ ਦੁੱਖ ਹੁੰਦਾ। ਇਹ ਬਹੁਤ ਜ਼ਿਆਦਾ ਭਾਰ ਲੈ ਕੇ ਆਉਂਦਾ ਜਿਹੜਾ ਪਿੱਛੇ ਕੋਈ ਬਚਿਆ ਜਿਹੜਾ ਮੈਂਬਰ ਹੈ, ਜਿਵੇਂ ਮਦਰ ਹੈ ਜਾਂ ਵਾਈਫ ਹੈ। ਮੇਰੇ ਸੈਂਪਲ ਦੇ ਵਿੱਚ ਮਦਰਸ ਤੇ ਵਾਈਫਸ ਨੂੰ ਮੈਂ ਲਿਆ। ਹੁਣ ਜਿਹੜੀ ਆਬਜ਼ਰਵੇਸ਼ਨ ਆ ਜਾਂ ਜਿਹੜੀ ਪਿਛਲਾ ਲਿਟਰੇਚਰ ਰਿਵਿਊ ਆ ਉਹ ਇਹ ਕਹਿ ਰਿਹਾ ਕਿ ਜਿਹੜੀਆਂ ਪਿੱਛੇ ਮਦਰਸ ਬਚਦੀਆਂ ਨੇ, ਵਾਈਫਸ ਬਚਦੀਆਂ ਨੇ, ਉਹ ਇੱਕ ਸਵਾਲ ਤੋਂ ਘਿਰ ਜਾਂਦੀਆਂ ਨੇ ਤੇ ਉਹ ਸਾਰੀ ਉਮਰ ਇਸ ਸਵਾਲ ਨਾਲ ਘਿਰਿਆ ਰਹਿੰਦੀਆਂ ਨੇ ਕਿ ਕੀ ਮੈਂ ਇਸ ਕਾਬਿਲ ਨਹੀਂ ਸੀ ਕਿ ਉਹ ਮੇਰੇ ਨਾਲ ਗੱਲ ਸਾਂਝੀ ਕਰ ਲੈਂਦਾ, ਜਾਂ ਕੀ, ਕਿਉਂਕਿ ਇੱਕ ਦੂਸਰਾ ਇਹ ਹੈ ਕਿ ਇੱਕ ਸੋਸ਼ਲ ਸਟਿਗਮਾ ਹੁੰਦਾ। ਸੋਸ਼ਲ ਸਟਿਗਮਾ ਇਹ ਹੈ ਕਿ ਵਿਆਹ ਤੋਂ ਬਾਅਦ ਜਿਹੜਾ ਹਸਬੈਂਡ ਆ ਉਹਦੀ ਜ਼ਿੰਮੇਵਾਰੀ ਉਹਦੀ ਵਾਈਫ ਦੀ ਹੈ। ਜੇ ਉਹ ਨਸ਼ੇ ਕਰ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਉਹਦੀ ਵਾਈਫ ਹੈ ਉਹਨੂੰ ਕੰਟਰੋਲ ਨਹੀਂ ਕਰ ਪਾ ਰਹੀ। ਤੇ ਜੇਕਰ ਸੁਸਾਈਡ, ਜੋ ਕਿ ਬਹੁਤ ਵੱਡਾ ਇੱਕ ਮਤਲਬ ਇੱਕ ਇਸ਼ੂ ਹੈ, ਜੇ ਹਸਬੈਂਡ ਸੁਸਾਈਡ ਕਰ ਲਵੇ ਜਾਂ ਬੇਟਾ ਸੁਸਾਈਡ ਕਰ ਲਵੇ ਤਾਂ ਵੀ ਜਿਹੜਾ ਸਮਾਜ ਆ ਉਹਨੇ ਮਦਰ ਨੂੰ ਹੀ ਫੜਨਾ ਹੈ ਕਿ ਤੂੰ ਸਾਂਭ ਨਹੀਂ ਸਕਦੀ ਸੀ, ਇਹ ਭਾਰ ਹੈ। ਤਾਂ ਇਹ ਜਿਹੜੇ ਨੇ ਇਹ ਜਦੋਂ ਇਹ ਬਾਰ-ਬਾਰ ਉਹਨੂੰ ਟੈਕਲ ਕਰਨਾ ਪੈਂਦਾ, ਜਦ ਕਿ ਹੋਣਾ ਇਹਦੇ ਅਪੋਜ਼ਿਟ ਚਾਹੀਦਾ। ਜਦੋਂ ਅਸੀਂ ਸਭ ਤੋਂ ਆਪਦੇ ਨੇੜਲੇ ਨੂੰ ਕਿਸੇ ਨੂੰ ਖੋ ਦਿੰਦੇ ਹਾਂ ਤਾਂ ਸਾਨੂੰ ਬਹੁਤ ਇੱਕ ਮਤਲਬ ਇਨਸਟੈਂਟ ਸੋਸ਼ਲ ਸਪੋਰਟ ਦੀ ਲੋੜ ਹੁੰਦੀ ਹੈ ਕਿ ਸਾਨੂੰ ਕੋਈ ਸੋਸ਼ਲ ਸਪੋਰਟ ਮਿਲੇ, ਜਦ ਕਿ ਹੁੰਦਾ ਉਲਟਾ ਹੈ। ਜਿਹੜੇ ਉਹਦੇ ਦੋਸ਼ ਲੱਗਦੇ ਨੇ, ਉਹਦੇ ਜਿਹੜਾ ਮਾਨਸਿਕ ਸਿਹਤ ਹੈ ਤੇ ਉਹਦੇ ਜਿਹੜੇ ਮਤਲਬ ਅੰਦਰ ਇੱਕ ਇਮੋਸ਼ਨਲ ਪੇਨ ਹੈ ਜਿਹਨੂੰ ਅਸੀਂ ਸਾਈਕੇਕ ਕਹਿੰਦੇ ਹਾਂ। ਸਾਈਕੇਕ ਇੱਕ ਮਤਲਬ ਇੱਕ ਤਰ੍ਹਾਂ ਦਾ ਇਮੋਸ਼ਨਲ ਦਰਦ ਹੁੰਦਾ ਹੈ ਜੋ ਕਿ ਤੁਸੀਂ ਐਕਸਪ੍ਰੈਸ ਨਹੀਂ ਕਰ ਸਕਦੇ ਪਰ ਉਹਨੂੰ ਅੰਦਰ ਹੀ ਅੰਦਰ ਜਿਉਂਦੇ ਹੋ। ਤਾਂ ਉਹ ਇਮੋਸ਼ਨਲ ਪੇਨ ਉਹਦੇ ਉੱਪਰ ਵੱਧਦਾ ਜਾਂਦਾ ਤੇ ਸਟੱਡੀਜ਼ ਇਹ ਕਹਿੰਦੀਆਂ ਨੇ ਜਿਹੜਾ ਇਮੋਸ਼ਨਲ ਪੇਨ ਜਿਹੜਾ ਹੈਗਾ ਫਿਰ ਉਹ ਅੱਗੇ ਸੁਸਾਈਡਲ ਆਈਡੀਏਸ਼ਨ ਨੂੰ ਜਨਰੇਟ ਕਰਦਾ ਹੈ। ਹੁਣ ਤੁਸੀਂ ਦੇਖੋ ਜਿਹੜਾ ਬੰਦਾ ਸੁਸਾਈਡਲ ਆਈਡੀਏਸ਼ਨ ਨਾਲ ਜੀ ਰਿਹਾ ਹੈ ਕਿ ਉਹਦੀ ਮੈਂਟਲ ਹੈਲਥ ਹੈ ਜਿਹੜੀ ਉਹ ਪਰਫੈਕਟ ਹੋਊਗੀ, ਇਹ ਨਹੀਂ ਹੋ ਸਕਦਾ। ਮੈਂਟਲ ਹੈਲਥ ਦਾ ਇੱਕ ਬਹੁਤ ਹੀ ਮਤਲਬ ਇਹ ਡਾਇਮੈਂਸ਼ਨ ਹੈ ਕਿ ਜੇਕਰ ਤੁਹਾਨੂੰ ਸੁਸਾਈਡਲ ਥਾਟਸ ਆਉਂਦੇ ਨੇ ਤਾਂ ਤੁਸੀਂ ਮੈਂਟਲੀ ਹੈਲਦੀ ਨਹੀਂ ਹੋ। ਤਾਂ ਇਹਦੇ ਧਿਆਨ ਦੇਣਾ ਜ਼ਰੂਰੀ ਹੈ। ਹੁਣ ਜਿਹੜੀ ਮੇਰੀ ਰਿਸਰਚ ਹੈ ਇਹਦੇ ਵਿੱਚ ਅਸੀਂ ਦੋ ਜਿਹੜੇ ਮਤਲਬ ਇੰਡੀਪੈਂਡੈਂਟ ਵੈਰੀਏਬਲ ਉਹ ਦੇਖ ਰਹੇ ਹਾਂ ਕਿ ਇਮੋਸ਼ਨਲ ਇੰਟੈਲੀਜੈਂਸ ਅਤੇ ਸੋਸ਼ਲ ਸਪੋਰਟ। ਮਤਲਬ ਤੁਸੀਂ ਆਪਣੀ ਇਮੋਸ਼ਨਲ ਇੰਟੈਲੀਜੈਂਸ ਨੂੰ ਇਨਹਾਂਸ ਕਰਕੇ ਅਤੇ ਸੋਸ਼ਲ ਸਪੋਰਟ ਨੂੰ ਇਨਹਾਂਸ ਕਰਕੇ ਜਿਹੜੀਆਂ ਤੁਹਾਡੇ ਅੰਦਰ ਸੁਸਾਈਡਲ ਆਈਡੀਏਸ਼ਨ ਪੈਦਾ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ ਉਹਦੇ ਤੋਂ ਉਸ ਮਦਰ ਜਾਂ ਵਾਈਫ ਨੂੰ ਬਚਾ ਸਕਦੇ ਹੋ। ਇਮੋਸ਼ਨਲ ਇੰਟੈਲੀਜੈਂਸ ਇੱਕ ਅਜਿਹਾ ਫਿਨੋਮੀਨਾ ਹੈ ਜਿਹੜਾ ਨਾ ਕਿ ਸਿਰਫ ਇਹ ਹੁੰਦਾ ਕਿ ਤੁਸੀਂ ਦੁੱਖ ਨੂੰ ਖੁਦ ਤੱਕ ਝੱਲਣ ਦੀ ਸ਼ਮਤਾ ਪੈਦਾ ਕਰ ਲੈਣ, ਇਹ ਸਿਰਫ ਇਹ ਨਹੀਂ ਹੁੰਦਾ, ਉਹ ਇਹ ਵੀ ਹੁੰਦਾ ਕਿ ਤੁਹਾਡੇ ਅੰਦਰ ਇਹ ਸ਼ਮਤਾ ਵੀ ਪੈਦਾ ਹੁੰਦੀ ਹੈ ਕਿ ਤੁਸੀਂ ਹੈਲਪ ਕਿਵੇਂ ਸੀਕ ਕਰ ਸਕਦੇ ਹੋ। ਤੁਹਾਨੂੰ ਹੈਲਪ ਸੀਕ ਕਰਨ ਤੁਸੀਂ ਮਤਲਬ ਤੁਹਾਨੂੰ ਮਦਦ ਲੈਣ ਦਾ ਵੀ ਇੱਕ ਢੰਗ ਹੁੰਦਾ ਹੈ। ਜਿਹੜਾ ਬੰਦਾ ਇਮੋਸ਼ਨਲੀ ਇੰਟੈਲੀਜੈਂਟ ਹੁੰਦਾ ਹੈ, ਅਕਸਰ ਇਹ ਇੱਕ ਜਿਵੇਂ ਅੱਜ ਦਾ ਫਿਨੋਮੀਨਾ ਜੋ ਚੱਲ ਰਿਹਾ ਹੈ ਕਿ EQ ਹੈ, ਜਿਹੜਾ ਇਮੋਸ਼ਨਲ ਕੁਐਸ਼ਚੈਂਟ ਹੈ, ਉਹ ਇੰਟੈਲੀਜੈਂਟ ਕੁਐਸ਼ਚੈਂਟ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ। ਉਹ ਤਾਂ ਹੀ ਜ਼ਿਆਦਾ ਇੰਪੋਰਟੈਂਟ ਹੈ, ਉਹ ਇਹ ਵੀ ਹੋ ਸਕਦਾ ਹੈ ਕਿ ਇੱਕ ਇੰਟੈਲੀਜੈਂਟ ਜਿਹੜਾ ਬੰਦਾ ਹੈ ਉਹ ਜਦੋਂ ਉਹਦੀ ਲਾਈਫ ਦੇ ਵਿੱਚ ਕੁਝ ਮਤਲਬ ਇਸ ਤਰ੍ਹਾਂ ਦਾ ਕੁਝ ਈਵੈਂਟ ਆਊਗਾ, ਹੋ ਸਕਦਾ ਉਹ ਕੋਲੈਪਸ ਹੋ ਜੇ। ਤੇ ਇਹ ਉਹਦੇ ਉਲਟੇ ਹੋ ਸਕਦਾ, ਜਿਹੜਾ ਬੰਦਾ ਹੋ ਸਕਦਾ IQ ਤੇ ਥੋੜਾ ਘੱਟ ਹੋਵੇ ਪਰ ਉਹਦੇ ਅੰਦਰ EQ ਜ਼ਿਆਦਾ ਹੋਵੇ, ਤੇ ਜਦੋਂ ਹੀ ਉਹਦੇ ਉੱਪਰ ਮੰਨ ਲਓ ਕੋਈ ਇਸ ਤਰ੍ਹਾਂ ਦਾ ਕੋਈ ਈਵੈਂਟ, ਕੋਈ ਐਡਵਰਸਿਟੀ ਆਉਂਦੀ ਹੈ, ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਮਤਲਬ ਅਨਈਵਨ ਕੁਝ ਉਹਦੇ ਲਾਈਫ ਦੇ ਵਿੱਚ ਕੁਝ ਪੈਦਾ ਹੁੰਦਾ ਤਾਂ ਉਹ ਬੰਦਾ ਝੱਲਣ ਦੀ ਸ਼ਮਤਾ ਉਹਦੇ ਅੰਦਰ ਹੁੰਦੀ ਹੈ ਕਿਉਂਕਿ ਇਮੋਸ਼ਨਲੀ ਇੰਟੈਲੀਜੈਂਟ ਆ। ਤਾਂ ਮੇਨਲੀ ਗੱਲ ਇਹ ਨਿਕਲ ਕੇ ਆਉਂਦੀ ਹੈ ਜੇਕਰ ਤੁਸੀਂ ਇਮੋਸ਼ਨਲ ਇੰਟੈਲੀਜੈਂਸ ਨੂੰ ਇਨਹਾਂਸ ਕਰ ਸਕਦੇ ਹੋ, ਕਿਉਂਕਿ ਇਹ ਵੈਰੀਏਬਲ ਜਿਹੜਾ ਹੈ ਇਹਨੂੰ ਤੁਸੀਂ ਉੱਪਰ ਨੀਚੇ ਲਿਜਾ ਸਕਦੇ ਹੋ। ਸੋਸ਼ਲ ਸਪੋਰਟ ਵੀ ਇਦਾਂ ਦਾ ਹੀ ਵੈਰੀਏਬਲ ਹੈ। ਸੋਸ਼ਲ ਸਪੋਰਟ ਨੂੰ ਅਗਰ ਤੁਸੀਂ ਉੱਪਰ ਕਰ ਲੈਂਦੇ ਹੋ ਤਾਂ ਜਿਹੜੀ ਪਿੱਛੇ ਬਚੀ ਹੋਈ ਮਦਰ ਹੈ ਅਤੇ ਵਾਈਫ ਆ ਉਹਨੂੰ ਅਸੀਂ ਆਈਡੀਏਸ਼ਨ ਪੈਦਾ ਹੋਣ ਤੋਂ ਰੋਕ ਸਕਦੇ ਹਾਂ ਤੇ ਉਹਦੀ ਮੈਂਟਲ ਹੈਲਥ ਹੈ ਜਿਹੜੀ ਉਹਨੂੰ ਪ੍ਰੋਪਰ ਰੱਖ ਸਕਦੇ ਹਾਂ। ਦੂਸਰਾ, ਸਾਡੇ ਜਿਹੜੇ ਪਾਲਿਸੀ ਮੇਕਰਸ ਨੇ ਉਹਨਾਂ ਨੇ ਇਹ ਬਹੁਤ ਸਾਰੇ ਕਾਉਂਸਲਿੰਗ ਸੈਸ਼ਨਸ ਤੇ ਹੋਰ ਬਹੁਤ ਸਾਰੇ ਸੈਟਅਪ ਮਤਲਬ ਕਰ ਦਿੱਤੇ ਨੇ ਕਿਹਦੇ ਲਈ ਕਿ ਪਾਰਟਿਕੂਲਰਲੀ ਜਿਵੇਂ ਫਾਰਮਰ ਸੁਸਾਈਡਸ ਨੇ ਜਾਂ ਹੋਰ ਇਸ ਤਰ੍ਹਾਂ ਦੇ ਸੈਟਅਪ ਪੈਦਾ ਕਰ ਦਿੱਤੇ ਨੇ ਕਿ ਤੁਸੀਂ ਉੱਥੋਂ ਹੈਲਪ ਸੀਕ ਕਰ ਸਕਦੇ ਹੋ। ਪਰ ਵਿਮਨਸ ਦੇ ਲਈ ਕੋਈ ਇਸ ਤਰ੍ਹਾਂ ਦਾ ਕੋਈ ਵੀ ਅੱਜ ਤੱਕ ਕੋਈ ਸੈਟਅਪ ਨਹੀਂ ਹੈਗਾ ਆਲ ਓਵਰ ਇੰਡੀਆ। NGOs ਕੁਝ ਹੈਗੀਆਂ ਨੇ ਪਰ ਜਿਹੜਾ ਪਾਲਿਸੀ ਮੇਕਰਸ ਨੇ ਜ਼ਿੰਮੇਵਾਰੀ ਜਿਹਦੀ ਬਣਦੀ ਆ ਉਹ ਉਸ ਤਰ੍ਹਾਂ ਦਾ ਨਹੀਂ ਕਰ ਪਾਏ। ਤਾਂ ਮੈਨੂੰ ਲੱਗਦਾ ਵੀ ਮੈਂਟਲ ਹੈਲਥ ਇੱਕ ਅਜਿਹੀ ਐਬਿਲਿਟੀ ਹੈ ਜਿਹਦੇ ਨਾਲ ਤੁਸੀਂ ਬਹੁਤ ਵਧੀਆ ਕੋਪ ਕਰ ਸਕਦੇ ਹੋ ਐਡਵਰਸਿਟੀਜ਼ ਦੇ ਨਾਲ
ਤੇ ਜਿਹਦੇ ਨਾਲ ਤੁਹਾਨੂੰ ਉਹ ਟੈਕਨੀਕਸ ਪਤਾ ਨੇ ਕਿ ਮੈਂ ਇਸ ਤੋਂ ਨਿਕਲਣਾ ਕਿਵੇਂ ਹੈ। ਤਾਂ ਥੈਂਕ ਯੂ ਸਰ। ਸੋ ਹੁਣ ਜੇ ਆਪਾਂ ਤੁਸੀਂ ਮਿਸਕਨਸੈਪਸ਼ਨਸ ਬਾਰੇ ਸੋਰੀ ਮੈਂਟਲ ਹੈਲਥ ਦੇ ਅਰਾਊਂਡ ਮੈਂਟਲ ਹੈਲਥ ਲਿਟਰੇਸੀ ਬਾਰੇ ਗੱਲ ਕਰੀ ਸੀ। ਮੈਂਟਲ ਹੈਲਥ ਦੇ ਅਰਾਊਂਡ ਜਿਹੜੇ ਮਿਸਕਨਸੈਪਸ਼ਨਸ ਬਣੇ ਹੋਏ ਨੇ ਉਹ ਜਿਵੇਂ ਉਹਦੇ ਵਿੱਚ ਇਹ ਕੁਝ ਆਮ ਤੌਰ ਤੇ ਇਹਨੂੰ ਆਪਾਂ ਕਹਾਂਗੇ ਜਿਸ ਤਰ੍ਹਾਂ ਆਪਣੀ ਐਜੂਕੇਸ਼ਨ ਦੀ ਲਿਟਰੇਸੀ ਹੁੰਦੀ ਹੈ ਉਸੇ ਤਰ੍ਹਾਂ ਇੱਕ ਮੈਂਟਲ ਹੈਲਥ ਲਿਟਰੇਸੀ ਵੀ ਇੱਕ ਫਿਨੋਮੀਨਾ ਹੁੰਦਾ ਕਿ ਤੁਹਾਨੂੰ ਜੋ ਮੈਂਟਲ ਹੈਲਥ ਹੈ ਜੋ ਸਾਈਕੋਲੋਜੀਕਲ ਫਿਨੋਮੀਨਾਜ਼ ਨੇ ਜਾਂ ਜੋ ਮੈਂਟਲ ਹੈਲਥ ਦੇ ਇਸ਼ੂਜ਼ ਨੇ ਤੁਹਾਨੂੰ ਉਹਨਾਂ ਦੇ ਬਾਰੇ ਕਿੰਨੀ ਕੁ ਜਾਣਕਾਰੀ ਹੈ। ਤਾਂ ਪਹਿਲਾਂ ਮੰਨ ਲਓ ਮੈਂਟਲ ਆਪਾਂ ਗੱਲ ਕਰਦੇ ਹਾਂ ਮਿਸਕਨਸੈਪਸ਼ਨਸ ਦੀ। ਮਿਸਕਨਸੈਪਸ਼ਨਸ ਇਹ ਬਣੀਆਂ ਹੋਈਆਂ ਨੇ ਇਹਦੇ ਵਿੱਚ ਆਪਣੇ ਸਮਾਜ ਦੇ ਵਿੱਚ ਕਿ ਬੱਚਿਆਂ ਨੂੰ ਕਦੇ ਵੀ ਮੈਂਟਲ ਹੈਲਥ ਇਸ਼ੂਜ਼ ਨਹੀਂ ਹੋ ਸਕਦੇ, ਜਦ ਕਿ ਰਿਸਰਚਸ ਇਹ ਕਹਿੰਦੀਆਂ ਨੇ ਕਿ 50% ਆਫ ਦਾ ਜਿਹੜੇ ਮੈਂਟਲ ਹੈਲਥ ਇਸ਼ੂ ਨੇ ਉਹ ਆਪਣੇ ਸਾਈਨ ਜਿਹੜੇ ਨੇ ਆਪਣੇ ਸਿੰਪਟਮ ਆਪਣੇ ਜਿਹੜੇ ਲੱਛਣ ਨੇ ਉਹ 14 ਸਾਲ ਦੀ ਉਮਰ ਤੋਂ ਪਹਿਲਾਂ ਤੁਹਾਡੇ ਅੰਦਰ ਦਿਖ ਜਾਂਦੇ ਨੇ। ਦੂਸਰਾ ਜਿਹੜੀ ਤੁਹਾਡੀ ਐਡੋਲਸੈਂਟ ਪੀਰੀਅਡ ਹੈ ਉਹੀ ਜਿਹੜੀ ਟੀਨੇਜ ਹੈ ਉਹਦੇ ਵਿੱਚ ਤੁਹਾਡਾ ਮਤਲਬ 50 ਤੋਂ 60% ਤੁਹਾਡਾ ਜਿਹੜਾ ਮੈਂਟਲ ਹੈਲਥ ਇਸ਼ੂਜ਼ ਨੇ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਸਟ੍ਰੈਸ ਹੈ ਉਹਦਾ ਬੇਸ ਤੁਸੀਂ ਪਹਿਲਾਂ ਹੀ ਉੱਥੇ ਤਿਆਰ ਕਰ ਚੁੱਕੇ ਹੁੰਦੇ ਹੋ। ਬਾਅਦ ਦੇ ਵਿੱਚ ਜੇਕਰ ਤੁਹਾਨੂੰ ਤੁਹਾਡਾ ਇਨਵਾਇਰਨਮੈਂਟ ਇਸ ਤਰ੍ਹਾਂ ਦਾ ਮਿਲਦਾ ਜੇਕਰ ਤੁਹਾਨੂੰ ਲੇਟਰ ਲਾਈਫ ਦੇ ਵਿੱਚ ਮੰਨ ਲਓ ਇਨਵਾਇਰਨਮੈਂਟ ਤੁਹਾਡਾ ਸਟ੍ਰੈਸਫੁਲ ਹੈ ਤੁਹਾਡੇ ਰਿਲੇਸ਼ਨਸ਼ਿਪਸ ਅੱਛੇ ਨਹੀਂ ਹੈਗੇ ਤਾਂ ਤੁਹਾਡੇ ਮੈਂਟਲ ਹੈਲਥ ਇਸ਼ੂਜ਼ ਨੇ ਜਿਹੜੇ ਉਹ ਫਿਰ ਉਹ ਮੈਨੀਫੈਸਟ ਹੋਣਗੇ ਮਤਲਬ ਤੁਹਾਡੇ ਵਿਵਹਾਰ 'ਚ ਦਿਖਣ ਲੱਗ ਜਾਣਗੇ। ਦੂਜੀ ਮਿਸਕਨਸੈਪਸ਼ਨ ਇਹ ਹੈ ਕਿ ਜਿਹੜੇ ਬੰਦੇ ਸਟਰੋਂਗ ਹੁੰਦੇ ਨੇ ਇਹ ਤਾਂ ਜਿਹੜਾ ਮੈਂਟਲ ਹੈਲਥ ਜਿਹੜੇ ਇਸ਼ੂਜ਼ ਨੇ ਇਹ ਅਕਸਰ ਕਮਜ਼ੋਰ ਲੋਕਾਂ ਨੂੰ ਹੁੰਦੇ ਨੇ। ਐਸਾ ਨਹੀਂ ਹੈ। ਇਹ ਮੈਂਟਲ ਹੈਲਥ ਜਿਹੜੀ ਮੈਂਟਲ ਹੈਲਥ ਹੁੰਦੀ ਹੈ ਜਾਂ ਜਿਹੜਾ ਮੈਂਟਲ ਹੈਲਥ ਡਿਸੀਜ਼ ਹੈ ਇਹ ਡਿਸਕ੍ਰਿਮੀਨੇਟ ਨਹੀਂ ਕਰਦਾ ਹੈਗਾ। ਮਤਲਬ ਜੇ ਕੋਈ ਅਮੀਰ ਹੈ ਤਾਂ ਉਹਨੂੰ ਨਹੀਂ ਹੋਣਗੇ। ਅਸੀਂ ਐਗਜ਼ਾਮਪਲ ਸੁਣਦੇ ਹਾਂ ਦੀਪਿਕਾ ਪਾਦੂਕੋਣ ਪਿੱਛੇ ਡਿਪਰੈਸ਼ਨ ਚੋਂ ਨਿਕਲ ਕੇ ਆਈ ਹੈ ਤਾਂ ਇਹ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰਦਾ। ਇਹ ਤੁਹਾਡੇ ਇਨਵਾਇਰਨਮੈਂਟ ਤੇ ਤੁਹਾਡੇ ਅੰਦਰ ਜਿਹੜੇ ਜੀਨਸ ਨੇ ਤੁਹਾਡੇ ਜਿਹੜੇ ਬਾਇਓਲੋਜੀਕਲ ਫੈਕਟਰ ਨੇ ਤੁਸੀਂ ਕਿਸ ਤਰ੍ਹਾਂ ਐਕਸਪੀਰੀਅੰਸ ਕਰ ਰਹੇ ਹੋ ਲਾਈਫ ਨੂੰ ਤੁਹਾਡੇ ਆਲੇ ਦੁਆਲੇ ਕਿਸ ਤਰ੍ਹਾਂ ਦੇ ਇਵੈਂਟ ਹੋ ਰਹੇ ਨੇ ਤਾਂ ਇਹ ਵੀ ਡਿਟਰਮਿਨ ਕਰਦੇ ਨੇ। ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜੇ ਕੋਈ ਇਨਸਾਨ ਕਮਜ਼ੋਰ ਹੈ ਅੰਦਰੋਂ ਉਹੀ ਮਤਲਬ ਮੈਂਟਲ ਹੈਲਥ ਤੇ ਜਿਹੜਾ ਪ੍ਰੋਨ ਹੋਊਗਾ ਜਾਂ ਵਲਨਰੇਬਲ ਹੋਊਗਾ। ਸੁਸਾਈਡ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸੁਸਾਈਡਲ ਆਈਡੀਏਸ਼ਨ ਹੈ ਇੱਕ ਜਾਂ ਸੁਸਾਈਡ ਕਰਨਾ ਆਪਦੇ ਆਪ 'ਚ ਇੱਕ ਮੈਂਟਲ ਹੈਲਥ ਦਾ ਇੱਕ ਬਹੁਤ ਮੇਜਰ ਕੰਪੋਨੈਂਟ ਹੈ। ਹੁੰਦਾ ਆਪਣੇ ਸਮਾਜ 'ਚ ਇਹ ਹੈ ਕਿ ਜਿਹੜਾ ਬਹੁਤ ਜ਼ਿਆਦਾ ਬੰਦਾ ਸਟਰੋਂਗ ਹੈ ਸੁਸਾਈਡ ਉਹੀ ਕਰਦਾ ਹੁੰਦਾ ਜ਼ਿਆਦਾਤਰ ਇਹ ਦੇਖਿਆ ਗਿਆ। ਕਿਉਂ ਕਰਦਾ? ਕਿਉਂਕਿ ਸੋਸ਼ਲ ਡਾਇਲਮ ਹੈ ਮੈਂ ਤਾਂ ਸਟਰੋਂਗ ਹੈ। ਅਗਰ ਜੇਕਰ ਕੋਈ ਇਨਸਾਨ ਸਟਰੋਂਗ ਹੈ ਤਾਂ ਫਿਰ ਤੁਸੀਂ ਸੁਸਾਈਡ ਦਾ ਰਾਹ ਕਿਉਂ ਚੁਣਿਆ? ਤੁਸੀਂ ਉਸ ਬਾਰੇ ਗੱਲ ਕਿਉਂ ਨਹੀਂ ਕਰੀ? ਤਾਂ ਇਹ ਵੀ ਇੱਕ ਕੀ ਹੈ ਇੱਕ ਮਿਸਕਨਸੈਪਸ਼ਨ ਹੈ। ਹੋਰ ਤਰ੍ਹਾਂ ਦਾ ਇੱਕ ਮਿਸਕਨਸੈਪਸ਼ਨ ਇਹ ਹੈ ਕਿ ਜਿਹੜੇ ਮੈਂਟਲ ਹੈਲਥੀ ਡਿਸਆਰਡਰ ਮੰਨ ਲਓ ਜਿਹਨੂੰ ਕੋਈ ਡਿਸਆਰਡਰ ਹੋਇਆ ਹੋਇਆ ਜਾਂ ਜਿਹੜੇ ਮੈਂਟਲ ਹੈਲਥ 'ਤੇ ਮੰਨ ਲਓ ਡਿਮਿਨਿਸ਼ ਹੋ ਚੁੱਕੇ ਨੇ ਲੋਕ ਉਹ ਐਗਰੈਸਿਵ ਹੁੰਦੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਨਹੀਂ ਕਰ ਸਕਦੇ। ਐਸਾ ਨਹੀਂ ਹੈਗਾ ਐਗਰੈਸਿਵ ਨਹੀਂ ਹੁੰਦੇ ਉਹ। ਸਟੱਡੀਜ਼ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੇ ਲੋਕਾਂ ਨੂੰ ਮੈਂਟਲ ਹੈਲਥ ਡਿਸਆਰਡਰਸ ਨੇ ਉਹ ਸਿਰਫ 4 ਤੋਂ 5% ਹੀ ਲੋਕ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿਸੇ ਲੈਵਲ 'ਤੇ ਐਗਰੈਸਿਵ ਹੁੰਦੇ ਨੇ। ਜਦ ਕੀ ਹੁੰਦਾ ਇਹਦੇ ਉਲਟ ਹੈ 10 ਤੋਂ 20% ਜਿਹੜੇ ਮੈਂਟਲ ਹੈਲਥ ਡਿਸਆਰਡਰ ਚੱਲ ਰਹੇ ਨੇ ਉਹਨਾਂ 'ਚੋਂ 10 ਤੋਂ 20% ਜਿਹੜੇ ਲੋਕ ਨੇ ਉਹਨਾਂ ਦੇ ਅਗੇਂਸਟ ਜਿਹੜੀ ਵਾਇਲੈਂਸ ਹੈ ਉਹ ਹੁੰਦੀ ਹੈ। ਮਤਲਬ ਇਹ ਮਿਸਕਨਸੈਪਸ਼ਨ ਹੈ ਜਿਹੜੀ ਇਹ ਉਲਟ ਹੈ। ਤਾਂ ਇਸ ਤਰ੍ਹਾਂ ਦੀਆਂ ਕੁਝ ਮਿਸਕਨਸੈਪਸ਼ਨਸ ਨੇ। ਮੈਂਟਲ ਹੈਲਥ ਲਿਟਰੇਸੀ ਦੀ ਜਿਹੜੀ ਗੱਲ ਕੀਤੀ ਹੈ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ। ਆਪਣੇ ਕੀ ਹੁੰਦਾ ਸਮਾਜ ਦੇ ਵਿੱਚ ਕੁਝ ਕੁ ਵਰਡਸ ਨੇ ਜਿਹੜੇ ਉਹ ਪ੍ਰਚਲਿਤ ਨੇ। ਡਿਪਰੈਸ਼ਨ, ਮੈਨੂੰ ਡਿਪਰੈਸ਼ਨ ਹੋ ਗਿਆ ਜੀ। ਮੰਨ ਲਓ ਮੈਂ ਕੁਝ ਯੂਨਿਟ ਟੈਸਟ ਦਿੱਤਾ ਮੇਰੇ ਉਹਦੇ 'ਚ ਨੰਬਰ ਘੱਟ ਆਏ ਟੀਚਰ ਨੇ ਮੈਨੂੰ ਸੁਣਾਈਆਂ ਅਤੇ ਮੈਂ ਪਿਛਲੇ ਜਿਵੇਂ ਫੇਲ ਹੋਇਆ ਫੋਰ ਐਗਜ਼ਾਮਪਲ ਮੈਂ ਕਿਸੇ ਐਗਜ਼ਾਮ 'ਚੋਂ ਤਾਂ ਮੈਨੂੰ 2-3 ਦਿਨ ਹੋ ਗਏ ਦੁਖੀ ਹਾਂ ਮੈਂ। ਤੀਸਰੇ ਦਿਨ ਮੈਂ ਡਿਕਲੇਅਰ ਕਰ ਦੂੰਗਾ ਅਤੇ ਮੇਰੇ ਨਾਲ ਦਾ ਜਾਂ ਮੇਰੇ ਕੋਈ ਵੀ ਡਿਕਲੇਅਰ ਕਰ ਦੂ ਕਿ ਬਈ ਤੂੰ ਡਿਪਰੈਸ਼ਨ 'ਚ ਹੈ। ਹਾਂ ਯਾਰ ਮੈਂ ਡਿਪਰੈਸ਼ਨ 'ਚ ਹਾਂ। ਡਿਪਰੈਸ਼ਨ ਇਹ ਨਹੀਂ ਹੁੰਦਾ। ਡਿਪਰੈਸ਼ਨ ਇੱਕ ਬਹੁਤ ਹੀ ਮਤਲਬ ਇੱਕ ਬਹੁਤ ਹੀ ਇੱਕ ਸੀਰੀਅਸ ਪ੍ਰੋਬਲਮ ਹੈ। ਡਿਪਰੈਸ਼ਨ ਜਦੋਂ ਤੁਹਾਨੂੰ ਕੋਈ ਈਵੈਂਟ ਓਕਰ ਹੋਇਆ ਮੰਨ ਲਓ ਤੁਹਾਡੇ ਨਾਲ ਡਿਪਰੈਸ਼ਨ 'ਚ ਜਾਣ 'ਚ ਤੁਹਾਨੂੰ 4 ਤੋਂ 6 ਮਹੀਨੇ ਲੱਗਣਗੇ। ਤਾਂ ਮੈਂਟਲ ਹੈਲਥ ਇੱਕ ਅੱਛਾ ਜਿਹੜਾ ਸਟ੍ਰੈਸ ਹੈ ਸਟ੍ਰੈਸ ਜਿਹੜਾ ਹੁੰਦਾ ਹੈ ਸਟ੍ਰੈਸ ਪੋਜ਼ੀਟਿਵ ਵੀ ਹੈ ਅਤੇ ਨੈਗੇਟਿਵ ਵੀ ਹੈ। ਸਟ੍ਰੈਸ ਮੰਨ ਲਓ ਪਰਸੋਂ ਮੇਰੇ ਐਗਜ਼ਾਮ ਨੇ ਠੀਕ ਹੈ ਜਾਂ ਮੇਰਾ ਇੰਟਰਵਿਊ ਹੈ ਹੁਣ ਮੰਨ ਲਓ ਮੈਂ ਉਹਦੇ ਬਾਰੇ ਸਟ੍ਰੈਸ ਨਹੀਂ ਲੈ ਰਿਹਾ ਤਾਂ ਇਹ ਇੱਕ ਮੈਂਟਲੀ ਹੈਲਦੀ ਬੰਦੇ ਦੀ ਨਿਸ਼ਾਨੀ ਨਹੀਂ ਹੈ। ਜਿਹੜਾ ਬੰਦਾ ਸਟ੍ਰੈਸ ਹੀ ਨਹੀਂ ਲੈ ਰਿਹਾ ਉਹ ਮੈਂਟਲੀ ਹੈਲਦੀ ਨਹੀਂ ਹੈਗਾ। ਮੰਨ ਲਓ ਐਗਜ਼ਾਮ ਨੇ ਮੈਂ ਸਟ੍ਰੈਸ ਹੀ ਨਹੀਂ ਲੈ ਰਿਹਾ ਮੈਂ ਸੌਂ ਗਿਆ ਟੌਰ ਨਾਲ ਤਾਂ ਇਹਦਾ ਮਤਲਬ ਅੱਛਾ ਜਦੋਂ ਸਰਟਨ ਲੈਵਲ ਤੋਂ ਮੰਨ ਲਓ ਮੈਂ ਉੱਪਰ ਚਲਾ ਗਿਆ ਤਾਂ ਉਹ ਸਟ੍ਰੈਸ ਹੈ ਜਿਹੜਾ ਉਹ ਡਿਸਟ੍ਰੈਸ ਦਾ ਰੂਪ ਲੈ ਲੂਗਾ। ਇੱਕ ਹੁੰਦਾ ਯੂ ਸਟ੍ਰੈਸ ਉਹ ਹੁੰਦਾ ਜਿਹੜਾ ਤੁਹਾਨੂੰ ਮੋਟੀਵੇਟ ਕਰਦਾ ਕੁਛ ਕਰਨ ਦੇ ਲਈ। ਮੰਨ ਲਓ ਮੈਂ ਯਾਰ ਅਸਿਸਟੈਂਟ ਪ੍ਰੋਫੈਸਰ ਦਾ ਪੇਪਰ ਦੇਣਾ ਯਾਰ ਪੇਪਰ ਸਿਰ 'ਤੇ ਮੈਂ ਪੜ੍ਹਾਂ ਇਹ ਸਟ੍ਰੈਸ ਮੇਰੇ ਲਈ ਚੰਗਾ ਹੈ। ਜਿਹੜਾ ਡਿਸਟ੍ਰੈਸ ਹੈ ਉਹ ਮੇਰੇ ਲਈ ਮਾੜਾ ਹੋਇਆ ਜਦੋਂ ਮੈਂ ਮੇਰੇ ਉਸ ਅਸਿਸਟੈਂਟ ਪ੍ਰੋਫੈਸਰ ਦੇ ਐਗਜ਼ਾਮ ਦੇ ਲਈ ਮੈਂ ਰਾਤ ਨੂੰ ਸੋ ਹੀ ਨਹੀਂ ਪਾ ਰਿਹਾ
ਇਹਦਾ ਮਤਲਬ ਜਿਹੜਾ ਮੇਰਾ ਸਟ੍ਰੈਸ ਹੈ ਉਹ ਹੁਣ ਡਿਸਟ੍ਰੈਸ ਸਟ੍ਰੈਸ ਹੈ, ਜਿਹਨੇ ਮੈਨੂੰ ਮੋਟੀਵੇਟ ਕਰਨਾ ਸੀ ਉਹ ਡਿਸਟ੍ਰੈਸ 'ਚ ਬਦਲ ਚੁੱਕਿਆ। ਇਸ ਤਰ੍ਹਾਂ ਮਤਲਬ ਕੁਝ ਮੈਂਟਲ ਹੈਲਥ ਲਿਟਰੇਸੀ ਦੀ ਸਾਨੂੰ ਲੋੜ ਹੈ ਸਪੈਸੀਫਿਕ ਜਿਹੜੇ ਅੱਛਾ ਫਿਰ ਸਾਨੂੰ ਮੈਂਟਲ ਹੈਲਥ ਲਿਟਰੇਸੀ ਦੀ ਇਹ ਘਾਟ ਹੈ ਕਿ ਸਾਨੂੰ ਨਹੀਂ ਪਤਾ ਅਸੀਂ ਗੱਲ ਕਿਹਦੇ ਨਾਲ ਕਰੀਏ, ਜਾਂ ਜਿਹੜੇ ਮਿਸਕਨਸੈਪਸ਼ਨਸ ਨੇ ਇਹ ਵੀ ਇੱਕ ਮੈਂਟਲ ਹੈਲਥ ਲਿਟਰੇਸੀ ਦੀ ਘਾਟ ਹੀ ਹੈ, ਤਾਂ ਹੀ ਸਾਡੇ ਅੰਦਰ ਇਸ ਤਰ੍ਹਾਂ ਦੇ ਮਿਸਕਨਸੈਪਸ਼ਨਸ ਨੇ। ਸਾਨੂੰ ਪਤਾ ਨਹੀਂ ਪ੍ਰੋਫੈਸ਼ਨਲ ਹੈਲਪ ਕਿੱਥੋਂ ਲਈਏ, ਸਾਡੇ ਜਿਹੜੇ ਮਤਲਬ ਇੱਕ ਟੈਬੂਜ਼ ਬਣੇ ਹੋਏ ਨੇ ਅਸੀਂ ਉਹਨਾਂ ਤੋਂ ਡਰ ਕੇ ਅੰਦਰ ਬੈਠੇ ਰਹਿੰਦੇ ਹਾਂ, ਕਿਸੇ ਨਾਲ ਗੱਲਬਾਤ ਨਹੀਂ ਕਰਦੇ ਹੈਗੇ। ਅਸੀਂ ਸੁਸਾਈਡ ਦਾ ਰਾਹ ਚੁਣ ਸਕਦੇ ਹਾਂ ਪਰ ਅਸੀਂ ਗੱਲ ਨਹੀਂ ਕਰ ਸਕਦੇ। ਤਾਂ ਇਸ ਤਰ੍ਹਾਂ ਦੇ ਕੁਝ ਮੈਂਟਲ ਹੈਲਥ ਲਿਟਰੇਸੀ ਅਤੇ ਮਿਸਕਨਸੈਪਸ਼ਨਸ ਨੇ ਜਿਨ੍ਹਾਂ ਤੋਂ ਉੱਭਰਨ ਦੀ ਸਾਨੂੰ ਲੋੜ ਹੈ। ਮਿਸਕਨਸੈਪਸ਼ਨਸ ਦੀ ਗੱਲ ਕਰ ਰਹੇ ਹਾਂ ਤਾਂ ਸਾਡੀ ਫੀਲਡ ਐਕਚੁਅਲੀ ਬਹੁਤ ਜ਼ਿਆਦਾ ਹੈਗੇ ਆ, ਤਾਂ ਅਸੀਂ ਸਾਰੇ ਇੱਥੇ ਨਹੀਂ ਡਿਸਕਸ ਕਰ ਸਕਦੇ। ਪਰ ਜਦ ਅਸੀਂ ਕਹਿੰਦੇ ਆ ਨਾ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਮੈਂਟਲ ਹੈਲਥ ਲਿਟਰੇਸੀ ਨਹੀਂ ਹੈ, ਪਤਾ ਨਹੀਂ ਹੈ ਕਿ ਚੀਜ਼ ਕੀ ਹੈ, ਬਿਮਾਰੀ ਕਿਹੜੀ ਹੋ ਰਹੀ ਹੈ, ਸਿੰਪਟਮ ਆ ਰਹੇ ਆ ਆਪਣੇ ਆਪ ਨੂੰ, ਪਰ ਅਸੀਂ ਉਹਨੂੰ ਗੈਸ ਨਹੀਂ ਕਰ ਪਾ ਰਹੇ ਕਿ ਅੱਛਾ ਹੁਣ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੈ, ਪਤਾ ਨਹੀਂ ਲੱਗ ਰਿਹਾ। ਇਹਦਾ ਹੀ ਪੁੱਠਾ ਪਾਸਾ ਅਦਰ ਐਂਡ ਆਫ ਦ ਸਪੈਕਟਰਮ ਇਜ਼ ਬਹੁਤ ਜ਼ਿਆਦਾ ਓਵਰ ਇਨਫੋਰਮੇਸ਼ਨ। ਓਕੇ, ਜਿਵੇਂ ਇਹਨਾਂ ਨੇ ਕਿਹਾ ਕਿ 2 ਦਿਨ ਦੁਖੀ ਹੁੰਦੇ ਆ, ਮੈਨੂੰ ਡਿਪਰੈਸ਼ਨ ਹੋ ਗਿਆ, ਥੋੜੀ ਜਿਹੀ ਤੁਹਾਨੂੰ ਲੱਗਦਾ ਹੈਗਾ ਥੋੜੀ ਜਿਹੀ ਟੈਨਸ਼ਨ ਹੈ, ਐਂਜ਼ਾਈਟੀ ਹੋ ਗਈ, ਡਿਸਆਰਡਰ ਹੋ ਗਿਆ, ਰਾਈਟ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਲੋਕਾਂ ਨੂੰ ਅਸਲ ਜੋ ਬਿਮਾਰੀ ਹੈ ਉਹ ਪੋਪੂਲੇਸ਼ਨ ਇਗਨੋਰ ਹੋ ਜਾਂਦੀ ਹੈ। ਅਸੀਂ ਬਿਮਾਰੀਆਂ ਨੂੰ ਟ੍ਰਿਵੀਅਲਾਈਜ਼ ਕਰ ਰਹੇ ਹਾਂ, ਛੋਟਾ ਕਰ ਰਹੇ ਹੈਗੇ। ਡਿਪਰੈਸ਼ਨ ਹਰ ਕਿਸੇ ਨੂੰ ਨਹੀਂ ਹੈ, ਤੇ ਜਿਹਨੂੰ ਹੈ ਇਹ ਨਹੀਂ ਹੈ ਕਿ ਉਹਨੂੰ ਵੀ ਨਹੀਂ ਹੈ, ਜਿਹਨੂੰ ਹੈ ਉਸ ਬੰਦੇ ਨੂੰ ਬਿਲਕੁਲ ਇਲਾਜ ਦੀ ਵੀ ਲੋੜ ਹੈ, ਕਾਉਂਸਲਿੰਗ ਦੀ ਵੀ ਲੋੜ ਹੈ। ਪਰ ਲਿਟਰੇਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸੇ ਫॉर ਐਗਜ਼ਾਮਪਲ ਸਾਡੇ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਅਸੀਂ ਇਹ ਨਹੀਂ ਕਹਿ ਰਹੇ ਹਰ ਕਿਸੇ ਨੂੰ ਤੁਸੀਂ ਸਾਈਕਾਇਟ੍ਰਿਸਟ ਬਣਾਓ, ਹਰ ਕਿਸੇ ਨੂੰ ਤੁਸੀਂ ਸਾਈਕੋਲੋਜਿਸਟ ਬਣਾਓ, ਉਹ ਪੋਸੀਬਲ ਨਹੀਂ ਹੈ, ਉਹਦੀ ਲੋੜ ਵੀ ਨਹੀਂ। ਪਰ ਇਹ ਜ਼ਰੂਰ ਪਤਾ ਹੋਏ ਕਿ ਮੈਨੂੰ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਮੇਰੇ ਅੰਦਰ ਆ ਰਹੀਆਂ ਹੈ ਜਿਸ ਕਰਕੇ ਮੈਨੂੰ ਦਿੱਕਤ ਹੋ ਰਹੀ ਹੈ, ਕਿੰਨੀ ਕੁ ਦਿੱਕਤ ਹੋ ਰਹੀ ਹੈ, ਤੇ ਕਿਹੜੇ ਪੁਆਇੰਟ ਤੇ ਜਾ ਕੇ ਮੈਨੂੰ ਪ੍ਰੋਫੈਸ਼ਨਲ ਹੈਲਪ ਦੀ ਲੋੜ ਹੈ। ਹੁਣ ਕਿਉਂਕਿ ਪ੍ਰੋਫੈਸ਼ਨਲ ਹੈਲਪ ਦੀ ਗੱਲ ਕਰ ਰਹੇ ਹਾਂ ਤਾਂ ਇਹ ਜ਼ਰੂਰ ਸਮਝ ਲਈਏ ਕਿ ਸਾਈਕਾਇਟ੍ਰਿਸਟ, ਕਾਉਂਸਲਰ, ਥੈਰੇਪਿਸਟ ਇਹ ਅਲੱਗ-ਅਲੱਗ ਚੀਜ਼ਾਂ ਨੇ। ਸਾਈਕਾਇਟ੍ਰਿਸਟ ਇਜ਼ ਅ ਪਰਸਨ ਜਿਹੜਾ ਕਿ ਡਾਕਟਰ ਹੈ, ਮੈਡੀਕਲ ਸਕੂਲ ਤੋਂ ਆਇਆ, ਜਿਹਨੇ MBBS ਕੀਤੀ ਹੋਈ ਹੈ। MBBS ਦੇ ਫਾਈਨਲ ਈਅਰ ਜਾ ਕੇ ਜਾਂ MD ਵਿੱਚ ਜਾ ਕੇ ਉਸਨੇ ਆਪਣਾ ਵਿਸ਼ਾ ਚੁਣਿਆ ਸਾਈਕਾਇਟਰੀ। ਉਸ ਬੰਦੇ ਕੋਲ ਜਦ ਤੁਸੀਂ ਜਾਓਗੇ, ਉਸ ਡਾਕਟਰ ਕੋਲ ਜਾਓਗੇ, ਉਹ ਤੁਹਾਨੂੰ ਮੈਡੀਸਿਨ ਦੇਗਾ, ਗੋਲੀਆਂ ਦੇਗਾ, ਜਿਹੜੀਆਂ ਕਿ ਗਲਤ ਨਹੀਂ ਹੈ। ਇਹ ਵੀ ਇੱਕ ਧਾਰਨਾ ਹੈ ਕਿ ਉਹ ਗੋਲੀਆਂ ਹਮੇਸ਼ਾ ਗਲਤ ਹੈ, ਹਮੇਸ਼ਾ ਗਲਤ ਨਹੀਂ ਹੈ। ਕਈ ਵਾਰ ਡਿਸਆਰਡਰ ਇੰਨਾ ਜ਼ਿਆਦਾ ਹਾਈ ਹੁੰਦਾ ਹੈ, ਜਿਵੇਂ ਬੰਦਾ ਬਹੁਤ ਜ਼ਿਆਦਾ ਸੁਸਾਈਡਲ ਮੋਡ ਵਿੱਚ ਹੈ, ਤੁਸੀਂ ਉਹਨੂੰ ਗੱਲੀ ਬਾਤੀ ਨਹੀਂ ਠੀਕ ਕਰ ਸਕਦੇ। ਤੁਹਾਨੂੰ ਉਹਦਾ ਜਿਹੜਾ ਜੋ ਚੱਲ ਰਿਹਾ ਤੁਹਾਨੂੰ ਉਹਦੀ ਗੋਲੀ ਦੇ ਕੇ ਕਾਮ डाउन करना पड़ेगा। पर कुछ डिसऑर्डर्स ऐसे हैं या कुछ लाइफ स्ट्रेसेस ऐसे हैं, ਤੁਹਾਡੀ ਫੈਮਿਲੀ ਵਿੱਚ ਕੁਝ ਚੱਲ ਰਿਹਾ, ਤੁਹਾਡੀ ਹਸਬੈਂਡ ਜਾਂ ਵਾਈਫ ਨਾਲ, ਕਪਲ ਨਾਲ ਕੁਝ ਚੱਲ ਰਿਹਾ ਹੈਗਾ, ਬੱਚੇ ਨੂੰ ਪੜ੍ਹਾਈ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ, ਨਾਰਮਲ ਸਟ੍ਰੈਸਸ ਆਫ ਦ ਲਾਈਫ, ਉਹਦੇ ਲਈ ਤੁਹਾਨੂੰ ਗੋਲੀਆਂ ਦੀ ਲੋੜ ਨਹੀਂ ਹੈ। ਤਾਂ ਤੁਸੀਂ ਕਿੱਥੇ ਜਾਓਗੇ? ਤੁਸੀਂ ਸਾਈਕੋਲੋਜਿਸਟ ਕੋਲ ਜਾਓਗੇ, ਕਾਉਂਸਲਰ ਕੋਲ ਜਾਓਗੇ। ਸੋ ਜਿਹੜਾ ਕਾਉਂਸਲਰ ਹੈ ਉਹ ਟਾਕਿੰਗ ਥੈਰੇਪੀ ਕਰੇਗਾ, ਮਤਲਬ ਗੱਲਬਾਤ ਦੇ ਰਾਹੀਂ ਤੁਹਾਡੀਆਂ ਮੁਸ਼ਕਿਲਾਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੇਗਾ। ਸਾਈਕਾਇਟ੍ਰਿਸਟ ਤੁਹਾਨੂੰ ਮੈਡੀਸਿਨ ਦੇਗਾ। ਤੇ ਇਹ ਫਰਕ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਪਬਲਿਕ ਫੋਰਮਸ ਤੇ ਓਵਰ ਇਨਫੋਰਮੇਸ਼ਨ ਦੀ ਗੱਲ ਕਰ ਰਹੀ ਹਾਂ। ਅਸੀਂ ਵੈਸੇ ਵੀ ਸਾਰੇ ਆਪਣੇ ਆਪ ਡਾਕਟਰ ਹਾਂ ਹੀ, ਹੈ ਨਾ। ਇਹ ਸਾਡੀ ਇੱਕ ਇੰਡੀਅਨਸ ਦੀ ਟੈਂਡੈਂਸੀ ਹੈ ਵੀ ਕੁਝ ਹੋ ਜਾਵੇ ਮੈਂ ਦੱਸਦਾ ਕੀ ਕਰਨਾ ਹੈਗਾ, ਹੈ ਨਾ। ਇਹ ਲੈ ਲਓ, ਆ ਘੋਲ ਪੀ ਲਓ, ਆ ਕਾੜਾ ਬਣਾ ਲਓ, ਉਹ ਸਾਡਾ ਚੱਲਦਾ ਹੀ ਹੈ। ਤੇ ਜਦ ਸਪੈਸ਼ਲੀ ਮੈਂਟਲ ਹੈਲਥ ਦੀ ਗੱਲ ਹੁੰਦੀ ਹੈ, ਉੱਥੇ ਤਾਂ ਫਿਰ ਅਸੀਂ ਸਾਰੇ ਉਸਤਾਦ ਬਣ ਜਾਂਦੇ ਹਾਂ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਕੋਈ ਨਾ ਮੇਰੇ ਕੋਲ ਆ ਕੇ ਗੱਲ ਕਰ ਲੈ, ਮੈਂ ਹੈਗਾ ਤਾਂ ਸਹੀ, ਹੈ ਨਾ। ਆਪਾਂ ਕਾਫੀ ਪੀਣ ਬਾਹਰ ਚੱਲਦੇ ਹਾਂ, ਫਿਰ ਕੀ ਹੋ ਗਿਆ, ਪਿਕਚਰ ਦੇਖ ਆਉਂਦੇ ਹਾਂ। ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਫੇਮਸ ਇਜ਼ ਬਹਿ ਕੇ ਦਾਰੂ ਪੀਂਦੇ ਹੈਗੇ ਆ, ਹੈ ਨਾ। 2-2 ਪੈਗ ਲਾਈਏ ਸਾਰਾ ਕੁਝ ਠੀਕ ਹੋ ਜਾਣਾ, ਠੀਕ ਹੈ। ਇਹ this is the top one। ਸੋ ਇਸ ਲਈ ਇਸ ਬਾਰੇ ਗੱਲ ਕਰਨੀ ਜ਼ਰੂਰੀ ਹੈ, ਕਿਉਂਕਿ ਓਵਰ ਇਨਫੋਰਮੇਸ਼ਨ ਨਾਲ ਕੀ ਹੋ ਰਿਹਾ ਹੈ, ਪਬਲਿਕ ਫੋਰਮਸ ਤੇ, ਕੋਈ ਫੇਸਬੁੱਕ ਹੈ, ਤੁਹਾਡਾ ਇੰਸਟਾਗ੍ਰਾਮ ਹੈ, ਔਰ ਐਨੀ ਆਫ ਦੀਜ਼ ਫੋਰਮਸ, ਜਦ ਇੱਥੇ ਕੋਈ ਵੀ ਬੰਦਾ ਐਕਸਪ੍ਰੈਸ ਕਰਦਾ ਨਾ ਕਿ ਪਟਿਆਲਾ ਸ਼ਹਿਰ ਵਿੱਚ ਕੋਈ ਵਧੀਆ ਸਾਈਕਾਇਟ੍ਰਿਸਟ ਦੱਸ ਦਿਓ, ਮੈਨੂੰ ਲੋੜ ਹੈ ਨਾ, ਜਾਂ ਮੇਰੇ ਦੋਸਤ ਨੂੰ ਲੋੜ ਹੈ, ਕੋਈ ਵਧੀਆ ਸਾਈਕੋਲੋਜਿਸਟ ਦੱਸ ਦਿਓ, ਮੈਨੂੰ ਥੋੜੀ ਦਿੱਕਤ ਹੋ ਰਹੀ ਹੈ। ਤੁਸੀਂ ਉਸ ਪੋਸਟ ਦੇ ਅੱਗੇ ਕਮੈਂਟ ਪੜ੍ਹਨਾ, ਕਦੀ ਉਸ ਪੋਸਟ ਦੇ ਅੱਗੇ ਕਮੈਂਟ ਹੁੰਦੇ ਆ,
ਉੱਥੇ ਯੋਗਾ ਵਾਲਾ ਕੈਂਪ ਲੱਗਿਆ ਹੋਇਆ, ਉੱਥੇ ਜਾ, ਸਾਰਾ ਕੁਝ ਠੀਕ ਹੋ ਜਾਣਾ। ਇੱਕੋ ਹੀ ਨੰਬਰ ਦੇਗਾ, ਮੈਨੂੰ ਇਨਬਾਕਸ ਕਰੋ, ਮੈਂ ਦੱਸਦਾ ਕੀ ਕਰਨਾ। ਜਾਂ ਫਿਰ ਉਹ ਕਹਿਣਗੇ ਫੈਮਿਲੀ ਨਾਲ ਹਿਲ ਸਟੇਸ਼ਨ ਤੇ ਜਾਓ, ਸਭ ਤੋਂ ਵਧੀਆ ਹੁੰਦਾ। ਸਵੇਰੇ ਸਵੇਰੇ ਵਾਕ ਤੇ ਜਾਇਆ ਕਰੋ, ਵਧੀਆ ਡਾਈਟ ਖਾਇਆ ਕਰੋ। ਦੇਖੋ ਸੱਚ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਗਲਤ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਐਡਜੰਕਟਸ ਹੈ। ਐਡਜੰਕਟਸ ਮਤਲਬ ਤੁਸੀਂ ਸਾਈਕਾਇਟ੍ਰਿਸਟ ਕੋਲ ਜਾਓਗੇ, ਸਾਈਕੋਲੋਜਿਸਟ ਕੋਲ ਜਾਓਗੇ, ਉਹ ਵੀ ਤੁਹਾਨੂੰ ਇਹ ਸਭ ਚੀਜ਼ਾਂ ਕਹਿਣਗੇ, ਪਰ ਉਹ ਮੇਨ ਲਾਈਨ ਆਫ ਟ੍ਰੀਟਮੈਂਟ ਨਹੀਂ ਹੋ ਸਕਦਾ। ਤੁਸੀਂ ਆਪਣੀ, ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ, ਤੁਸੀਂ ਹਾਰਟ ਦੀ ਪ੍ਰੋਬਲਮ ਕੀ ਹਿਲ ਸਟੇਸ਼ਨ ਤੇ ਜਾ ਕੇ ਠੀਕ ਕਰ ਲਓਗੇ? ਤੁਹਾਨੂੰ ਐਜ਼ਮਾ ਹੋ ਰਿਹਾ ਹੈਗਾ, ਤੁਸੀਂ ਐਜ਼ਮਾ ਕੀ ਕਾਫੀ ਪੀ ਕੇ ਠੀਕ ਕਰ ਲਓਗੇ? ਠੀਕ ਹੈ। ਸੋ ਅਸੀਂ ਲੋਕਾਂ ਨੂੰ ਪ੍ਰੋਫੈਸ਼ਨਲ ਹੈਲਪ ਵੱਲ ਪਾਈਏ। ਇਹ ਬਿਲਕੁਲ ਅੱਛੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਸੁਣਨ ਦੀ ਸਮਰੱਥਾ ਰੱਖੀਏ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਲਿਸਨਿੰਗ ਸਪੇਸ ਕ੍ਰੀਏਟ ਕਰੀਏ, ਅਨਕੰਡੀਸ਼ਨਲ ਲਿਸਨਿੰਗ ਸਪੇਸ, ਜਿੱਥੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਮੈਂ ਦੱਸਦਾ ਨਾ ਮੇਰੇ ਨਾਲ ਵੀ ਇਹੀ ਹੋਇਆ ਸੀਗਾ, ਜਦ ਮੈਂ 2 ਸਾਲ ਪਹਿਲੇ ਮੇਰੇ ਉੱਥੇ ਇਹਦੀ ਡੈਥ ਹੋਈ ਸੀਗੀ ਨਾ, ਮੈਨੂੰ ਐਵੇਂ ਫੀਲ ਹੋ ਰਿਹਾ ਸੀਗਾ। ਓਕੇ, ਅਸੀਂ ਉੱਥੇ ਕੀ ਕਰ ਰਹੇ ਹਾਂ, ਅਸੀਂ ਬੰਦੇ ਨੂੰ ਕਹਿ ਰਹੇ ਹਾਂ ਕਿ ਤੇਰੀ ਪ੍ਰੋਬਲਮ ਜਿਹੜੀ ਹੈ ਨਾ ਠੀਕ ਹੈ, ਪਰ ਸਾਰੇ ਫੇਸ ਕਰਦੇ ਆ, ਇਟਸ ਓਕੇ, ਕੋਈ ਇੰਨੀ ਵੱਡੀ ਗੱਲ ਨਹੀਂ ਹੈ। ਬੰਦਾ ਕਹਿੰਦਾ ਅੱਛਾ ਇੰਨੀ ਵੱਡੀ ਗੱਲ ਨਹੀਂ ਹੈ, ਫਿਰ ਮਤਲਬ ਮੈਨੂੰ ਹੀ ਕੁਝ ਗਲਤ ਲੱਗ ਰਿਹਾ ਹੈਗਾ। ਸੋ ਕੀ ਹੁੰਦਾ, ਪਹਿਲੀ ਜਿਹੜੀ ਰਿਸਟ੍ਰਿਕਟਿਡ ਸਪੇਸ ਹੈਗੀ ਹੈ ਟ੍ਰੀਟਮੈਂਟ ਸੀਕ ਕਰਨ ਦੀ, ਬੰਦਾ ਉੱਥੋਂ ਹੀ ਪਿੱਛੇ ਹਟ ਜਾਂਦਾ। ਇਸ ਲਈ ਪ੍ਰੋਫੈਸ਼ਨਲ ਹੈਲਪ ਜਿੱਥੇ ਲੋੜ ਹੈ ਉੱਥੇ ਉਸਨੂੰ ਜ਼ਰੂਰ ਉਸ ਵੱਲ ਪਾਈਏ। ਹਾਂ, ਤੁਹਾਨੂੰ ਜਾਣਦਾ ਹੈ ਕੋਈ, ਤੁਹਾਡੇ ਫਰੈਂਡਸ ਹੈ, ਰਿਲੇਟਿਵਸ, ਹੂਐਵਰ, ਉਹਦੇ ਨਾਲ ਖੜੇ ਜ਼ਰੂਰ ਹੋਈਏ। ਖੜੇ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਸਪੇਸ ਦਈਏ ਕਿ ਤੁਸੀਂ ਆਪਣੀ ਗੱਲ ਰੱਖੋ, ਸਾਹਮਣੇ ਸ਼ੇਅਰ ਕਰੋ। ਅਸੀਂ ਉਹਨੂੰ ਉਸ 'ਤੇ ਤੁਹਾਨੂੰ ਜੱਜ ਨਹੀਂ ਕਰਨ ਲੱਗੇ, ਅਸੀਂ ਤੁਹਾਨੂੰ ਇਹ ਨਹੀਂ ਕਹਿਣ ਲੱਗੇ ਲੈ ਤੈਨੂੰ ਇਹ ਕਿਵੇਂ ਹੋ ਗਿਆ, ਤੂੰ ਤਾਂ ਬੜਾ ਇੰਟੈਲੀਜੈਂਟ ਹੈ, ਤੈਨੂੰ ਕਿਹੜਾ ਡਿਪਰੈਸ਼ਨ ਹੋ ਗਿਆ, ਤੂੰ ਤਾਂ ਫਸਟ ਆਉਂਦਾ ਸੀਗਾ। ਸੋ ਦਿਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਤੇ ਬਹੁਤ ਤਿੰਨੇ ਹੀ ਪੈਨਲਿਸਟ ਨੇ ਬੜੀ ਡਿਟੇਲ 'ਚ ਸਾਨੂੰ ਦੱਸਿਆ ਕਿ ਜਿਹੜੀਆਂ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਨੇ ਉਹਦੇ ਬਾਰੇ ਅਵੇਅਰਨੈਸ ਕਿੰਨੀ ਜ਼ਰੂਰੀ ਹੈ ਤੇ ਉਹ ਕਿੰਨੀਆਂ ਪ੍ਰੀਵੇਲੈਂਟ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮਾਜ ਵਿੱਚ। ਸੋ ਹੁਣ ਜੇ ਅਸੀਂ ਮੈਂਟਲ ਹੈਲਥ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਜਿੰਨਾ ਵੀ ਤਿੰਨੋਂ ਪੈਨਲਿਸਟ ਨੇ ਗੱਲਬਾਤ ਕੀਤੀ ਉਹਦੇ 'ਚ ਕੁਝ ਅਗੇਨ ਜਿਹੜੇ ਸ਼ਬਦ ਸੀ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ 'ਚ ਰਿਲੇਸ਼ਨਸ਼ਿਪਸ, ਮੀਨਿੰਗ, ਪਰਪਸ, ਅਨਕੰਡੀਸ਼ਨਲ ਲਿਸਨਿੰਗ ਸਪੇਸਿਸ, ਇਹ ਤਿੰਨੋਂ ਹੀ ਮੇਰੇ ਚਾਰੋਂ ਹੀ ਸ਼ਬਦ ਬਹੁਤ ਇੰਪੋਰਟੈਂਟ ਨੇ। ਤੇ ਜੇ ਆਪਾਂ ਮਨੁੱਖੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਡਿਫਰੈਂਟ ਫਿਲੋਸੋਫੀਕਲ ਟ੍ਰੈਡੀਸ਼ਨਸ ਨੇ, ਜਿਹੜੇ ਡਿਫਰੈਂਟ ਕਲਚਰਲ ਟ੍ਰੈਡੀਸ਼ਨਸ ਨੇ, ਸਿਵਲਾਈਜੇਸ਼ਨਲ ਟ੍ਰੈਡੀਸ਼ਨਸ ਨੇ, ਉਹਨਾਂ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਬੜੀ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਵੀ ਸਾਡੇ ਲਈ ਇੱਕ ਪ੍ਰਸ਼ਨ ਹੈ ਕਿ ਅੱਜ ਜਦੋਂ ਅਸੀਂ ਇਹਨਾਂ ਪ੍ਰਸ਼ਨਾਂ ਨਾਲ ਜੂਝ ਰਹੇ ਹਾਂ ਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਅਸੀਂ ਕਿਸ ਗੱਲ ਨੂੰ ਜ਼ਿਆਦਾ ਐਮਫੇਸਾਈਜ਼ ਕਰਦੇ ਹਾਂ, ਉਹਦੇ ਇੰਡੀਵਿਜੂਅਲ ਰੀਜ਼ਨਸ ਨੂੰ ਜਾਂ ਉਹਦੇ ਸੋਸ਼ਲ ਰੀਜ਼ਨਸ ਜਾਂ ਸਟਰਕਚਰਲ ਰੀਜ਼ਨਸ ਨੂੰ। ਤੇ ਪ੍ਰਾਇਮਰੀਲੀ ਜਿਹੜਾ ਡਿਸਕੋਰਸ ਇਮਰਜ ਕੀਤਾ ਸਾਡੀ ਸਾਰੀ ਗੱਲਬਾਤ ਤੋਂ, ਉਹਦੇ 'ਚ ਐਮਫੇਸਿਸ ਇਹ ਰਿਹਾ ਕਿ ਇੱਕ ਇੰਡੀਵਿਜੂਅਲ ਹੈ, ਉਹ ਆਪਣੀਆਂ ਹਾਲਤਾਂ ਵਿੱਚ ਆਪਣੇ ਆਪ ਨੂੰ ਥੋੜ੍ਹਾ ਜਿਹਾ ਫਸਿਆ ਮਹਿਸੂਸ ਕਰਦਾ ਹੈ, ਜਾਂ ਉਹਨੂੰ ਫੇਲੀਅਰ ਐਕਸਪੀਰੀਅੰਸ ਹੁੰਦਾ ਹੈ, ਜਾਂ ਇਮੋਸ਼ਨਲ ਆਈਸੋਲੇਸ਼ਨ ਐਕਸਪੀਰੀਅੰਸ ਹੁੰਦੀ ਹੈ, ਜਾਂ ਮਾਨਸਿਕ ਤਣਾਅ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਹੈ, ਕਿਉਂਕਿ ਉਹ ਕੁਝ ਖਾਸ ਜਿਹੜੀਆਂ ਉਹਦੇ ਤੋਂ ਐਕਸਪੈਕਟੇਸ਼ਨਸ ਨੇ ਉਹ ਪੂਰੀਆਂ ਨਹੀਂ ਕਰ ਪਾ ਸਕਦਾ ਤੇ ਆਪਾਂ ਉਸ ਇੰਡੀਵਿਜੂਅਲ ਦੀ ਮਦਦ ਕਰੀਏ। ਪਰ ਜੇ ਆਪਾਂ ਸਟਰਕਚਰਲ ਕਾਜ਼ਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹਨਾਂ ਦੀ ਨਿਸ਼ਾਨਦੇਹੀ ਆਪਾਂ ਕਿਵੇਂ ਕਰ ਸਕਦੇ ਹਾਂ, ਜਿਵੇਂ ਕਿ ਜੇਮਸ ਡੇਵਿਸ ਜੋ ਕਿ ਬੜੇ ਫੇਮਸ ਸਕਾਲਰ ਨੇ, ਉਹਨਾਂ ਦੀ ਜਿਹੜੀ ਰੀਸੈਂਟ ਕਿਤਾਬ ਹੈ ਉਹ ਬੜੀ ਇੰਟਰਸਟਿੰਗ ਹੈ। ਉਹਦਾ ਟਾਈਟਲ ਹੈ ਸੈਡੇਟਡ, ਹਾਊ ਮਾਡਰਨ ਕੈਪੀਟਲਿਜ਼ਮ ਕ੍ਰੀਏਟਡ ਆਵਰ ਮੈਂਟਲ ਹੈਲਥ ਕ੍ਰਾਈਸਿਸ। ਸੋ ਹੀ ਸੇਜ਼ ਕਿ ਜਿਹੜਾ ਮੈਂਟਲ ਹੈਲਥ ਦਾ ਇਸ਼ੂ ਹੈ ਉਹ ਨਵੀਂ ਅਫੀਮ ਬਣਿਆ ਹੋਇਆ ਲੋਕਾਂ ਲਈ। ਤੇ ਇੱਕ ਸਮਾਂ ਸੀ ਜਦੋਂ ਧਰਮ ਅਫੀਮ ਹੁੰਦੀ ਸੀ ਤੇ ਅੱਜ ਜਿਹੜੀ ਅਫੀਮ ਹੈ ਉਹ ਹੈਗਾ ਮੈਂਟਲ ਹੈਲਥ। ਸੋ ਸਟਰਕਚਰਲ ਪ੍ਰੋਬਲਮਸ ਨੇ ਜਿਹੜੀਆਂ, ਸਿਸਟਮਿਕ ਪ੍ਰੋਬਲਮਸ ਨੇ ਜਿਹੜੀਆਂ, ਵੈਲਿਊਜ਼ ਦਾ ਜਿਹੜਾ ਟਕਰਾਅ ਹੈ, ਰੋਲਸ ਦੀ ਜਿਹੜੀ ਕੁਐਸਚਨਿੰਗ ਹੋ ਰਹੀ ਹੈ ਪਿਛਲੇ 100-200 ਸਾਲਾਂ ਤੋਂ, ਤੇ ਆਪਣੇ ਸਮਾਜ ਦੀ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 50-60 ਸਾਲਾਂ ਤੋਂ, ਉਸ ਸਾਰੇ ਪ੍ਰੋਸੈਸ ਨੇ ਵੀ ਬੰਦਿਆਂ 'ਚ ਤੇ ਬੰਦੀਆਂ 'ਚ ਬਹੁਤ ਸਾਰੀਆਂ ਐਂਗਜ਼ਾਈਟੀਜ਼ ਜਨਰੇਟ ਕੀਤੀਆਂ ਨੇ। ਸੋ ਜੇ ਮੈਂ ਹੁਣ ਤਾਰਿਕਾ ਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜੇ ਸਟਰਕਚਰਲ ਰੀਜ਼ਨਸ ਨੇ ਜਾਂ ਸੋਸ਼ਲ ਰੀਜ਼ਨਸ ਨੇ ਜਾਂ ਕਿਹੜੀਆਂ ਕਲੈਸ਼ ਆਫ ਵੈਲਿਊਜ਼ ਨੇ ਜਿਨ੍ਹਾਂ ਕਰਕੇ ਇਹ ਜਿਹੀ ਐਂਗਜ਼ਾਈਟੀ ਲੋਕ ਐਕਸਪੀਰੀਅੰਸ ਕਰਦੇ ਨੇ? ਕਿਉਂਕਿ ਮੈਂਟਲ ਹੈਲਥ ਹੈ ਜਿਹੜੀ, ਬੰਦਾ ਕਦੀ ਵੀ ਕਿਸੇ ਵੀ ਤਰ੍ਹਾਂ ਦੇ ਖਿਲਾਫ ਨਹੀਂ ਹੁੰਦਾ,
ਉਹ ਹਮੇਸ਼ਾ ਬੰਦਿਆਂ ਦੇ ਇਰਦ ਗਿਰਦ ਹੁੰਦਾ ਹੈ, ਇੱਕ ਖਾਸ ਤਰ੍ਹਾਂ ਦੀ ਸਮਾਜਿਕ ਬਣਤਰ ਵਿੱਚ ਰਹਿੰਦਾ ਹੁੰਦਾ, ਅਤੇ ਬੰਦੇ ਨੂੰ ਆਪਣੀ ਬੰਦਿਆਈ ਜਾਂ ਆਪਣੇ ਸਵੈ ਦਾ ਜਿਹੜਾ ਅਹਿਸਾਸ ਹੈ ਉਹ ਵੀ ਦੂਜੇ ਬੰਦੇ ਦੀ ਹਾਜ਼ਰੀ 'ਚ ਹੀ ਹੁੰਦਾ, ਮਤਲਬ ਉਹ ਹੋਣਾ ਹੈ। ਸੋ ਉਹਨਾਂ ਇਸ਼ੂਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਸਰ ਸਟਰਕਚਰਲ ਰੀਜ਼ਨ, ਸੋਸ਼ਲ ਰੀਜ਼ਨਸ ਦੀ ਗੱਲ ਕੀਤੀ ਹੈ। ਸਟਰਕਚਰਲ ਤੋਂ ਸ਼ੁਰੂ ਕਰਾਂਗੇ ਕਿਉਂਕਿ ਸਰ ਨੇ ਜੇਮਸ ਡੇਵਿਸ ਦੀ ਗੱਲ ਕੀਤੀ ਹੈ, ਤਾਂ ਉਹਨਾਂ ਨੇ ਕਿਹਾ ਕਿ ਕੈਪੀਟਲਿਜ਼ਮ, ਜਿਵੇਂ ਸਰ ਨੇ ਕਿਹਾ, ਨੇ ਇਹ ਚੀਜ਼ ਕ੍ਰੀਏਟ ਕੀਤੀ ਹੈ। ਐਕਚੁਅਲੀ ਇਹ ਸੱਚ ਹੈ ਕਿ ਮੈਂਟਲ ਹੈਲਥ ਜਿਹੜੀ ਫੀਲਡ ਹੈ ਜਾਂ ਮੈਂਟਲ ਹੈਲਥ ਜਿਹੜਾ ਕਨਸੈਪਟ ਹੈ, ਉਹ ਸਿਸਟਮ, ਸਟਰਕਚਰਸ, ਸਰਕਾਰਾਂ ਸਾਨੂੰ ਇਹ ਵਿਸ਼ਵਾਸ ਦਿਵਾਉਂਦੀਆਂ ਕਿ ਇਹ ਤੁਹਾਡੇ ਤੇ ਹੈ, ਇਹ ਤੁਹਾਡੇ ਆਪਣੇ ਕਰਕੇ ਹੈ। ਪਰ ਸੱਚ ਇਹ ਹੈ ਕਿ ਮੈਂਟਲ ਹੈਲਥ ਨਾ ਆਈਸੋਲੇਸ਼ਨ 'ਚ ਐਗਜ਼ਿਸਟ ਕਰ ਨਹੀਂ ਸਕਦਾ। ਤੁਸੀਂ ਆਪਣੇ ਆਪ, ਇਟ ਕੈਨ ਹੈਪਨ, ਇਹ ਨਹੀਂ ਕਿ ਨਹੀਂ ਹੋ ਸਕਦਾ, ਪਰ ਬਹੁਤੀ ਵਾਰ ਜਿਹੜੇ ਸਪੈਸ਼ਲੀ ਆਮ ਲਾਈਫ ਸਟ੍ਰੈਸਿਸ ਹੈ, ਮਤਲਬ ਜਿਹੜਾ ਮਾਈਲਡ ਡਿਪਰੈਸ਼ਨ ਹੈ ਜਾਂ ਐਨਜ਼ਾਈਟੀਜ਼ ਹੈ ਨਾ, ਇਹਨਾਂ ਦਾ ਜਿਹੜਾ ਐਨਜ਼ਾਈਟੀ ਦਾ ਮੇਨ ਮੁੱਦਾ ਕੀ ਹੈ? ਐਨਜ਼ਾਈਟੀ ਦਾ ਮੇਨ ਕਾਰਨ ਹੈ ਡਰ, ਫੀਅਰ, ਇਰੈਸ਼ਨਲ ਫੀਅਰ। ਇਰੈਸ਼ਨਲ ਉਹਦਾ ਕੋਈ ਬੇਸਿਸ ਨਹੀਂ ਹੈ, ਪ੍ਰੂਫ ਨਹੀਂ ਹੈ ਤੁਹਾਡੇ ਕੋਲ, ਪਰ ਡਰ ਲੱਗ ਰਿਹਾ। ਤਾਂ ਮੈਂਟਲ ਹੈਲਥ ਜਿਹੜੀ ਹੈ ਉਹ ਆਪਣੇ ਇਕੱਲੇ ਕਰਕੇ ਨਾ ਕਦੀ ਸੀ ਤੇ ਨਾ ਹੀ ਹੈ। ਹਾਂ, ਸੋਸਾਇਟੀ, ਨਾਟ ਸੋਸਾਇਟੀ ਐਕਚੁਅਲੀ, ਬਟ ਗਵਰਨਮੈਂਟਸ ਐਂਡ ਸਿਸਟਮਸ ਤੁਹਾਨੂੰ ਜ਼ਰੂਰ ਇਹ ਯਕੀਨ ਦਿਵਾਉਂਦੀਆਂ ਕਿ ਤੁਹਾਡੇ ਕਰਕੇ ਹੈ। ਇੱਕ ਬੜਾ ਇੰਟਰਸਟਿੰਗ, ਮੈਂ ਅੱਜ ਦੀ ਡਿਸਕਸ਼ਨ ਬਾਰੇ ਪੜ੍ਹ ਰਹੀ ਸੀ, ਤਾਂ ਇੱਕ ਬੜਾ ਇੰਟਰਸਟਿੰਗ ਇੰਗਲਿਸ਼ ਵਿੱਚ ਸੀਗਾ ਇਹ, ਪਰ ਮੈਂ ਇਸ 'ਚ ਥੋੜ੍ਹੇ ਪਾਰਟਸ ਮੈਂ ਬੋਲਾਂਗੀ। ਇਸ ਨਾਲ ਲਿਖਿਆ ਕਿ ਤਨਖਾਹ, ਜਿਹੜੀ ਤੁਹਾਨੂੰ ਤਨਖਾਹ, ਸੈਲਰੀ ਮਿਲਦੀ ਹੈ, ਵੇਜਸ, ਇਹ ਮੈਂਟਲ ਹੈਲਥ ਇਸ਼ੂ ਹੈ। ਜੇ ਮੇਰੇ ਕਲਾਇੰਟ ਕੋਲ, ਕਲਾਇੰਟ ਇਜ਼ ਅ ਪਰਸਨ ਜਿਹੜਾ ਪੇਸ਼ੈਂਟ ਹੈ, ਥੈਰੇਪਿਸਟ ਕੋਲ ਆਉਂਦਾ, ਜੇ ਮੇਰੇ ਕਲਾਇੰਟ ਕੋਲ, ਮੇਰੇ ਕਲਾਇੰਟ ਨੂੰ ਇੰਨਾ ਡਰ ਹੈ ਕਿ ਜੇ ਮੈਂ ਇੱਕ ਸ਼ਿਫਟ ਮਿਸ ਕਰਕੇ ਡਾਕਟਰ ਕੋਲ ਚਲਾ ਗਿਆ ਤਾਂ ਮੈਂ ਆਪਣੇ ਘਰ ਦਾ ਰੈਂਟ ਨਹੀਂ ਪੇ ਕਰ ਸਕਦਾ, ਤਾਂ ਮੇਰੇ ਕੋਲ ਕਿਵੇਂ ਆਏਗਾ? ਤਾਂ ਵੇਜਸ, ਇਹ ਵੀ ਮੈਂਟਲ ਹੈਲਥ ਇਸ਼ੂ ਹੈ। ਬੱਚਿਆਂ ਦੀ ਦੇਖ ਰੇਖ, ਇਹ ਮੈਂਟਲ ਹੈਲਥ ਇਸ਼ੂ ਹੈ। ਜੇ ਇੱਕ ਮਾਂ ਕੋਲ ਇੰਨਾ ਸਮਾਂ ਨਹੀਂ, ਪਰ ਉਹਦੇ ਕੋਲ ਇੰਨੀ ਫੈਸਿਲਿਟੀ ਨਹੀਂ ਹੈ, ਕਾਰਪੋਰੇਟ ਵਿੱਚ ਤੁਸੀਂ ਹੋ ਜਾਂ ਤੁਸੀਂ ਕਿੱਥੇ ਵੀ ਕੰਮ ਕਰਦੇ ਹੋ, ਆਰਗੇਨਾਈਜੇਸ਼ਨ ਵਿੱਚ ਤੁਹਾਡੇ ਬੱਚੇ ਦੀ ਦੇਖ ਰੇਖ ਲਈ ਫੈਸਿਲਿਟੀ ਨਹੀਂ ਹੈ, ਤਾਂ ਉਹ ਇੱਕ ਮੈਂਟਲ ਹੈਲਥ ਇਸ਼ੂ ਹੈ। ਜੇ ਮਾਂ ਨੂੰ ਐਨਜ਼ਾਈਟੀ ਹੈ ਤਾਂ ਉਹਦੇ ਕੋਲ ਕਿਹੜਾ ਟਾਈਮ ਹੈਗਾ ਸਾਈਕਾਇਟਰਿਸਟ ਕੋਲ, ਸਾਈਕੋਲੋਜਿਸਟ ਕੋਲ ਜਾਣ ਦਾ? ਐਵੇਂ ਹੀ ਫੂਡ ਸਿਕਿਉਰਿਟੀ, ਇਹ ਵੀ ਮੈਂਟਲ ਹੈਲਥ ਇਸ਼ੂ ਹੈ। ਜੇ ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਅਗਲਾ ਜਿਹੜਾ ਮੇਰਾ ਮੀਲ ਹੈ ਉਹ ਪ੍ਰੈਜ਼ੈਂਟ ਹੈ ਕਿ ਨਹੀਂ, ਮੈਨੂੰ ਖਾਣਾ ਲੱਭ ਰਿਹਾ ਕਿ ਨਹੀਂ, ਤਾਂ ਉਹ ਤੁਹਾਡੇ ਕੋਲ ਡਾਕਟਰ ਕੋਲ ਆਏਗਾ ਇਹ ਗੱਲ ਕਰਨ ਲਈ ਕਿ ਮੈਨੂੰ ਐਨਜ਼ਾਈਟੀ ਹੋ ਰਹੀ ਹੈ। ਉਹ ਟਾਈਮ ਹੀ ਨਹੀਂ ਉਹਨਾਂ ਚੀਜ਼ਾਂ ਦਾ। ਇਸ ਲਈ ਫੋਕਸ ਜ਼ਿਆਦਾ ਇਹ ਹੋ ਰਿਹਾ ਹੈ ਹਰ ਪਾਸੇ, ਸਿਰਫ ਇੰਡੀਆ, ਪੰਜਾਬ ਜਾਂ ਵਰਲਡ ਓਵਰ ਹੀ ਫੋਕਸ ਇਹ ਹੈਗਾ ਇਸ ਵੇਲੇ ਕਿ ਲਾਜ਼ ਇਹ ਬਣ ਰਹੇ ਹੈ। ਕੰਪਨੀ ਹੈ ਤੁਹਾਡੀ, ਤੁਸੀਂ ਕੰਪਨੀ ਸ਼ੁਰੂ ਕਰ ਰਹੇ ਹੋ, ਤੁਹਾਡਾ ਸਕੂਲ ਹੈਗਾ, ਤੁਸੀਂ ਕਾਲਜ 'ਚੋਂ, ਅੱਛਾ ਇੱਕ ਥੈਰੇਪਿਸਟ ਹੋਣਾ ਚਾਹੀਦਾ, ਇੱਕ ਥੈਰੇਪਿਸਟ ਰੱਖਣਾ ਤੁਸੀਂ, ਇਹ ਮੈਂਡੇਟਡ ਹੈ, ਠੀਕ ਹੈ, ਪਾਲਿਸੀ ਇਹ ਬਣ ਰਹੀ ਹੈ। ਤੁਸੀਂ ਥੈਰੇਪਿਸਟ ਦੇ ਦਿੰਦੇ ਹੋ, ਤੁਸੀਂ ਤਨਖਾਹਾਂ ਨਹੀਂ ਦੇ ਰਹੇ। ਤੁਸੀਂ ਥੈਰੇਪਿਸਟ ਦੇ ਰਹੇ ਹੈਗੇ ਹੋ, ਤੁਹਾਡਾ ਵਰਕ ਇਨਵਾਇਰਨਮੈਂਟ, ਤੁਹਾਡੇ ਵਰਕਿੰਗ ਆਵਰਸ ਇੰਨੇ ਜ਼ਿਆਦਾ ਹੈਗੇ ਆ, ਤੁਸੀਂ ਉਹਦੀ ਐਕਸਟਰਾ ਪੇਮੈਂਟ ਨਹੀਂ ਕਰ ਰਹੇ, ਜਾਂ ਐਕਸਪੈਕਟ ਇਹ ਕਰ ਰਹੇ ਹੋ ਕਿ ਵਰਕਰ ਹੈਗਾ ਉਹ ਜ਼ਿਆਦਾ ਹੀ ਕੰਮ ਕਰੇਗਾ। ਫਿਰ ਜਦ ਬੰਦੇ ਨੂੰ ਤਣਾਅ ਹੁੰਦਾ, ਫਿਰ ਤੁਸੀਂ ਕਹਿੰਦੇ ਹੋ ਥੈਰੇਪਿਸਟ ਹੈ ਨਾ, ਜਾਓ ਉਹਦੇ ਕੋਲ, ਅਸੀਂ ਦੇਖੋ ਫ੍ਰੀ ਥੈਰੇਪਿਸਟ ਤੁਹਾਨੂੰ ਮੁਹੱਈਆ ਕਰਾ ਰਹੇ ਹਾਂ। ਤਾਂ ਪਾਲਿਸੀ ਜਿਹੜੀ ਹੈਗੀ ਹੈ ਉਹ ਦੂਜੇ ਪਾਸੋਂ ਬਣ ਰਹੀ ਹੈ। ਉਹ ਆਪਣੇ ਵਿੱਚ ਜਿਹੜੀ ਸਿਸਟਮ ਵਿੱਚ, ਸਟਰਕਚਰ ਵਿੱਚ ਜਿਹੜੀ ਪ੍ਰੋਬਲਮਸ ਹੈ ਉਹਨੂੰ ਨਹੀਂ ਐਡਰੈਸ ਕਰ ਰਹੀ, ਕਿਉਂਕਿ ਅਸੀਂ ਤਾਂ ਆਪਣੀ ਪ੍ਰੋਡਕਟਿਵਿਟੀ ਕੱਢਣੀ ਹੈ ਨਾ, ਸਾਡੇ ਪੈਸੇ ਬਣਨੇ ਚਾਹੀਦੇ ਆ ਉੱਥੋਂ। ਹਾਂ, ਤੁਹਾਨੂੰ ਤਣਾਅ ਹੋ ਰਿਹਾ ਤਾਂ ਪਲੀਜ਼ ਗੋ ਟੂ ਅ ਥੈਰੇਪਿਸਟ। ਤਾਂ ਦੂਜੇ ਪਾਸੋਂ ਦੇ ਆਰ ਟਰਾਈਂਗ ਟੂ ਮੈਨੀਪੂਲੇਟ, ਨਹੀਂ, ਪਰ ਤੁਹਾਨੂੰ ਦੋਸ਼ ਤੁਹਾਡੇ ਤੇ ਮੜ ਰਹੇ ਹੈਗੇ। ਦੋਸ਼ ਅਸਲ 'ਚ ਇਨਸਾਨ ਦਾ ਹੈ ਨਹੀਂ, ਪਰ ਮੜਿਆ ਉਸ 'ਤੇ ਜਾ ਰਿਹਾ। ਤਾਂ ਇਸ ਲਈ ਜਦ ਮੈਂ ਮਾਸਟਰ ਵਿੱਚ ਸੀ ਤਾਂ ਮੈਨੂੰ ਯਾਦ ਹੈ ਮੇਰੇ ਟੀਚਰ ਸੀ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਈਕੋਲੋਜੀ ਦੀ ਟ੍ਰੇਨਿੰਗ ਭਾਵੇਂ ਲੈ ਰਹੇ ਹੋ, ਪਰ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਜਾਂ ਤੁਹਾਡੇ ਕੌਂਟੈਕਟਸ ਵਿੱਚ ਪੁਲਿਸ ਵਾਲੇ ਲੋਕ, ਵਿਮਨ ਸੈੱਲ ਦੇ ਲੋਕ, ਲਾਇਰਸ, ਇਹ ਤੁਹਾਡੇ ਕੌਂਟੈਕਟ ਵਿੱਚ ਹੋਣੇ ਚਾਹੀਦੇ ਹੈ। ਜੇ ਕੋਈ ਔਰਤ ਤੁਹਾਡੇ ਕੋਲ ਆ ਰਹੀ ਹੈਗੀ ਹੈ ਕਿ ਮੇਰਾ ਤਾਂ ਘਰ ਵਾਲਾ ਮੈਨੂੰ ਕੁੱਟਦਾ ਹੈ ਜਾਂ ਮੇਰੇ ਇਨ-ਲॉज ਮੈਨੂੰ ਕੁੱਟਦੇ ਹੈ, ਤੁਸੀਂ ਉਹਨੂੰ ਕੀ ਕਹੋਗੇ? ਵੀ ਕੋਈ ਨਾ, ਕਾਮ ਡਾਊਨ, ਬੱਚੇ ਪੋਜ਼ਿਟਿਵ ਥਿੰਕਿੰਗ, ਪੋਜ਼ਿਟਿਵ ਸੋਚੋ। ਇਹ ਤੁਸੀਂ ਨਹੀਂ ਕਹਿ ਸਕਦੇ। ਉਹਨੂੰ ਕੀ ਫਰਕ ਪੈ ਰਿਹਾ ਉਹਦੇ ਨਾਲ? ਤੁਹਾਨੂੰ ਕੀ ਕਰਨਾ ਪਏਗਾ ਉਸ ਵੇਲੇ? ਤੁਹਾਨੂੰ ਆਪਣਾ ਕੰਟੈਕਟ ਲਗਾਉਣਾ ਪਏਗਾ ਕਿ ਅੱਛਾ ਆਈ ਵਿਲ ਟੇਕ ਯੂ ਟੂ ਅ ਲਾਇਰ। ਉਧਰੋਂ ਉਹਦੀ ਸਾਰੀ ਪ੍ਰੋਬਲਮ ਹੀ ਉਧਰੋਂ ਅਰਾਈਜ਼ ਹੋ ਰਹੀ ਹੈ, ਠੀਕ? ਤੇ ਦਿਸ ਇਜ਼ ਹਾਊ structure has built
ਸਰਟਨ ਮੈਂਟਲ ਹੈਲਥ ਪ੍ਰੋਬਲਮਸ ਤੇ ਅੱਗੋਂ ਸੋਸ਼ਲ ਕਾਜ਼ਸ ਬਾਰੇ ਅਮਰ ਗੱਲ ਕਰਨਗੇ। ਹਾਂਜੀ, ਮੈਂ ਅਮਰਪ੍ਰੀਤ ਕੌਰ ਜੀ ਨੂੰ ਖਾਸ ਕਰਕੇ ਮਤਲਬ ਗੁਜ਼ਾਰਿਸ਼ ਕਰਾਂਗਾ ਕਿ ਕਿਉਂਕਿ ਉਹਨਾਂ ਨੇ ਸੋਸ਼ਲ ਰੋਲਸ ਦੀ ਗੱਲ ਕੀਤੀ ਸੀ, ਤੇ ਇੱਕ ਪਾਸੇ ਤਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕੰਟੈਂਪਰਰੀ ਸੁਸਾਇਟੀ ਹੈ, ਕੰਟੈਂਪਰਰੀ ਪੋਲੀਟਿਕਸ ਹੈ, ਕੰਟੈਂਪਰਰੀ ਇਕੋਨਮੀ ਹੈ, ਮਾਡਰਨ ਕੈਪੀਟਲਿਜ਼ਮ ਹੈ ਜਿਹੜਾ, ਉਹਨੇ ਇਹ ਪ੍ਰੋਬਲਮਸ ਨੂੰ ਜਨਮ ਦਿੱਤਾ। ਪਰ ਕੀ ਜਿਹੜੇ ਸੋਸ਼ਲ ਰੋਲਸ ਦੀ ਕੁਐਸਚਨਿੰਗ ਹੈ ਉਹ ਇੱਕ ਚੇਂਜ ਦਾ ਇਨਐਵਿਟੇਬਲ ਪਾਰਟ ਹੁੰਦੀ ਹੈ, ਗਰੋਥ ਦਾ ਇਨਐਵਿਟੇਬਲ ਪਾਰਟ ਹੁੰਦੀ ਹੈ, ਪ੍ਰੋਗਰੈਸ ਦਾ ਇਨਐਵਿਟੇਬਲ ਪਾਰਟ ਹੁੰਦੀ ਹੈ। ਸੋ ਉਹ ਕਿਹੜੇ ਸੋਸ਼ਲ ਰੋਲਸ ਨੇ ਜਿਨ੍ਹਾਂ ਕਰਕੇ ਜਿਹੜਾ ਇਨਸਾਨ ਹੈ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਹੈ ਤੇ ਇਹ ਮਹਿਸੂਸ ਕਰਦਾ ਹੈ ਕਿ ਸ਼ਾਇਦ ਮੇਰੇ ਤੋਂ ਇਹ ਕੰਮ ਹੋਇਆ ਨਹੀਂ ਤੇ ਮੈਨੂੰ ਕਰਨਾ ਚਾਹੀਦਾ ਹੈ। ਉਹ ਕਿਹੜੀਆਂ ਟ੍ਰੈਡੀਸ਼ਨਲ ਐਕਸਪੈਕਟੇਸ਼ਨ ਸੀਗੀਆਂ? ਇੱਕ ਤਾਂ ਐਕਸਪੈਕਟੇਸ਼ਨਸ ਆਪਾਂ ਕਰ ਲਿਆ ਮਾਡਰਨ ਇਕੋਨਮੀ ਦੀ, ਇੱਕ ਹੋ ਗਈਆਂ ਕਲਚਰਲ ਐਕਸਪੈਕਟੇਸ਼ਨਸ ਨੇ ਬੇਸਡ ਔਨ ਸੋਸ਼ਲ ਰੋਲਸ ਕਿ ਦਿਸ ਇਜ਼ ਵਾਟ ਯੂ ਆਰ ਸਪੋਜ਼ਡ ਟੂ ਡੂ। ਸੋ ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜੇ ਸੋਸ਼ਲ ਰੋਲਸ ਨੇ? ਸੋਸ਼ਲ ਕਾਜ਼ਸ ਐਕਚੁਅਲੀ ਬਹੁਤ ਸਾਰੇ ਨੇ ਇਹਦੇ। ਇੱਕ ਚੀਜ਼ ਹੁੰਦੀ ਹੈ ਸਾਈਕੋਲੋਜੀ ਵਿੱਚ ਜਿਹਨੂੰ ਅਸੀਂ ਸੋਸ਼ਲ ਕਲੌਕ ਕਹਿੰਦੇ ਹਾਂ, ਕਿ ਮਤਲਬ ਜਿਵੇਂ ਜਿਵੇਂ ਕੋਈ ਬੜਾ ਹੁੰਦਾ ਹੈ ਉਹਨਾਂ ਤੋਂ ਐਕਸਪੈਕਟੇਸ਼ਨਸ ਉਹਨਾਂ ਦੀ ਏਜ ਦੇ ਅਕੋਰਡਿੰਗ ਚੇਂਜ ਹੁੰਦੀਆਂ ਰਹਿੰਦੀਆਂ ਨੇ। ਤਾਂ ਸੋਸਾਇਟੀ ਤੁਹਾਡੇ ਤੋਂ ਜਦ ਤੁਸੀਂ ਛੋਟੇ ਹੋ ਕੁਝ ਹੋਰ ਐਕਸਪੈਕਟ ਕਰਦੀ ਹੈ, ਜਦ ਤੁਸੀਂ ਜਵਾਨ ਹੋ ਜਾਂਦੇ ਹੋ ਕੁਝ ਹੋਰ ਐਕਸਪੈਕਟ ਕਰਦੀ ਹੈ, ਐਂਡ ਜੇ ਤੁਸੀਂ ਬੁੜੇ ਹੋ ਜਾਂਦੇ ਹੋ ਤਾਂ ਕੁਝ ਹੋਰ ਐਕਸਪੈਕਟ ਕਰਦੀ ਹੈ। ਸੇਮ ਵੇ ਜੇ ਤੁਸੀਂ ਮੇਲ ਹੋ ਤਾਂ ਤੁਹਾਡੇ ਤੋਂ ਕੁਝ ਹੋਰ ਐਕਸਪੈਕਟ ਕੀਤਾ ਜਾਂਦਾ ਐਂਡ ਫੀਮੇਲ ਹੋ ਤਾਂ ਕੁਝ ਹੋਰ ਐਕਸਪੈਕਟ ਕੀਤਾ ਜਾਂਦਾ ਹੈ। ਤਾਂ ਹੁਣ ਅਗਰ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਸੋਸ਼ਲ ਰੋਲਸ ਨੇ, ਜਿਹੜੇ ਟ੍ਰੈਡੀਸ਼ਨਲ ਸੋਸ਼ਲ ਰੋਲਸ ਨੇ, ਉਹ ਇਸ ਟਾਈਮ ਤੇ ਇੰਨਾ ਗੈਪ ਉਹਨਾਂ ਦੇ ਵਿੱਚ ਨਹੀਂ ਰਿਹਾ। ਹੁਣ ਮੇਲਸ ਵੀ ਸਾਰੇ ਕੰਮ ਕਰ ਰਹੇ ਨੇ, ਫੀਮੇਲਸ ਵੀ ਸਾਰੇ ਕੰਮ ਕਰ ਰਹੀਆਂ ਨੇ। ਤਾਂ ਜਿਹੜੇ ਇਹ ਪਹਿਲਾਂ ਇਸ਼ੂਜ਼ ਸੀ, ਉਹ ਇਸ਼ੂਜ਼ ਜੋ ਕਿ ਮੈਨੂੰ ਫੀਲ ਹੁੰਦਾ ਸੀ ਕਿ ਮੈਂ ਡਰਾਈਵ ਨਹੀਂ ਮੇ ਵੀ ਕਰ ਸਕਦੀ ਜਾਂ ਮੈਂ ਜੌਬ ਨਹੀਂ ਕਰ ਸਕਦੀ, ਉਹ ਸਭ ਇਸ਼ੂਜ਼ ਕਿਤੇ ਨਾ ਕਿਤੇ ਉਹ ਇਸ ਡਿਵੈਲਪਮੈਂਟ ਨਾਲ ਰਿਜ਼ੋਲਵ ਵੀ ਹੋਏ ਨੇ। ਬਟ ਪ੍ਰੋਬਲਮ ਇਹ ਆ ਗਈ ਹੈ ਕਿ ਹੁਣ ਮੈਨੂੰ ਇੱਕ ਕਨਫਿਊਜ਼ਨ ਹੋ ਗਈ ਹੈ। ਪਹਿਲਾਂ ਮੇਰਾ ਇੱਕ ਸੈੱਟ ਰੋਲ ਸੀ, ਮੈਨੂੰ ਪਤਾ ਸੀ ਮੈਂ ਕੀ ਕਰਨਾ। ਹੁਣ ਮੈਂ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਆਪ ਨੂੰ ਹੂ ਐਮ ਆਈ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਤਾਂ ਉਹਦੇ ਵਿੱਚ ਮੈਨੂੰ ਬਹੁਤ ਸਾਰੀ ਪ੍ਰੋਬਲਮਸ ਆਉਂਦੀਆਂ ਨੇ, ਕਿਉਂਕਿ ਜੋ ਮੇਰੀ ਉੱਪਰਲੀ ਜਨਰੇਸ਼ਨ ਹੈ ਉਹ ਹਾਲੇ ਵੀ ਮੇਰੇ ਤੋਂ ਉਹੀ ਐਕਸਪੈਕਟ ਕਰਦੀ ਹੈ, ਪਰ ਮੈਂ ਕਿਤੇ ਕੁਝ ਹੋਰ ਚਾਹੁੰਦੀ ਹਾਂ। ਤਾਂ ਉੱਥੇ ਕਲੈਸ਼ਿਸ ਆ ਰਹੇ ਨੇ, ਉੱਥੇ ਕਨਫਲਿਕਟਸ ਆ ਰਹੇ ਨੇ, ਉਹ ਕਮਿਊਨੀਕੇਸ਼ਨ ਗੈਪ ਹੋ ਸਕਦੇ ਆ, ਜੋ ਵੀ ਰੀਜ਼ਨ ਹੈ। ਤਾਂ ਹੁਣ ਜਦੋਂ ਆਪਾਂ ਜਿਹੜੇ ਹੁਣ ਆਪਣੀ ਅਰਲੀ 20s ਵਾਲੇ ਨੇ, ਉਹਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਰੀਅਰ ਦੇ ਬਾਰੇ ਅਨਸਰਟਨਿਟੀ ਹੁੰਦੀ ਹੈ, ਉਹਨਾਂ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਮੈਂ ਕੀ ਕਰਾਂ, ਜਾਂ ਮੇਰਾ ਕੁਝ ਬਣ ਜੂਗਾ ਜਾਂ ਨਹੀਂ ਬਣੂਗਾ। ਉਹਨਾਂ ਨੂੰ ਫਿਊਚਰ ਬਾਰੇ ਬਹੁਤ ਸਟ੍ਰੈਸਿਸ ਹੁੰਦੇ ਨੇ, ਜਾਂ ਉਹ ਚਾਹੁੰਦੇ ਨੇ ਕਿ ਉਹ ਪੜ੍ਹ ਲੈਣ, ਪਰ ਘਰ ਦੇ ਚਾਹੁੰਦੇ ਨੇ ਕਿ ਨਹੀਂ ਤੂੰ ਵਿਆਹ ਕਰਾ ਤੇ ਤੂੰ ਸੈਟਲ ਹੋ ਜਾ। ਸੋ ਉਵੇਂ ਦੇ ਜੋ ਪ੍ਰੋਬਲਮਸ ਨੇ ਉਹ ਤੁਹਾਡੇ ਮੈਂਟਲ ਹੈਲਥ ਨੂੰ ਅਫੈਕਟ ਕਰਦੇ ਨੇ। ਅਗਰ ਉਹ ਤੁਹਾਡੇ ਘਰੇ ਜੈਂਡਰ ਮਾਈਕਰੋ ਅਗਰੈਸ਼ਨ ਹੋ ਰਿਹਾ, ਹੁਣ ਮਾਈਕਰੋ ਅਗਰੈਸ਼ਨ ਹੁੰਦਾ ਕਿ ਛੋਟੀ ਛੋਟੀ ਇਹੋ ਜਿਹੀ ਚੀਜ਼ਾਂ ਜੋ ਤੁਹਾਡੇ ਘਰੇ ਹੋ ਰਹੀਆਂ ਨੇ ਬੇਸਡ ਔਨ ਯੋਰ ਜੈਂਡਰ। ਜਿਵੇਂ ਕਿ ਅਗਰ ਮੁੰਡਾ ਹੈ ਤੇ ਉਹਨੂੰ ਅਸੀਂ ਬੁਲਟ ਲੈ ਕੇ ਦੇ ਦੇਣਾ, ਪਰ ਜੇ ਕੁੜੀ ਮੰਗ ਰਹੀ ਹੈ ਫੋਨ ਤਾਂ ਉਹਨੂੰ ਨਹੀਂ ਲੋੜ, ਉਹਨੇ ਕਿੱਥੇ ਜਾਣਾ। ਤਾਂ ਉਹ ਜੋ ਉੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੀ ਸਾਡੇ ਲਈ ਬਹੁਤ ਹੱਦ ਤੱਕ ਸਟ੍ਰੈਸ ਦਾ ਰੀਜ਼ਨ ਬਣਦੀਆਂ ਨੇ। ਈਵਨ ਇੰਨੀ ਦੂਰ ਤੱਕ ਜਾ ਸਕਦੀ ਗੱਲ ਕਿ ਯੂ ਕੈਨ ਈਵਨ ਫਾਲ ਇਨਟੂ ਸੀਰੀਅਸ ਡਿਸਆਰਡਰ। ਤੁਸੀਂ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਹੋ, ਕਿਉਂਕਿ ਤੁਹਾਨੂੰ ਲੱਗਦਾ ਕਿ ਜਿਹੜੇ ਮੇਰੇ ਆਪਣੇ ਸੀ ਉਹੀ ਮੈਨੂੰ ਨਹੀਂ ਸਮਝ ਰਹੇ, ਤਾਂ ਹੋਰ ਮੈਨੂੰ ਕੌਣ ਸਮਝੂਗਾ। ਤਾਂ ਸਮ ਆਫ ਦ ਕਾਜ਼ਸ। ਦੈਨ ਤੁਹਾਡੀ ਜਿਵੇਂ ਵਰਕ ਪਲੇਸ ਦੀ ਗੱਲ ਕੀਤੀ ਗਈ, ਅਗਰ ਤੁਹਾਨੂੰ ਵਰਕ ਪਲੇਸ 'ਤੇ ਸਹੀ ਨਹੀਂ ਟਰੀਟ ਕੀਤਾ ਜਾ ਰਿਹਾ, ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ, ਤੁਹਾਨੂੰ ਬੁਲੀ ਕਰਿਆ ਜਾ ਰਿਹਾ, ਜਾਂ ਤੁਹਾਡੇ ਬਾਰੇ ਗੌਸਿਪ ਕੀਤਾ ਜਾ ਰਿਹਾ, ਤੁਹਾਡੇ ਬਾਰੇ ਗੱਲਾਂ ਫੈਲਾਈਆਂ ਜਾ ਰਹੀਆਂ, ਉੱਥੇ ਤੁਹਾਡਾ ਰੋਲ ਐਜ਼ ਐਨ EMPLOYE ਜੋ ਹੈ ਉਹ ਤੁਹਾਡਾ ਹੈਲਦੀ ਨਹੀਂ ਹੈ, ਕਿਉਂਕਿ ਇਨਵਾਇਰਨਮੈਂਟ ਉੱਥੇ ਹੈਲਦੀ ਨਹੀਂ ਹੈ। ਤਾਂ ਤੁਸੀਂ ਜਿੰਨਾ ਮਰਜ਼ੀ ਟਰਾਈ ਕਰ ਲਓ, ਕੁਛ ਨਾ ਕੁਛ ਹੁੰਦਾ ਰਹੂਗਾ। ਸੋ that is another role you have to play. Then another thing is ਕਿ one person doesn't play one role. ਤੁਸੀਂ ਆਪਣੀ ਲਾਈਫ 'ਚ ਬਹੁਤ ਸਾਰੇ ਰੋਲਸ ਪਲੇ ਕਰਦੇ ਹੋ, ਤਾਂ ਐਵੇਂ ਹੀ ਹਰ ਰੋਲ ਦੇ ਨਾਲ ਰਿਲੇਟਡ ਬਹੁਤ ਸਾਰੇ ਇਸ਼ੂਜ਼ ਕ੍ਰੀਏਟ ਹੁੰਦੇ ਨੇ, ਜਿੱਥੇ ਵੀ ਕਨਫਲਿਕਟ ਪੈਦਾ ਹੋਊਗਾ ਕਿ ਤੁਸੀਂ ਇੱਕ ਪਾਸੇ ਜਾਣਾ ਚਾਹ ਰਹੇ ਹੋ ਬਟ ਤੁਹਾਡਾ ਰੋਲ ਟ੍ਰੈਡੀਸ਼ਨਲੀ ਕੁਝ ਹੋਰ ਐਕਸਪੈਕਟ ਕਰ ਰਿਹਾ, ਉੱਥੇ ਪੱਕਾ ਕੋਈ ਨਾ ਕੋਈ ਕਨਫਲਿਕਟ ਜਾਂ ਮੈਂਟਲ ਹੈਲਥ ਪ੍ਰੋਬਲਮ ਆਏਗੀ। that is one of the major causes. ਸੋ ਮੈਂਟਲ ਹੈਲਥ ਨੂੰ ਆਪਾਂ ਦੇਖਦੇ ਹਾਂ ਕਿ ਕਈ ਕਾਰਨ ਨੇ ਇਹਦੇ, ਸਟਰਕਚਰਲ ਲੈਵਲ ਤੇ ਸੋਸ਼ਲ ਲੈਵਲ ਤੇ। ਇੱਕ ਹੋਰ ਜਿਹੜੀ ਗੱਲ ਮੇਰੇ ਦਿਮਾਗ ਵਿੱਚ ਆ ਰਹੀ ਸੀ ਕਿ ਜਦੋਂ ਮੈਂਟਲ ਹੈਲਥ ਬਾਰੇ ਗੱਲ ਹੁੰਦੀ ਹੈ ਤਾਂ ਜ਼ਿਆਦਾਤਰ ਮੇਰੇ ਲਈ ਇਹ ਕੁਐਸਚਨ ਹੈ ਕਿ ਇਹ ਮੈਂਟਲ ਹੈਲਥ ਦਾ ਜਿਹੜਾ ਇਸ਼ੂ ਹੈ ਪਿਛਲੇ ਕੁਝ ਸਮਿਆਂ ਵਿੱਚ ਇੰਨਾ ਫੋਕਸ ਕਿਉਂ ਆਇਆ। ਤੇ ਜਦੋਂ ਵੀ ਗੱਲਬਾਤ ਜਾਂ ਕੋਈ ਵੀ ਕਿਤੇ ਵੀ ਤੁਸੀਂ NDTV ਤੇ ਸੋਸ਼ਲ ਮੀਡੀਆ ਸਾਈਟਸ ਤੇ ਕੋਈ ਵੀ ਡਿਸਕਸ਼ਨ ਜਾਂ ਡਿਬੇਟ ਦੇਖਦੇ ਹੋ, ਉਹਦੇ 'ਚ ਮੈਂਟਲ ਹੈਲਥ ਦੇ ਇਸ਼ੂ ਨੂੰ ਪ੍ਰਾਇਮਰੀਲੀ ਅਪਰ ਮਿਡਲ ਕਲਾਸ
ਤੇ ਐਲੀਟ ਕਲਾਸ ਦੇ ਰੈਫਰੈਂਸ ਨਾਲ ਸਮਝਿਆ ਜਾਂਦਾ ਤੇ ਅਦਰਵਾਈਜ਼ ਇਨਸਾਨ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨਾਲ ਜੂਝ ਰਿਹਾ। ਫੋਰ ਇੰਸਟੈਂਸ ਹੋਮਲੈਸਨੈਸ ਦੁਨੀਆ ਵਿੱਚ ਬਹੁਤ ਵੱਡੀ ਪ੍ਰੋਬਲਮ ਤੇ ਹੋ ਸਕਦਾ ਹੈ ਜਿਹੜੇ ਹੋਮਲੈਸ ਪੀਪਲ ਹੋਣ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਮੈਂਟਲ ਹੈਲਥ ਪ੍ਰੋਬਲਮਸ ਆ ਰਹੀਆਂ ਹੋਣ। ਕੀ ਸਾਡਾ ਉਹਨਾਂ ਦੀਆਂ ਮੈਂਟਲ ਹੈਲਥ ਪ੍ਰੋਬਲਮਸ 'ਤੇ ਉਨਾ ਫੋਕਸ ਹੈਗਾ ਜਿੰਨਾ ਦੂਜੀਆਂ ਕਲਾਸਿਸ 'ਤੇ ਹੈਗਾ। ਇਮੀਗ੍ਰੇਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਹੈ। ਪੂਰੇ ਯੂਰਪ 'ਚ ਇਮੀਗ੍ਰੈਂਟਸ ਦਾ ਇਸ਼ੂ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ। ਉਹਨਾਂ ਨੂੰ ਵੀ ਹੋ ਸਕਦਾ ਹੈ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਆ ਰਹੀਆਂ ਹੋਣ। ਜਿਹੜੇ ਸਾਰੇ ਯੂਰਪ 'ਚ ਆਉਣਾ ਚਾਹੁੰਦੇ ਨੇ ਲੋਕ ਦੂਜੇ ਖਿੱਤਿਆਂ 'ਚੋਂ ਤੇ ਉਹਨਾਂ ਨੂੰ ਆਉਣ ਨਹੀਂ ਦਿਆ ਜਾ ਰਿਹਾ। ਫੋਰ ਇੰਸਟੈਂਸ ਉਹ ਬੱਚੇ ਨੂੰ ਕੀ ਮੈਂਟਲ ਹੈਲਥ ਪ੍ਰੋਬਲਮ ਆਏਗੀ ਜਿਹੜਾ ਉਸ ਜਹਾਜ਼ ਵਿੱਚ ਚਲਾ ਗਿਆ ਜਿਹੜਾ ਅਫਗਾਨਿਸਤਾਨ ਤੋਂ ਅਮਰੀਕਾ ਚਲਾ ਗਿਆ ਤੇ ਉਹਦੇ ਮਾਂ ਤੇ ਬਾਪ ਅਫਗਾਨਿਸਤਾਨ 'ਚ ਰਹਿ ਗਏ। ਕੀ ਉਹਨੂੰ ਮੈਂਟਲ ਹੈਲਥ ਪ੍ਰੋਬਲਮ ਆਏਗੀ? ਕੀ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲਬਾਤ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਜਿਹੜੇ ਪੋਲੀਟੀਕਲ ਕ੍ਰਾਈਸਿਸ ਨੇ, ਸੋਸ਼ਲ ਕ੍ਰਾਈਸਿਸ ਨੇ, ਉਹ ਇਹਨਾਂ ਪ੍ਰੋਬਲਮਸ ਨੂੰ ਕਿਵੇਂ ਐਗਰਾਵੇਟ ਕਰਦੇ ਨੇ? ਕੀ ਉਹਨਾਂ ਬਾਰੇ ਗੱਲਬਾਤ ਹੁੰਦੀ ਹੈ ਕਿ ਨਹੀਂ ਹੁੰਦੀ? ਸੋ ਕਾਸਟ ਦਾ ਵੀ ਇੱਕ ਬੜਾ ਵੱਡਾ ਇਸ਼ੂ ਹੈ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ। ਕਿ ਜੇ ਆਪਾਂ ਕਾਸਟ ਹਾਇਰਾਰਕੀ ਨੂੰ ਦੇਖੀਏ ਤਾਂ ਉੱਥੇ ਮੈਂਟਲ ਹੈਲਥ ਇਸ਼ੂਜ਼ ਹੈਗੇ ਨੇ ਕਿ ਨਹੀਂ ਹੈਗੇ, ਤੇ ਜੇ ਉਹ ਹੈਗੇ ਨੇ ਤਾਂ ਉਹ ਕਿਵੇਂ ਅਨਫੋਲਡ ਹੁੰਦੇ ਨੇ। ਫੋਰ ਇੰਸਟੈਂਸ ਜੈਂਡਰ ਇਜ਼ ਆਲਸੋ ਅ ਸੀਰੀਅਸ ਇਸ਼ੂ। ਤੇ ਜਦੋਂ ਗੁਰਸ਼ਿੰਦਰ ਜੀ ਗੱਲ ਕਰਦੇ ਨੇ ਕਿ ਉਹਨਾਂ ਦੀ ਸਟੱਡੀ ਦਾ ਫੋਕਸ ਮਦਰਸ ਤੇ ਵਿਮਨ ਹੈ, ਇਹ ਆਪਣੇ ਆਪ 'ਚ ਇੱਕ ਬੜਾ ਇੰਟਰਸਟਿੰਗ ਕੁਐਸਚਨ ਹੈ ਕਿ ਜਿਹੜੇ ਮੇਲਸ ਨੇ ਉਹ ਸੁਸਾਈਡਸ ਕਮਿਟ ਕਰਦੇ ਨੇ। those who are supposed to be very strong in society, aggressive, who take the initiative, ਤੇ ਜਿਹੜੀਆਂ women ਨੇ ਉਹ ਸਾਰਾ ਦਰਦ ਪੀ ਜਾਂਦੀਆਂ ਨੇ, ਸਹਿ ਜਾਂਦੀਆਂ ਨੇ, ਬਟ ਬਹੁਤ ਘੱਟ ਨੇ ਸ਼ਾਇਦ ਜਿਹੜੀਆਂ ਸੁਸਾਈਡ ਕਮਿਟ ਕਰਦੀਆਂ। ਬਾਵਜੂਦ ਇਸ ਦੇ ਕਿ ਉਹਨਾਂ 'ਤੇ ਬਹੁਤ ਸਾਰਾ ਇਮੋਸ਼ਨਲ, ਸਾਈਕੋਲੋਜੀਕਲ, ਸੋਸ਼ਲ ਪ੍ਰੈਸ਼ਰ। ਸੋ ਇਹ ਵੀ ਇੱਕ ਇੰਟਰਸਟਿੰਗ ਡੋਮੇਨ ਹੈ ਸਟੱਡੀ ਦੀ ਕਿ ਮੇਲਸ ਐਵੇਂ ਕਿਉਂ ਕਰਦੇ ਨੇ, ਫੀਮੇਲਸ ਐਵੇਂ ਕਿਉਂ ਰਿਸਪੌਂਡ ਕਰਦੀਆਂ ਨੇ। ਜਿਹੜਾ ਕੰਟੈਂਪਰਰੀ ਮੀਡੀਆ ਉਹ ਵੀ ਬਹੁਤ ਸਟਲ ਢੰਗ ਨਾਲ ਇਸ ਤਰ੍ਹਾਂ ਦੀ ਸਟ੍ਰੈਸ ਨੂੰ ਤੁਹਾਡਾ ਲਾਈਫ ਸਟਾਈਲ ਬਣਾ ਲੈਂਦਾ। ਫੋਰ ਇੰਸਟੈਂਸ ਤੁਸੀਂ ਜੇ ਮਤਲਬ ਟੀਵੀ ਦੇਖਦੇ ਹੋ ਜਾਂ ਆਨਲਾਈਨ ਐਕਟਿਵ ਰਹਿੰਦੇ ਹੋ ਤਾਂ ਇੱਕ ਬਹੁਤ ਫੇਮਸ ਐਡ ਆਈ ਸੀ ਜਿੱਥੇ ਜਿਹੜੀ ਮੇਨ ਪ੍ਰੋਟੈਗਨਿਸਟ ਹੈ ਉਸ ਐਡ 'ਚ ਉਹ ਪ੍ਰੈਗਨੈਂਟ ਹੈ ਐਂਡ ਸ਼ੀ ਇਜ਼ ਗੋਇੰਗ ਟੂ ਹਰ ਜੌਬ। ਉਹ ਡਿਸਕੋਰਸ ਇਹ ਬਿਲਡ ਕੀਤਾ ਹੋਇਆ ਸੀ that even if you are pregnant you can still do your work, which means you don't really need to take time out to focus on what is happening with your body। ਤੇ ਇਹ ਸਾਰੇ ਚੇਂਜ ਨਾਲ, ਇਹ ਸਾਰੇ ਪ੍ਰੋਸੈਸ ਨਾਲ ਸਾਨੂੰ ਕਿਵੇਂ ਜੂਝਣਾ ਪਏਗਾ ਕਿਉਂਕਿ ਆਈ ਥਿੰਕ ਪੋਸਟ ਬਰਥ ਜਿਹੜਾ ਸਟ੍ਰੈਸ ਉਹ ਵੀ ਬੜਾ ਸਟਰੋਂਗ ਹੁੰਦਾ ਹੈ। ਤੇ ਇੱਕ ਜੇ ਤੁਸੀਂ SRS ਆਪਣੇ ਓਮੈਕਸ ਮਾਲ ਹੈ ਤੇ SRS ਸਿਨੇਮਾਸ 'ਚ ਗਏ ਹੋ ਤਾਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਬਹੁਤ ਸਾਰੀ ਇੱਕ ਐਡ ਚੱਲਦੀ ਹੈ ਜਿਹਦੀ ਟੈਗ ਲਾਈਨ ਇਹ ਹੈ ਕਿ ਆਈ ਡੋਂਟ ਨੋ ਕਿ ਮੈਂ ਲਵ ਮੈਰਿਜ ਕਰਨੀ ਹੈ ਜਾਂ ਅਰੇਂਜ ਮੈਰਿਜ ਕਰਨੀ, ਆਈ ਡੋਂਟ ਨੋ। ਮੈਂ 9 to 5 ਜੌਬ ਕਰਨੀ ਹੈ ਕਿ ਸਟਾਰਟਅਪ ਸ਼ੁਰੂ ਕਰਨਾ, ਆਈ ਡੋਂਟ ਨੋ। ਵਿਚ ਮੀਨਸ ਕਿ ਇਸ ਤਰ੍ਹਾਂ ਦੀ ਜਿਹੜੀ ਅਨਸਰਟਨਟੀ ਹੈ ਪਰਟੀਕੂਲਰਲੀ ਵਿਦ ਯੂਰ ਅਸੈਂਸ਼ੀਅਲ ਲਾਈਫ ਚੋਇਸਿਸ ਨੂੰ ਸਿਸਟਮ ਪ੍ਰਮੋਟ ਕਰ ਰਿਹਾ ਕਿ ਜੇ ਤੁਹਾਨੂੰ ਨਹੀਂ ਪਤਾ ਤਾਂ ਉਹ ਬਹੁਤ ਚੰਗੀ ਗੱਲ ਹੈ ਤੇ ਐਵੇਂ ਹੀ ਕਰਨਾ ਚਾਹੀਦਾ। ਜਿਹਦਾ ਇਨਡਾਇਰੈਕਟ ਲੌਜਿਕ ਇਹ ਹੈ ਕਿ ਸਿਸਟਮ ਇਜ਼ ਨਾਟ ਰਿਸਪੌਂਸਿਬਲ ਫॉर ਦ ਕਾਈਂਡ ਆਫ এনवायरमेंट ਇਟ ਇਜ਼ ਕ੍ਰੀਏਟ। ਸੋ ਆਈ ਥਿੰਕ ਇਹ ਸਾਰੀਆਂ ਗੱਲਾਂ ਨੇ ਜਿਹਦੇ ਬਾਰੇ ਸਾਨੂੰ ਬਹੁਤ ਕੌਨਸ਼ੀਅਸ ਤੇ ਅਵੇਅਰ ਰਹਿਣਾ ਚਾਹੀਦਾ